Sat Sri Akal dosto. Thank you so much again for joining with us. So far we have done 16 videos on the concept of Amrit from Harinder Singh Mehboob's book, which is Ilahi Nazar Pende, volume 4th. Today we are going to do the continuity of the same. It is going to be the 17th YouTube on this concept. I would highly recommend, if you have not listened to or if you have not watched the previous YouTubes, you must go and start with the first one. It's been not in a sequence. This venture was not in a sequence because Babaji was correlating the different parts according to the current situations, contemporary situation of the society. And today we are going to do the 4th part of that concept of Amrit. Babaji is going to introduce you more with that concept and the part that we are going to do today. However, we would definitely recommend you to go through all the parts if you have not watched. And it's going to be a kind of full bundle, a kind of package that would definitely give a hike to your intellect. So without wasting any more time, I would request Babaji to start today's auspicious part 4th of that concept of Amrit. Babaji, Sat Sri Akal, बहुत-बहुत जी आयन जी। आज अपना चौथा पार्ट ਜਿਹੜੀ ਕਿ 17ਵੀਂ ਆਪਣੀ YouTube ਬਣ ਜਾ ਰਹੀ ਹੈ, ਤੁਸੀਂ ਆਪਣੇ ਸਰੋਤਿਆਂ ਨੂੰ ਉਹਦੇ ਨਾਲ ਰੂਬਰੂ ਕਰਾਓ ਤੇ ਸਾਨੂੰ ਵੀ ਜਾਣਕਾਰੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਦੀਪ ਸਿੰਘ ਜੀ ਦਾ ਬਹੁਤ ਮੈਂ ਧੰਨਵਾਦੀ ਹਾਂ, ਜਿਹੜੇ ਬੇਗਰਦ ਹੋ ਕੇ ਇੰਨਾ ਟਾਈਮ ਲਾਉਂਦੇ ਨੇ, ਇੰਨੀ ਮਿਹਨਤ ਦੇ ਨਾਲ ਤੁਹਾਡੇ ਸਾਹਮਣੇ ਇਹ ਯੂਟਿਊਬਾਂ ਲਿਆ ਰਹੇ ਨੇ। ਕੋਈ ਪਰਮਾਤਮਾ ਵੱਲੋਂ ਕੋਈ ਸਬਬ ਹੈ। ਮੈਂ ਸਾਰੀ ਧਰਮਾਂ ਦੀ ਵੱਖ-ਵੱਖ ਖਿਆਲਾਂ ਨਾਲ ਜੁੜੀ ਹੋਈ ਜੋ ਸੰਗਤ ਹੈ, ਪੰਜਾਬ, ਹਿੰਦੁਸਤਾਨ, ਵਿਸ਼ਵ, ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਕਈ ਵਾਰੀ ਕਈ ਲਫ਼ਜ਼ ਇਸ ਤਰ੍ਹਾਂ ਦੇ ਵੀ ਬੋਲ ਦਿੰਦੇ ਆ, ਉਹ ਬੋਲਣੇ ਪੈਂਦੇ ਵੀ ਨੇ ਜਿਹੜੇ ਸ਼ਾਇਦ ਕਈਆਂ ਨੂੰ ਦੁਖਦੇ ਹੋਣ, ਜਾਂ ਉਹਨਾਂ ਨੂੰ ਕਈ ਵਾਰੀ ਅਸੀਂ ਕੋਈ ਤਸਬੀਹ ਲੱਗਦੇ ਹੋਈਏ। ਪਰ ਮੈਂ ਸਾਰੇ ਵਰਗਾਂ ਨੂੰ ਇਹ ਬੇਨਤੀ ਕਰਦਾ ਕਿ ਗੁਰੂ ਘਰ ਦੇ ਵਿੱਚ ਤਸਬੀਹ ਬੰਦੇ ਦੀ ਕੋਈ ਥਾਂ ਹੀ ਨਹੀਂ ਹੈਗੀ। ਉਹਦੀ ਗੱਲ ਦੇ ਵਿੱਚ ਕੋਈ ਵਜਨ ਹੀ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਉਹੀ ਗੱਲਾਂ ਨੇ, ਸਾਰੇ ਕਰਦੇ ਆ, ਪਰ ਜਿਹੜੀਆਂ ਗੱਲਾਂ ਦੇ ਪਿੱਛੇ ਅਮਲ ਨਹੀਂ ਸੱਚਾ ਸੁੱਚਾ, ਉਹ ਗੱਲਾਂ ਨੂੰ ਗੁਰਬਾਣੀ ਦੇ ਵਿੱਚ ਕਦੇ ਵੀ ਪੂਰਨਤਾ ਨਹੀਂ ਮਿਲੀ, ਉਹ ਸਿਰੇ ਨਹੀਂ ਚੜੀਆਂ। ਅਸੀਂ ਸਾਰੇ ਵਰਗਾਂ ਨੂੰ ਇਹ ਚਾਹੁੰਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਸੋਹਣਾ ਰਾਜ ਹੋਵੇ, ਸਾਰਿਆਂ ਨੂੰ ਇਨਸਾਫ ਦਿਵਾਵੇ, ਸਾਰੇ ਜਿਹੜੇ ਬੱਚੇ ਨੇ ਪੜ੍ਹੇ ਲਿਖੇ ਉਹਨਾਂ ਨੂੰ ਨੌਕਰੀਆਂ ਮਿਲਣ, ਹਰ ਘਰ ਸੁਰੱਖਿਅਤ ਹੋਵੇ, ਹਰ ਬੰਦੇ ਤੋਂ ਮਿਹਨਤ ਲਈ ਜਾਵੇ, ਉਹ ਤੋਂ ਕੰਮ ਕਰਾਇਆ ਜਾਵੇ, ਨਾ ਕਿ ਉਹਨਾਂ ਨੂੰ ਰੋਟੀ ਕੱਪੜੇ ਦਾ ਲਾਲਚ ਦੇ ਕੇ ਉਹਨਾਂ ਦੀ ਆਤਮਾ ਨੂੰ ਮੰਗਤਾ ਬਣਾਇਆ ਜਾਵੇ। ਇਹ ਬਿਰਤੀ ਹੈ ਜਿਹੜੀ ਸਭ ਤੋਂ ਵੱਧ ਅਕਾਲੀ ਦਲ ਦੇ ਵਿੱਚ ਆਈ ਹੋਈ ਹੈ। ਅਕਾਲੀ ਦਲ ਦੇ ਬੰਦੇ ਆਪਣੇ ਆਪ ਤੋਂ ਤਾਂ ਡਿੱਗੇ ਹੋਏ ਹੈਗੇ, ਉਹਨਾਂ ਦੇ ਬਾਰੇ ਕੋਈ ਭੁਲੇਖਾ ਹੀ ਨਹੀਂ ਕਿਸੇ ਨੂੰ, ਨਾ ਹੋਣਾ ਚਾਹੀਦਾ। ਉਹ ਗਾਂ ਸੰਗਤ ਨੂੰ ਵੀ ਡੇਗ ਰਹੇ ਨੇ ਕਿ ਇਸ ਗਿਰਾਵਟ ਦੇ ਵਿੱਚ ਘੇਰ ਕੇ ਸਿਰਫ ਹਕੂਮਤ ਕੀਤੀ ਜਾਵੇ ਤੇ ਆਪਣੀ ਖੁਦਗਰਜ਼ੀ ਦੀ ਪੂਰਤੀ ਕੀਤੀ ਜਾਵੇ। ਇਹਦੇ ਬਾਰੇ ਕਹਿੰਦਿਆਂ ਸਾਨੂੰ ਕੋਈ ਸੰਕੋਚ ਨਹੀਂ ਹੈਗਾ, ਕਿਉਂਕਿ ਜੋ ਕੁਝ ਸਾਡੇ ਸਾਹਮਣੇ ਆ ਰਿਹਾ ਹੈ। ਅਸੀਂ ਅੰਮ੍ਰਿਤ ਦੇ ਉੱਤੇ 16 ਯੂਟਿਊਬਾਂ ਤੁਹਾਡੇ ਸਾਹਮਣੇ ਆ ਚੁੱਕੀਆਂ ਨੇ, ਤੁਹਾਡੇ ਰੂਬਰੂ ਹੋ ਚੁੱਕੀਆਂ ਨੇ। ਇਹ ਅੰਮ੍ਰਿਤ ਦੇ ਉੱਤੇ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਆਪਣੇ ਮਹਾਂਕਾਵ ਦੇ ਵਿੱਚ, ਜੋ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਇਲਾਹੀ ਨਦਰ ਦੇ ਪੈਂਡੇ 4ਥਾ ਮਹਾਂਕਾਵ ਹੈ।
ਜਿਹੜੇ ਜੀਨੀਅਸ ਬੰਦੇ ਹੁੰਦੇ ਨੇ 4,500 ਸਾਲ ਦੀ ਹਿਸਟਰੀ ਦੇ ਵਿੱਚ ਬਹੁਤ ਵੱਡਾ ਜੀਨੀਅਸ ਹੈ, ਕਿਉਂਕਿ ਐਪਕ ਲਿਖਣਾ ਹੀ ਸਧਾਰਨ ਬੰਦੇ ਦਾ ਕੰਮ ਨਹੀਂ। ਫਿਰ ਗੁਰੂਆਂ ਤੇ ਲਿਖਣਾ, ਜਿਹੜੇ ਇਸ ਧਰਤੀ ਦੇ ਸਭ ਤੋਂ ਵੱਡੇ ਪੈਗੰਬਰ ਨੇ, ਲਗਾਤਾਰ 10 ਗੁਰੂ ਆਏ, ਐਡਾ ਵੱਡਾ ਨੇਮ ਹੈ ਜਿਹੜਾ ਹਰ ਧਰਮ ਨਾਲ, ਹਰ ਬੰਦੇ ਨਾਲ ਨਿਆਂ ਕਰਦਾ, ਕਿਸੇ ਨਾਲ ਦਰਾਇਤ ਨਹੀਂ ਕਰਦਾ, ਕਿਸੇ ਨਾਲ ਬੈਰ ਨਹੀਂ ਪਾਲਦਾ, ਕਿਸੇ ਤੇ ਅਹਿਸਾਨ ਨਹੀਂ ਕਰਦਾ। ਸੋ ਜਿਹੜਾ ਉਹਦੇ ਉੱਤੇ ਐਪਿਕ ਰਚੇ ਨੇ, ਇਹ ਕੋਈ ਸਧਾਰਨ ਨਹੀਂ ਹੈਗੇ। ਜੇ ਤੁਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਤੁਹਾਡਾ ਦਿਮਾਗ ਤੇ ਮੇਰੇ ਨਾਲ ਵਾਧਾ ਸਾਰਿਆਂ ਦਾ, ਪਰ ਮੈਨੂੰ 65 ਸਾਲ ਲੱਗ ਗਏ। ਮੈਂ ਪੂਰਨ ਸਿੰਘ ਦੇ ਉੱਤੇ PhD ਕੀਤੀ ਹੈ। ਉਦੋਂ ਵੀ ਇੱਕ ਦੋ ਬੰਦੇ ਸੀ ਜਿਹੜੇ ਬੜੇ ਵੱਡੇ ਕਹਿੰਦੇ ਕਹਾਉਂਦੇ ਪ੍ਰੋਫੈਸਰ ਸੀ। ਇੱਕ ਤੇ ਕੇਸਰ ਸਿੰਘ ਜੀ ਮੇਰੇ ਗਾਈਡ ਸੀਗੇ ਬੜੇ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ। ਇੱਕ ਡਾਕਟਰ ਭਜਨ ਸਿੰਘ ਸੀਗੇ ਜਿਹੜੇ ਮੇਰੇ ਐਗਜ਼ਾਮੀਨਰ ਸੀਗੇ ਦਿੱਲੀ ਵਾਲੇ। ਇਹ ਮੇਰਾ, ਮੈਂ ਤੁਹਾਨੂੰ ਦਿਲੋਂ ਕਹਿਣਾ, ਉਹ ਥੀਸਿਸ ਪੜ੍ਹ ਕੇ ਇਹ ਕਨਵਿੰਸ ਹੋ ਗਏ ਸੀ ਕਿ ਇਸ ਧਰਤੀ ਦੇ ਉੱਤੇ ਸਿੱਖ ਧਰਮ ਜਿਹੜਾ ਕੋਈ ਖਿਆਲ ਹਾਲੇ ਤੱਕ ਨਹੀਂ ਹੈਗਾ। ਮੈਂ ਉਹਦੇ ਤੇ PhD ਕੀਤੀ ਸੀ। ਉਦੋਂ ਬਾਅਦ ਮੈਂ ਹਰਿੰਦਰ ਨਾਲ ਰਿਹਾ, ਉਹਦੀਆਂ ਕਿਤਾਬਾਂ ਪੜ੍ਹੀਆਂ। ਉਹਦੀਆਂ ਕਿਤਾਬਾਂ ਪੜ੍ਹ ਕੇ ਤੁਸੀਂ ਉਹਨੂੰ ਨਹੀਂ ਸਮਝ ਸਕਦੇ, ਨਾ ਪੂਰਨ ਸਿੰਘ ਨੂੰ ਪੜ੍ਹ ਕੇ ਉਹਨੂੰ ਸਮਝ ਸਕਦੇ ਹੋ। ਤੁਹਾਨੂੰ ਬਰਾਬਰ ਦੀਆਂ ਦੁਨੀਆ ਦੀਆਂ ਹੋਰ ਕਿਤਾਬਾਂ ਪੜ੍ਹਨੀਆਂ ਪੈਂਦੀਆਂ। ਦੁਨੀਆ ਦੇ ਜੀਨੀਅਸ ਨੇ ਜਿਹੜੇ, ਉਹ ਗਰਾਊਂਡ ਹੈ ਇੱਕ ਦੁਨੀਆ ਦਾ ਸਾਂਝਾ, ਜਿਹਦੇ ਵਿੱਚ ਦੁਨੀਆ ਦੇ ਧਰਮ ਗ੍ਰੰਥ, ਦੁਨੀਆ ਦੇ ਸੰਤ, ਮਹਾਕਾਵ, ਪੋਇਟਰੀ, ਕਵੀ, ਨਾਵਲ, ਸਭ ਕੁਝ ਜਿਹਦੇ ਵਿੱਚ ਆਉਂਦਾ। ਉਹ ਇੰਨੀਆਂ ਚੀਜ਼ਾਂ ਅੱਜ ਦੇ ਜ਼ਮਾਨੇ 'ਚ ਤੁਹਾਨੂੰ ਪੜ੍ਹਨ ਦੀ ਸਹੂਲਤ ਨਹੀਂ। ਮੈਂ ਇਹ ਵੀ ਦੇਖਿਆ ਕਿ ਪੰਜਾਬ ਦੇ ਵਿੱਚ ਫੇਸਬੁੱਕਾਂ ਦੇ ਉੱਤੇ ਜਿੰਨਾ ਸਿੱਖ ਬੱਚੇ ਲਿਖਦੇ ਨੇ, ਇੰਨੇ ਮਾਣ ਦੇ ਨਾਲ, ਉਹਨਾਂ ਨੂੰ ਆਪਣੇ ਆਪ ਤੇ ਮਾਣ ਵੀ ਆ, ਫੈਸਲੇ ਵੀ ਵੱਡੇ ਵੱਡੇ ਦਿੰਦੇ ਨੇ। ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿੰਨਾ ਚਿਰ ਤੁਸੀਂ ਕਿਸੇ ਚੀਜ਼ ਦੇ ਹੱਕਦਾਰ ਨਹੀਂ ਹੁੰਦੇ, ਤੁਸੀਂ ਉਹਦਾ ਅਧਿਐਨ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਬੋਲਣ ਤੋਂ ਵੀ ਬਹੁਤ ਪਰਹੇਜ਼ ਰੱਖਣਾ ਚਾਹੀਦਾ। ਤੁਸੀਂ ਕਹੋਗੇ ਵੀ ਫਿਰ ਤੂੰ ਕਿਉਂ ਬੋਲਦਾ? ਮੈਂ ਤੁਹਾਨੂੰ ਇਹ ਕਹਿਣਾ ਕਿ ਮੈਂ ਨਹੀਂ ਬੋਲਦਾ ਆਪਦੇ ਵੱਲੋਂ। ਮੈਂ ਜੀਨੀਅਸ ਬੰਦਿਆਂ ਦੀ ਗੱਲ ਕਰਦਾ। ਮੇਰੇ 'ਚ ਕੋਈ ਕਮੀ ਹੋ ਸਕਦੀ ਹੈ, ਘਾਟ ਹੋ ਸਕਦੀ ਹੈ, ਉਹ ਘਾਟ ਤੁਸੀਂ ਪੂਰੀ ਕਰ ਲਓ। ਪਰ ਮੈਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕਰਦਾ, ਇਹ ਦੁਨੀਆ ਦੇ ਬਹੁਤ ਵੱਡੇ ਜੀਨੀਅਸ ਪੋਇਟ ਦੀਆਂ ਗੱਲਾਂ ਨੇ, ਜਿਹੜੀਆਂ ਅਜੇ ਤੱਕ ਕਿਸੇ ਹੋਰ ਨੇ ਤੁਹਾਡੇ ਸਾਹਮਣੇ ਨਹੀਂ ਲਿਆਂਦੀਆਂ। ਮੈਂ ਇਹ ਵੀ ਦੇਖਦਾ ਰਹਿਣਾ। ਤੇ ਇਸ ਲਈ ਅਸੀਂ ਅੱਜ 17ਵੀਂ YouTube ਬਣਾ ਰਹੇ ਹਾਂ ਤੁਹਾਡੇ ਨਾਲ, ਜਿਹਦੇ ਵਿੱਚ ਅੰਮ੍ਰਿਤ ਦੇ 16 ਭਾਗ ਅਸੀਂ 16 ਭਾਗਾਂ 'ਚ ਦੱਸ ਚੁੱਕੇ ਹਾਂ। ਇਹ ਕੁੱਲ 13 ਭਾਗ ਨੇ, ਪਰ ਇਹ ਵਿੱਚ ਵੱਡੇ ਨੇ, ਛੋਟੇ ਨੇ, ਵਿੱਚ ਕਈ ਭਾਗ ਵੀ ਬਣੇ ਨੇ। ਇਸ ਕਰਕੇ ਇਹ ਅੱਜ 17ਵੀਂ YouTube ਆ। ਇਹ ਤੋਂ ਬਾਅਦ ਮੇਰਾ ਖਿਆਲ ਹੈ 3 ਹੋਰ ਬਣਨਗੀਆਂ। ਲਗਭਗ 20 YouTubeਾਂ ਦੇ ਵਿੱਚ ਅੰਮ੍ਰਿਤ ਵਾਲਾ ਹਿੱਸਾ ਪੂਰਾ ਹੋ ਜਾਊਗਾ। ਪਰ ਇਹ ਅੰਮ੍ਰਿਤ ਨਿਰਾ ਅੰਮ੍ਰਿਤ ਹੀ ਨਹੀਂ, ਇਹਦੇ ਵਿੱਚ ਸਾਰੇ ਧਰਮਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਦਿਸਦਾ ਅਣਦਿਸਦਾ ਇਤਿਹਾਸ ਆ ਜਾਂਦਾ, ਲਿਟਰੇਚਰ ਆ ਜਾਂਦੇ ਨੇ, ਕੁਦਰਤ ਆ ਜਾਂਦੀ ਹੈ, ਬ੍ਰਹਿਮੰਡ ਆ ਜਾਂਦਾ, ਧਰਤੀ ਦੀ ਵੰਨ-ਸੁਵੰਨਤਾ ਆ ਜਾਂਦੀ ਆ, ਪਤਾਲ ਆ ਜਾਂਦਾ, ਪਤਾਲ ਤੋਂ ਹੇਠਲੀਆਂ ਚੀਜ਼ਾਂ ਆ ਜਾਂਦੀਆਂ ਨੇ। ਇੰਨਾ ਜ਼ਿਆਦਾ ਕੁਝ ਇਹਦੇ ਵਿੱਚ ਆਉਂਦਾ ਕਿ ਇਹਨੂੰ ਤੁਸੀਂ ਇਕੱਲੇ ਅੰਮ੍ਰਿਤ ਤੇ ਨਿਸ਼ਚਿਤ ਨਹੀਂ ਕਰ ਸਕਦੇ। ਅੰਮ੍ਰਿਤ ਦੀ ਇੱਕ ਬੂੰਦ ਆ, ਪਰ ਉਹ ਬੂੰਦ ਦੇ ਵਿੱਚ ਰਹੱਸ ਸਾਰੇ ਬ੍ਰਹਿਮੰਡ ਦੇ ਨੇ। ਸਾਰੇ ਬ੍ਰਹਿਮੰਡ ਦੀਆਂ ਬਖਸ਼ਿਸ਼ਾਂ, ਭੇਦ, ਦੀਨ ਉਹਦੇ ਵਿੱਚ ਸਮਾਏ ਹੋਏ ਨੇ। ਸਾਰੇ ਬ੍ਰਹਿਮੰਡ ਦੇ ਉਹਦੇ ਵਿੱਚ ਮਿਸਟਰੀਜ਼ ਨੇ ਜਿਹੜੀਆਂ, ਜਾਂ ਅਹਿਸਾਸ ਨੇ, ਕੌਮਾਂ ਦੇ, ਮਾਵਾਂ ਦੇ, ਪ੍ਰੇਅਰਸ ਨੇ, ਉਹ ਸਾਰੀਆਂ ਸਮਾਈਆਂ ਹੋਈਆਂ ਨੇ। ਉਹਨਾਂ ਨਾਲ ਨਿਆਂ ਕੀਤਾ ਹੋਇਆ। ਉਹਨਾਂ ਨੂੰ ਜੇ ਉਹ ਅਧੂਰੇ ਖਿਆਲ 'ਚ ਖੜੀਆਂ ਨੇ, ਉਹ ਪ੍ਰੇਅਰ ਨੂੰ, ਜਿਵੇਂ ਮਾਵਾਂ ਤੁਹਾਨੂੰ ਤੁਰਨਾ ਸਿਖਾਉਂਦੀਆਂ ਨੇ, ਗੁਰੂ ਸਾਹਿਬ ਨੇ ਤੁਹਾਨੂੰ ਵੱਡੀ ਪ੍ਰੇਅਰ ਦੇ ਨਾਲ ਜੋੜਿਆ। ਉਹਨਾਂ ਨੂੰ ਸ਼ਬਦ ਪ੍ਰੇਅਰ ਦੇ ਵਿੱਚ ਲੈ ਆਉਂਦਾ।
ਉਹਨਾਂ ਤੇ ਮਿਹਰਬਾਨੀ ਕੀਤੀ, ਉਹਨਾਂ ਨੂੰ ਉੱਥੇ ਹੀ ਰੱਖ ਕੇ ਸਾਬਤ ਕਰ ਦਿੱਤਾ। ਇਹ ਗੁਰੂ ਦੀ ਗ੍ਰੇਟਨੈਸ ਹੈ। ਅਸੀਂ ਬਾਣੀ ਜਦੋਂ ਪੜ੍ਹਦੇ ਹਾਂ, ਪਾਠ ਕਰਦੇ ਆ, ਤੁਸੀਂ ਇਸ ਦ੍ਰਿਸ਼ਟੀ ਤੋਂ ਕਰਿਓ ਕਿ ਜੋਗੀ ਕਦੋਂ ਪੂਰਾ ਹੋ ਗਿਆ ਤੇ ਗ੍ਰਸਤੀ ਕਦੋਂ ਪੂਰਾ ਹੋ ਗਿਆ, ਸੰਨਿਆਸੀ ਕਦੋਂ ਪੂਰਾ ਹੋ ਗਿਆ, ਜਨ ਕਦੋਂ ਪੂਰਾ ਹੋ ਗਿਆ। ਇਹ ਸਾਰੇ ਸੰਪੂਰਨ ਕਦੋਂ ਹੁੰਦੇ ਨੇ? ਉਹ ਹਰ ਥਾਂ ਦੇ ਵਿੱਚੋਂ ਸੰਪੂਰਨਤਾ ਦੀ ਤੰਗ ਵਿੱਚ ਨੇ। ਜਿੰਨਾ ਉਹਦਾ ਮਾਰਗ ਪੂਰਾ, ਗੁਰੂ ਉਹਨੂੰ ਪ੍ਰਵਾਨ ਕਰਦਾ, ਉਹਦਾ ਸਤਿਕਾਰ ਕਰਦਾ ਤੇ ਉਹਨੂੰ ਪੂਰੇ ਮਾਰਗ ਦੇ ਨਾਲ ਜੋੜਦਾ। ਅਸੀਂ ਵਿੱਚੋਂ ਅੱਜ ਥੋੜੀਆਂ ਜਿਹਾ ਕੁਝ ਕੋਸ਼ਿਸ਼ ਕਰਾਂਗੇ, ਸੁਖਮਨੀ ਸਾਹਿਬ ਚੋਂ ਮਸਾਲਾ ਵੀ ਦੇਵਾਂਗੇ। ਇਸ ਲਈ ਦੇਵਾਂਗੇ ਕਿਉਂਕਿ ਸੁਖਮਨੀ ਸਾਹਿਬ ਪੰਜਵੇਂ ਗੁਰੂ ਸਾਹਿਬ ਨੇ ਰਚਿਆ। ਇਹ ਬਾਣੀ ਉਹਨਾਂ ਨੇ ਪੰਜਵੇਂ ਗੁਰੂ ਸਾਹਿਬ ਦੇ ਰਾਹੀਂ ਆਈ ਹੈ, ਪਰ ਇਹਦੇ ਵਿੱਚ ਜੋ ਗੱਲਾਂ ਨੇ ਉਹ ਅੱਗੇ ਜਾ ਕੇ ਸੱਚੀਆਂ ਹੋਈਆਂ ਨੇ। ਗੁਰੂ ਉਹਨਾਂ ਨੂੰ ਇਸ ਤਰ੍ਹਾਂ ਸਿੱਖਿਆ ਵੀ ਦੇ ਰਹੇ ਨੇ ਕਿ ਤੁਸੀਂ ਡੋਲਣਾ ਨਹੀਂ, ਤੁਹਾਨੂੰ ਕਿਵੇਂ ਗੁਰੂ ਬਚਾਊਗਾ, ਤੁਹਾਨੂੰ ਗੁਰੂ ਕਿਵੇਂ ਰੱਖਿਆ ਕਰੂਗਾ, ਤੁਸੀਂ ਕਿਵੇਂ ਵਿਚਰਨਾ, ਤੁਹਾਨੂੰ ਕਿਵੇਂ ਸਾਜਿਆ ਗਿਆ। ਇਹ ਸੁਖਮਨੀ ਚ ਆਈਆਂ ਨੇ ਚੀਜ਼ਾਂ। ਇਹ ਤੋਂ ਤੁਹਾਨੂੰ ਇਹ ਚੀਜ਼ਾਂ ਸਮਝ ਆਉਂਦੀਆਂ ਨੇ ਕਿ ਗੁਰਬਾਣੀ ਦੇ ਵਿੱਚ ਪਹਿਲੇ ਗੁਰੂ ਦੇ ਅੰਦਰ ਹੀ ਖਾਲਸਾ ਸੀ, ਉਹਦੇ ਅੰਦਰ ਹੀ 9 ਗੁਰੂ ਸੀਗੇ। ਉਹ ਖਾਲਸਾ ਟਾਈਮ ਨਾਲ ਜਾ ਕੇ ਜ਼ਾਹਰ ਹੋਣਾ ਸੀ, ਪਰ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਉਹ ਸਾਡੇ ਮੂਹਰੇ ਟਾਈਮ ਨਾਲ ਜ਼ਾਹਰ ਹੁੰਦਾ, ਉਹਨਾਂ ਨੂੰ ਦਿਸ ਰਿਹਾ, ਉਹਨੂੰ ਸਿੱਖਿਆ ਵੀ ਦੇ ਰਹੇ ਨੇ, ਉਹਦੀ ਸ਼ਾਨ ਵੀ ਦੱਸ ਰਹੇ ਨੇ, ਉਹਦਾ ਕੀ ਫਰਕ ਹੈ, ਗੁਰੂ ਬਾਰੇ ਵੀ ਦੱਸ ਰਹੇ ਨੇ। ਇਹ ਚੀਜ਼ਾਂ ਤੁਸੀਂ ਪਾਠ ਕਰਦਿਆਂ ਇਸ ਦ੍ਰਿਸ਼ਟੀ ਤੋਂ ਗੁਰਬਾਣੀ ਦਾ ਪਾਠ ਕਰਿਆ। ਫਿਰ ਜਦੋਂ ਤੁਸੀਂ ਇਸ ਤਰ੍ਹਾਂ ਸੋਚੋਗੇ, ਤੁਹਾਨੂੰ ਬਹੁਤ ਜ਼ਿਆਦਾ ਹੋਰ ਵੀ ਤਸੱਲੀ ਤੇ ਸਿਦਕ ਤੁਹਾਡੇ ਅੰਦਰ ਪੈਦਾ ਹੋਊਗਾ। ਗੁਰੂ ਕਿਵੇਂ ਸੱਚ ਬਣ ਕੇ ਆਇਆ, ਕਿਵੇਂ ਜਿਹੜੀਆਂ ਚੀਜ਼ਾਂ ਅਜੇ ਸਾਹਮਣੇ ਨਹੀਂ ਆਈਆਂ ਉਹ ਵੀ ਸੱਚ ਨੇ, ਕਿਉਂਕਿ ਜਿਹੜਾ ਪਹਿਲਾਂ ਸਾਹਮਣੇ ਨਹੀਂ ਸੀ ਆਇਆ ਉਹ ਕਿੰਨੇ ਟਾਈਮ ਤੋਂ ਬਾਅਦ ਆਇਆ, ਪਹਿਲਾਂ ਤਾਂ ਅਣਦਿਸਦਾ ਹੀ ਸੀ। ਇਸ ਲਈ ਗੁਰਬਾਣੀ ਚ ਦਿਸਦੇ ਤੇ ਅਣਦਿਸਦੇ ਚ ਕੋਈ ਫਰਕ ਨਹੀਂ, ਇੱਕੋ ਜਿਹੇ ਤੁਹਾਡੇ ਤੇ ਬਲੈਸ ਕਰ ਰਹੇ ਨੇ। ਜਿਹੜਾ ਦਿਸਦਾ ਜ਼ਰੂਰੀ ਹੈ ਉਹ ਦਿਸਣ ਚ ਆ ਗਿਆ, ਜਿਹੜਾ ਅਣਦਿਸਦੇ ਚ ਆਸਰਾ ਉਹ ਅਣਦਿਸਦੇ ਚ। ਜਿਵੇਂ ਪੰਜਾਬੀ ਭਾਸ਼ਾ ਦੇਖੋ ਕਿੰਨੇ ਟਾਈਮ ਦੇ ਵਿੱਚ ਕਿੰਨਾ ਕੁਝ ਲਿਖਿਆ ਗਿਆ, ਅੱਖਰ ਇਹਦੇ ਦੂਜੇ ਗੁਰੂ ਨੇ ਬਣਾਏ। ਤੇ ਇਹਦੇ ਵਿੱਚ ਤੁਸੀਂ ਗੁਰਬਾਣੀ ਦਾ ਹਿਸਾਬ ਲਾਓ ਕਿ ਦਿਸਦੇ ਚ ਚੀਜ਼ ਨੇ ਕਦੋਂ ਆਉਣਾ, ਅਣਦਿਸਦੇ ਚ ਉਹ ਸਾਬਤ ਉਵੇਂ ਹੀ ਪਈ ਆ, ਉਹਦਾ ਦਿਸਦਾ ਰੂਪ ਅਣਦਿਸਦੇ ਚ, ਜਿਹੜਾ ਉਹ ਦਿਸਦੇ ਚ ਜ਼ਰੂਰ ਆਏ ਜੇ ਉਹਨੇ ਦਿਸਦੇ ਚ ਆਉਣਾ, ਪਰ ਉਹਦੀ ਘੜੀ ਨਿਸ਼ਚਿਤ ਨਹੀਂ ਹੈਗੀ, ਉਹ ਟਾਈਮ ਦੇ ਮੁਤਾਬਕ ਹੀ ਆਏਗਾ। ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਪਾਠ ਕਰਿਆ ਕਰੋ। ਜਿਹੜੀਆਂ ਜੁਝਾਰੂ ਦੀਆਂ ਫੋਟੋਆਂ ਜੁਝਾਰੂਆਂ ਦੀਆਂ ਲਾ ਕੇ ਖਾਲਿਸਤਾਨੀ ਬਣੇ ਹੋਏ ਨੇ, ਗੁਰਬਾਣੀ ਦੀ ਕੋਮਲਤਾ, ਗੁਰਬਾਣੀ ਦਾ ਵਿਜ਼ਨ ਚਾਹੀਦਾ, ਕੋਈ ਗੁੱਸਾ ਨਾ ਕਰੇ। ਵੱਡੇ ਵੱਡੇ ਲੀਡਰ ਵੀ ਨੇ, ਸ਼ਾਇਦ ਜੇ ਸਾਨੂੰ ਟਾਈਮ ਮਿਲਿਆ, ਜੇ ਗੁਰਦੀਪ ਸਿੰਘ ਜੀ ਚਾਹਣਗੇ ਤਾਂ ਅਸੀਂ ਗੱਲ ਕਰਾਂਗੇ, ਨਹੀਂ ਸਾਨੂੰ ਲੋੜ ਵੀ ਨਹੀਂ, ਕਿਉਂਕਿ ਅਸੀਂ ਸਿਆਸੀ ਬੰਦੇ ਨਹੀਂ, ਨਾ ਸਾਡਾ ਇਹਦੇ ਚ ਕੋਈ ਇਸ ਤਰ੍ਹਾਂ ਦੀ ਦਿਲਚਸਪੀ ਹੈ ਕਿ ਅਸੀਂ ਖੁਦ ਉਹਨਾਂ ਤੋਂ ਕੁਝ ਚਾਹੁੰਦੇ ਹੋਈਏ। ਤੇ ਮੈਂ ਹੁਣੇ ਤੁਹਾਡੇ ਨਾਲ ਸੰਗਤ ਤੋਂ, ਗੁਰਦੀਪ ਸਿੰਘ ਜੀ ਤੋਂ ਪ੍ਰਵਾਨਗੀ ਲੈਂਦਿਆਂ ਸ਼ੁਰੂ ਕਰਦਾ। ਇਹ ਸਾਡਾ ਚੌਥਾ ਭਾਗ, ਅਸੀਂ ਵਿੱਚੋਂ ਅੱਡ-ਅੱਡ ਭਾਗ ਕੀਤੇ ਸੀਗੇ। 1 ਵਿਸਾਖ ਸੰਮਤ 1756 ਬਿਕਰਮੀ 1699 ਈਸਵੀ ਜਦੋਂ ਖਾਲਸਾ ਸਾਜਿਆ ਗਿਆ। ਇਹ ਸਾਡੀਆਂ ਇੰਡੀਆ ਦੀਆਂ, ਪੰਜਾਬੀ ਦੀਆਂ ਤਰੀਖਾਂ ਨੇ, ਪੰਜਾਬ ਦੀ ਤੇ ਜਿਹੜੀ ਮਹਾਤਮਾ ਈਸਾ ਦੇ ਨਾਲ ਜੁੜੀ ਹੋਈ ਹੈ ਈਸਵੀ, ਉਹ ਦੋਏ ਤਰੀਕਾਂ ਇਹਦੇ ਵਿੱਚ ਦਿੱਤੀਆਂ ਗਈਆਂ ਨੇ। ਹਰਿੰਦਰ ਸਿੰਘ ਮਹਿਬੂਬ ਨੇ 1 ਵਿਸਾਖ ਸੰਮਤ 1756 ਬਿਕਰਮੀ 1699 ਈਸਵੀ ਦਾ ਅੰਮ੍ਰਿਤ ਵੇਲਾ, ਜਦੋਂ ਖਾਲਸਾ ਸਾਜਣਾ, ਉਹ ਕਿਹੋ ਜਿਹੀ ਘੜੀ ਸੀ। ਅਸੀਂ ਅੰਮ੍ਰਿਤ ਵੀ ਛਕਦੇ ਹਾਂ ਸਾਰੇ,
ਬਹੁਤ ਸਾਰੇ ਜਿੰਨੇ ਵੀ ਹਨ। ਪਰ ਆਪਾਂ ਇਹ ਦੇਖੋ ਕਿ ਗੁਰੂ ਸਾਹਿਬ ਦੇ ਅੰਮ੍ਰਿਤ ਦਾ ਤਾਂ ਕੋਈ ਇਕੱਠ ਹੈ, ਉਹਨੂੰ ਅਸੀਂ ਮਿਥ ਨਹੀਂ ਸਕਦੇ। ਕਵੀ ਵੀ ਹੱਥ ਖੜੇ ਕਰ ਜਾਂਦੇ ਨੇ। ਭਾਈ ਨੰਦ ਲਾਲ ਵੀ ਕਹਿੰਦਾ ਵੀ ਮੈਂ ਨਹੀਂ ਗੁਰੂ ਸਾਹਿਬ ਬਾਰੇ ਸਾਰਾ ਨਹੀਂ ਦੱਸ ਸਕਦਾ, ਨਾਲੇ ਉਹਨਾਂ ਨੇ ਦੇਖਿਆ, ਨਾਲੇ ਐਡਾ ਪੋਇਟ। ਪਰ ਜੀਨੀਅਸ ਬੰਦਾ ਸਾਡੇ ਨਾਲੋਂ ਬਹੁਤ ਅੱਗੇ ਦੱਸਦਾ। ਕਈ ਬੰਦੇ ਕਹਿ ਦਿੰਦੇ ਨੇ ਬਈ ਗੁਰਬਾਣੀ ਜੀ ਬੜੀ ਸਾਦੀ ਆ, ਸਮਝ ਆਉਂਦੀ ਆ, ਇਹ ਤਾਂ ਸਿੱਧੀ ਹੋਈ ਆ, ਤੁਸੀਂ ਉਹਨੂੰ ਔਖੀ ਬਣਾਉਂਦੇ ਹੋ। ਸਿੱਧੀ ਹੈਗੀ ਆ। ਇਬਨ ਅਲ ਅਰਬੀ ਨੇ ਵੀ ਇਹ ਲਿਖਿਆ ਬਈ 60% ਸਾਰਿਆਂ ਨੂੰ ਸਮਝ ਆਉਂਦੀ ਹੈ। ਪਰ ਗੁਰਬਾਣੀ ਤੇ ਜੇ ਤੁਸੀਂ ਗੱਲ ਕਰਨੀ ਆ, ਉਹ ਤੇ ਜੀਨੀਅਸ ਬੰਦੇ, ਐਲੀਟ ਬੰਦੇ ਹੀ ਆਉਂਦੇ ਨੇ, ਉਹੀ ਕਰਦੇ। ਉਹਨਾਂ ਦੀ ਗੱਲ ਹੀ ਕਿਸੇ ਧਰਮ ਨਾਲ ਨਿਆਂ ਕਰਦੀ ਆ। ਸੌਖਾ ਕਹਿ ਕੇ ਕਿਸੇ ਦੀ ਤੁਸੀਂ ਕੀਤੇ ਕੰਮ ਨੂੰ ਸਿੱਟਣਾ ਚਾਹੋ, ਜਿਹੜੀ ਖੰਨਿਓ ਤਿੱਖੀ ਬਾਲੋਂ ਨਿੱਕੀ। ਫਿਰ ਬਾਲੋਂ ਨਿੱਕੀ ਕਿੰਨੀ ਕੁ ਸੌਖੀ ਹੈ ਦੱਸੋ ਤਾਂ ਜਰਾ, ਬਾਲੋਂ ਨਿੱਕੀ ਕੀ ਆ? ਤਾਂ ਗੁਰੂ ਨੇ ਕਿਹਾ ਜਗ ਮੇ ਉੱਤਮ ਕਾਟਿਆ ਬਿਰਲੇ ਕਹੀ ਕੇ। ਫਿਰ ਬਿਰਲੇ ਕਿਉਂ ਕਹੇ ਨੇ? ਉਹ ਬਿਰਲੇ ਤੇ ਜੀਨੀਅਸ ਬੰਦੇ ਹੁੰਦੇ ਨੇ, ਜਾਂ ਉਹਨਾਂ ਦਾ ਪ੍ਰਕਾਸ਼ ਕਰਨ ਵਾਲੇ ਸੰਤ ਲੋਕ ਹੁੰਦੇ ਨੇ। ਉਹ ਤੇ ਬਿਰਲੇ ਹੁੰਦੇ ਨੇ। ਪਿੰਡਰਾਂ ਵਾਲੇ ਸੀ, ਬਿਰਲਾ ਸੀ। ਪਰ ਜਿਹੜੇ ਫੋਟੋਆਂ ਲਾ ਕੇ ਉਹਦੇ ਤੇ ਕਬਜ਼ਾ ਕਰਿਆ ਹੋਇਆ, ਨਾ ਕੋਈ ਅਨੁਭਾਵਾ, ਨਾ ਗਿਆਨ, ਨਾ ਖਾਲਿਸਤਾਨ ਦੇ ਨਾਰੇ ਲਾ ਲਾ ਕੇ ਲੋਕਾਂ ਨੂੰ ਚੇਤਨ ਕੀਤਾ ਹੋਇਆ, 4 ਚੁਫੇਰੇ ਦਹਿਸ਼ਤ ਫੈਲਾਈ ਹੋਈ ਹੈ, ਉਹ ਤੇ ਕੰਮ ਕਰਕੇ ਚਲੇ ਗਏ। ਹੁਣ ਜਿਹੜਾ ਕੰਮ ਕਰਨਾ ਹੈ, ਉਹਦੇ ਤੇ ਹਰਿੰਦਰ ਨੇ ਮਹਾਕਾਵਿ ਲਿਖਿਆ, ਮੈਂ ਵੀ ਉਹਦੇ ਤੇ ਕਿਤਾਬ ਲਿਖੀ ਹੈ, ਤੁਹਾਨੂੰ ਪੜ੍ਹਨੀ ਚਾਹੀਦੀ ਹੈ ਸਾਰਿਆਂ ਨੂੰ, ਮਹਾਕਾਵਿ। ਪਰ ਉਹ ਨਿਰਾ ਇਹੀ ਨਹੀਂ ਹੈਗਾ ਕਿ ਤੁਸੀਂ ਸ਼ਹਾਦਤ ਦੇਣੀ ਹੈ ਜਾਂ ਸਮੇਂ ਦੇ ਮੁਤਾਬਕ। ਸਮਾਂ ਬਦਲਦਾ, ਉਹਦੇ ਚ ਤਾਂ ਐਡੇ ਅਨੁਭਵ ਨੇ ਕਿ ਸ਼ਹਾਦਤ ਦਾ ਸੋਰਸ ਕੀ ਹੈ, ਇਹ ਕਿੱਥੋਂ ਆਈ। ਉਹ ਸ਼ਹਾਦਤ ਤੇ ਤੁਹਾਤੋਂ ਅੱਗੇ ਕੀ ਮੰਗਿਆ? ਪਿੰਡਰਾਂ ਵਾਲੇ ਨੇ ਤੁਹਾਤੋਂ ਕੀ ਮੰਗਿਆ? ਕਿ ਗੁਰਬਾਣੀ ਦੇ ਨਾਲ ਕਨਵਿੰਸ ਕਰ। ਬਾਕੀ ਤਾਂ ਕਿਸਾਨ ਮੋਰਚੇ ਚ ਕਨਵਿੰਸ ਕਰਤਾ ਉਹਨਾਂ ਮਾਵਾਂ, ਧੀਆਂ, ਬੱਚਿਆਂ ਨੇ, ਬਜ਼ੁਰਗਾਂ ਨੇ, ਠੰਡ ਵਿੱਚ ਦੁੱਖ ਸੁੱਖ ਤੋਂ ਉੱਪਰ ਉੱਠ ਕੇ ਗੁਰਬਾਣੀ ਦਾ ਜ਼ਹੂਰ ਕਰਤਾ, ਜਿੱਤ ਦਾ ਜ਼ਹੂਰ ਕਰਤਾ। ਤੁਸੀਂ ਇਹਦੋਂ ਵੱਡਾ ਕੀ ਕਰੋਗੇ? ਇਹਦੋਂ ਵੱਡਾ ਨਹੀਂ ਕਰ ਸਕਦੇ ਅਸੀਂ ਬਹਿ ਕੇ ਇੱਥੇ ਆਪਣੀ ਫੇਸਬੁੱਕਾਂ ਦੇ ਉੱਤੇ। ਉਹਨਾਂ ਨੇ ਤਾਂ ਅਮਲ ਚ ਕੀਤਾ, ਕਰਕੇ ਦਿਖਾਤਾ। ਇਹੀ ਲੋਕ ਕਰਦੇ। ਜਿਹੜਾ ਇਲਮ ਹੈ, ਹੁਣ ਮੈਂ ਤੁਹਾਡੀ ਜੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦਾ, ਉਹ ਮੁਹੰਮਦ ਮੁਸਤਫਾ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਿਹਾ। ਉਹਦੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਕਿਹਾ, ਉਹ ਰਵਿੰਦਰ ਸਿੰਘ ਜੀ ਨੇ ਸਪੀਕਰ ਸੀਗੇ ਪਹਿਲਾਂ ਸਾਡੇ, ਉਹਨਾਂ ਨੇ ਵੀ ਕਿਹਾ। ਥੋੜਾ ਜਿਹਾ ਗੁਰੂ ਮੱਕੇ ਵੀ ਗਿਆ। ਸਾਰੇ ਧਰਮ ਨੇ ਜਿਹੜੇ ਗੁਰੂ ਦੇ ਵਿੱਚ ਗੁਰਬਾਣੀ ਚ ਸਟੈਂਡ ਕਰਦੇ ਨੇ, ਥੋੜਾ ਜਿਹਾ ਪੜ੍ਹਨਾ ਵੀ ਚਾਹੀਦਾ ਕਿ ਅਰਬੀ ਦੇ ਵਿੱਚ ਕੁਰਾਨ ਤੇ ਯਹੂਦੀਆਂ ਦੀ ਜਿਹੜੀ ਓਲਡ ਟੈਸਟਾਮੈਂਟ ਬਾਈਬਲ ਆ, ਉਹਨਾਂ ਨੂੰ ਹੀ ਕਿਤਾਬਾਂ ਕਿਹਾ। ਉਹ ਧਰਮ ਗ੍ਰੰਥ ਨੇ। ਬਾਕੀ ਦੁਨੀਆ ਦੀਆਂ ਜਿਹੜੀਆਂ ਕਿਤਾਬਾਂ ਆਈਆਂ ਨੇ, ਇਹਨਾਂ ਨੂੰ ਮੁਹੰਮਦ ਸਾਹਿਬ ਨੇ ਕਿਹਾ ਕਿ ਜਿਹੜੇ ਬੰਦੇ ਬੇਦੀਨ ਕਰਦੇ ਨੇ, ਤੁਹਾਨੂੰ ਦੀਨ ਨਾਲੋਂ ਤੋੜਦੇ ਨੇ, ਉਹ ਬੰਦਿਆਂ ਦੀਆਂ ਕਿਤਾਬਾਂ ਤੇ ਉਹ ਬੰਦੇ ਨਰਕ ਦੇ ਅੱਗ ਦੀ ਬਾਲਣ ਹੋਣਗੇ। ਸਭ ਤੋਂ ਪਹਿਲਾਂ ਉਹ ਬਾਲਣ ਦੇ ਤੌਰ ਤੇ ਸਿੱਟੇ ਜਾਣਗੇ। ਹੁਣ ਤੁਸੀਂ ਇੱਥੇ ਹੀ ਦੇਖ ਲਓ, ਜਿੰਨੇ 4 ਅੱਖਰ ਪੜ੍ਹੇ ਹੋਏ ਨੇ, ਡਰ ਵੀ ਲੱਗਦਾ। ਮੈਂ ਵੀ ਉਹਨਾਂ ਵਰਗਾ ਹੀ ਹਾਂ, ਮੈਂ ਉਹਨਾਂ ਨਾਲ ਵੀ ਘਟੀ ਹਾਂ, ਕਿਸੇ ਦੀ ਨਿਮਰਤਾ ਹੀ ਨਹੀਂ। ਇੰਨੀ ਹੈਂਕੜ, ਹੌਲੀ ਹੌਲੀ ਹੈਂਕੜ ਚ ਕੱਲੇ ਕੱਲੇ ਘਟੀ ਗਏ, ਸਾਰੇ ਘਟੀ ਗਏ। ਕਿਉਂ? ਕਿਉਂਕਿ ਇਸ ਇਲਮ ਤੋਂ ਬਾਣੀ ਵੀ ਡਰਦੀ ਆ। ਪੜਿਆ ਹੋਵੇ ਗੁਨਾਹਗਾਰ ਕਿਹਾ, ਪਰ ਇੱਕ ਨਹੀਂ ਹੈਗਾ, ਪਤਾ ਨਹੀਂ ਕਿੰਨੀ ਓਮੀ ਆ ਜਿਨ੍ਹਾਂ ਨੇ ਮੋਰਚਾ ਲਾਇਆ। ਜੇ ਪੜੇ ਵੀ ਸੀ, ਉਹਨਾਂ ਨੇ ਓਮੀ ਸਮਝ ਕੇ ਲਾਇਆ। ਹੁੰਦਿਆ ਮਾਣ ਹੋਏ ਨਤਾਨ। ਸੋ ਇਹ ਗੱਲਾਂ ਧਿਆਨ ਵਿੱਚ ਰੱਖ ਕੇ ਕੰਮ ਕਰੋ। ਗੁਰਬਾਣੀ ਦਾ ਅਨੁਭਵ ਹੋਵੇ ਤੁਹਾਡੇ, ਗੁਰੂ ਦੇ ਅਨੁਭਵ ਦੇ ਵਿੱਚੋਂ
ਜਦੋਂ ਬੋਲੋਗੇ ਸਿਆਸਤ ਬਹੁਤ ਤਕੜੀ ਹੋਊਗੀ, ਬਹੁਤ ਜ਼ਿਆਦਾ ਤਕੜੀ ਹੋਊਗੀ। ਬਾਕੀ ਮੈਂ ਥੋੜੀ ਜਿਹੀ ਹੋਰ ਬੇਨਤੀ ਕਰਦਾ, ਭੁੱਲ ਨਾ ਜਾਵਾਂ, ਹਰਿੰਦਰ ਸਿੰਘ ਮਹਿਬੂਬ ਦੁਨੀਆ ਦਾ ਏਡਾ ਵੱਡਾ ਜੀਨੀਅਸ ਆ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਇਹ ਵੀ ਉੱਥੇ ਸੈਕਟਰੀ ਸੀਗੇ, ਉਹਨਾਂ ਦੇ ਕਾਲਜ ਦੇ ਵਿੱਚ ਗੜ੍ਹਦੀਵਾਲ ਉੱਥੋਂ ਆਏ ਨੇ ਧਾਮੀ ਸਾਹਿਬ, ਉਹਨਾਂ ਦੀ ਬੇਟੀ ਆ ਉੱਥੇ ਪੜ੍ਹਾਉਂਦੀ, ਉਹਨੂੰ ਗ੍ਰੇਡ ਤਾਂ ਦੇ ਦਿਓ। ਬਾਕੀ ਪੰਜੋਲੀ ਜੀ ਨੇ ਕਰਨੈਲ ਸਿੰਘ, ਤੁਹਾਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਆ, ਉਹਦੀ ਪੁੱਤਰੀ ਆ, ਉਹ ਉੱਥੇ ਹੀ ਰਹਿੰਦੀ ਆ, ਉੱਥੇ ਹੀ ਕਾਲਜ ਪੜ੍ਹਾਉਂਦੀ ਆ, ਉਹਨੂੰ ਗ੍ਰੇਡ ਕਿਉਂ ਨਹੀਂ ਦਿੱਤਾ ਅਜੇ ਤੱਕ? ਪਹਿਲਾਂ ਉਹ ਢਿੱਲੋਂ ਸੀ, ਉਹ ਜਦੋਂ ਕੋਈ ਹਰਿੰਦਰ ਤੇ ਗੱਲ ਆਇਆ ਕਰੇ ਮੂਹਰੇ ਆ ਜਾ ਕਰੇ, ਝੱਟ ਕੁੜੀ ਨੂੰ ਉਹਨੇ ਖੁੰਝੇ ਲਾਇਆ ਹੋਇਆ ਸੀ। ਜੇ ਉਹਨੂੰ ਕਿਹਾ ਵੀ ਤੂੰ ਇਹਨੂੰ ਪ੍ਰਮੋਸ਼ਨ ਦੇ, ਕਹਿੰਦਾ 152 ਬੰਦੇ ਹੋਰ ਨੇ, ਉਹਨਾਂ ਨੂੰ ਵੀ ਦੇਣੀ ਪਊ ਬਈ ਇਹਦੇ ਕਰਕੇ ਤੂੰ 152 ਦੀ ਵੀ ਪ੍ਰਮੋਸ਼ਨ ਰੋਕੀ ਹੋਈ ਹੈ, ਤੂੰ ਇੰਨਾ ਲੱਗਦਾ ਇਹਦੇ ਨਾਲ? ਇਹ ਬੰਦੇ ਨੇ ਜਿਹੜੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਮਾੜੀ ਮੋਟੀ। ਅੱਡੀਆਂ ਗੱਲਾਂ ਮਾਰ ਦਿਓ, ਮਾਰ ਕਦੇ ਬਾਹਰ ਨੂੰ ਲਿਖਤਾ, ਕਦੇ ਕਿਸੇ ਪਾਸੇ ਨੂੰ ਲਿਖਤਾ। ਜਿਹੜੀ ਥਾਂ ਤੇ ਬੈਠੇ ਹੋ, ਇਹਦੇ ਨਾਲ ਨਿਆਂ ਕਰਨ ਲਈ ਬਹੁਤ ਵੱਡਾ ਅਨੁਭਵ ਚਾਹੀਦਾ, ਬਹੁਤ ਵੱਡਾ ਅਨੁਭਵ। ਬਾਕੀ ਜੋ ਮੁਸਤਫਾ ਸਾਹਿਬ ਨੇ ਕਿਹਾ, ਉਹਨਾਂ ਨੇ ਮਾਫੀ ਮੰਗ ਲਈ, ਉਹਨਾਂ ਨੂੰ ਦੱਸਣਾ ਨਹੀਂ ਸੀ ਆਉਂਦਾ ਕਿਉਂਕਿ ਉਹ ਪੁਲਿਸ 'ਚ ਰਹੇ ਨੇ, ਪਰ ਉਹਨਾਂ ਦੇ ਅੰਦਰ ਸਤਿਕਾਰ ਆ ਜਿਹੜਾ ਕਿਤਾਬ ਦਾ, ਉਹ ਇਸਲਾਮ 'ਚੋਂ ਆਇਆ। ਕੁਰਾਨ ਕਿਤਾਬ ਆ ਰੱਬ ਦੇ ਘਰ ਦੀ। ਖਲੀਫਾ ਉਮਰ ਕਹਿੰਦਾ ਕੁਰਾਨ ਹੀ ਕਿਤਾਬ ਆ, ਬਾਕੀ ਸਭ ਜਾਲ ਦੋ। ਜਦੋਂ ਕੁਰਾਨ ਹੈਗਾ, ਕਹਿੰਦਾ ਤੂੰ ਵੱਡੀ ਕਿਹੜੀ ਚੀਜ਼ ਆ? ਉਹਦਾ ਮਤਲਬ ਸੀ ਕਿ ਜਾਲਣ ਵਾਲੀਆਂ ਚੀਜ਼ਾਂ ਦੀ ਘੋਲ ਨਾ ਕਰਿਓ, ਉਹਨਾਂ ਨੂੰ ਪਿੱਛੇ ਹੀ ਸਿੱਟ ਲੈਣਾ ਚਾਹੀਦਾ। ਇਹ ਨਾ ਹੋਵੇ ਕਿ ਜਿਵੇਂ ਲੈਂਪ 'ਚ ਬੱਤੀ ਚੜਾਈ ਦੀ, ਉਹੀ ਤੁਹਾਡੇ ਅੰਦਰ ਕਲੇਸ਼ ਪੈਦਾ ਕਰੀ ਜਾਵੇ। ਇਹ ਗੱਲਾਂ ਬਹੁਤ ਸੋਚਣ ਵਾਲੀਆਂ, ਇਹ ਤੇ ਇਸਲਾਮ ਨੇ ਸਮਝਾਤੀਆਂ ਸਨ, ਬਹੁਤ ਜ਼ਿਆਦਾ ਸਮਝਾਈਆਂ ਨੇ। ਬਾਕੀ ਹੋਰਾਂ ਨੂੰ ਮੁਸਤਫਾ ਸਾਹਿਬ ਤੇ ਕੋਈ ਗਿਲਾ ਹੋਊਗਾ, ਮੈਂ ਇਹ ਨਹੀਂ ਕਹਿੰਦਾ, ਪਰ ਇਸ ਗੱਲ ਦੇ ਵਿੱਚ ਉਹਨਾਂ ਨੇ ਕਿਤਾਬ ਜਦੋਂ ਕਿਹਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹੱਤਕ ਨਹੀਂ ਕੀਤੀ। ਉਹ ਪਹਿਲਾਂ ਨੌਕਰੀ ਵੇਲੇ ਹੋਰ ਸੀਗੇ, ਇਸ ਵੇਲੇ ਬਹੁਤ ਬਦਲੇ ਹੋਏ ਨੇ। ਮੈਂ ਥੋੜਾ ਜਿਹਾ ਉਹਨਾਂ ਨੂੰ ਜਾਣਦਾ ਵੀ ਹਾਂ, ਬਹੁਤ ਗੱਲਾਂ 'ਚ ਗਲਤ ਵੀ ਹੋ ਸਕਦੇ ਨੇ, ਮੈਂ ਐਡੀ ਜ਼ਿੰਮੇਵਾਰੀ ਨਹੀਂ ਲੈਂਦਾ, ਪਰ ਮੈਂ ਇਸ ਗੱਲ ਤੇ ਸਾਰੀ ਸਿੱਖ ਸੰਗਤ ਨੂੰ ਕਹਿਣਾ ਕਿ ਧਰਮਾਂ ਬਾਰੇ, ਦੂਜਿਆਂ ਧਰਮਾਂ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਕੰਪੈਰੇਟਿਵ ਧਰਮ, ਉਦਾਸੀਆਂ ਵੀ ਕੰਪੈਰੇਟਿਵ ਨੇ, ਉਹਨਾਂ ਨਾਲੋਂ ਟੁੱਟ ਕੇ ਅਸੀਂ ਆਪ ਨਿੱਕੇ ਜਿਹੇ ਖਾਨਿਆਂ 'ਚ ਆ ਕੇ ਐਡੇ ਦਾਅਵੇ ਕਰਦੇ ਹਾਂ। ਸਿਆਸਤੀ ਗਿਆਨ ਬਣ ਗਈ, ਸਿਆਸਤੀ ਛਾ ਗਈ ਹੌਲੀ ਹੌਲੀ, ਕਿ ਸਿਆਸਤੀ ਇੰਨਾ ਰੌਲਾ ਪੈ ਰਿਹਾ, ਇੰਨਾ ਝੂਠ ਕੱਢਿਆ ਜਾ ਰਿਹਾ, ਇੰਨੇ ਬੱਕਰੇ ਬੁਲਾਏ ਜਾ ਰਹੇ, ਇਹਦੇ 'ਚੋਂ ਕੀ ਭਾਲਦੇ ਹਾਂ ਅਸੀਂ? ਇਹਦੇ 'ਚ ਤਾਂ ਉਹ ਸੀਰੀਅਸਨੈਸ ਹੀ ਨਹੀਂ ਜਿਹੜੀ ਤੁਹਾਨੂੰ ਕੁਝ ਦੇ ਦੇਵੇਗੀ, ਜਿਹਦੇ 'ਚੋਂ ਤੁਹਾਡਾ ਕੋਈ ਜੀਵਨ ਸਵਾਰਿਆ ਜਾ ਸਕੇ। ਕੋਈ ਚਿੰਤਾ ਨਹੀਂ, ਬੱਕਰੇ ਬੁਲਾਏ ਜਾ ਰਹੇ ਨੇ, ਬਦਮਾਸ਼ਾਂ ਵਾਂਗੂ ਰੌਲਾ ਪੈ ਰਿਹਾ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਬਹੁਤ ਧਿਆਨ ਨਾਲ ਇਹਨੂੰ ਅੰਮ੍ਰਿਤ ਨੂੰ ਸੁਣੋ, ਆਪ ਦੇ ਵਿੱਚ ਬਹੁਤ ਵੱਡਾ ਗੁਰਬਾਣੀ ਦਾ ਅਨੁਭਵ ਲਿਆਓ, ਪਾਠ ਕਰਿਆ ਕਰੋ। ਪਾਠ ਤੇ ਤੁਸੀਂ ਬਹੁਤ ਕਰਦੇ ਹੋ, ਤੁਹਾਡਾ ਯਕੀਨ ਵੀ ਬਹੁਤ ਵੱਡਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਪਰ ਜਦੋਂ ਗੱਲ ਕਰਨੀ ਹੈ ਯਕੀਨ ਦੇ ਨਾਲ, ਫਿਰ ਤੁਹਾਨੂੰ ਇਹਨਾਂ ਚੀਜ਼ਾਂ ਦੀ ਸਟੱਡੀ ਕਰਨੀ ਪੈਂਦੀ। ਸਾਤੋਂ ਗੱਲ ਨਹੀਂ ਹੁੰਦੀ, ਸਾਨੂੰ ਅੰਦਰ ਪਤਾ ਹੁੰਦਾ ਸਾਰਾ ਕਿ ਇਹ ਗੱਲ ਸਾਡੇ ਮੁਤਾਬਕ ਨਹੀਂ ਕਰ ਰਿਹਾ। ਸੋ ਅਸੀਂ ਹੁਣ ਸ਼ੁਰੂ ਕਰਦੇ ਹਾਂ। ਇੱਕ ਵਿਸਾਖ ਸੰਮਤ 1756 ਬਿਕਰਮੀ 1699 ਈਸਵੀ ਦਾ ਅੰਮ੍ਰਿਤ ਵੇਲਾ। ਇੱਕ ਵਿਸਾਖ ਦਾ ਅੰਮ੍ਰਿਤ ਵੇਲਾ, ਹਰ ਹਰ ਜਾਗਣ ਬੰਦੇ, ਸਾਰੇ ਬੰਦਿਆਂ ਦੇ ਇੱਕ ਵਾਈਬ੍ਰੇਸ਼ਨ ਨਾਲ ਧੜਕਣ ਜਾਗੀ ਹੋਈ ਹੈ। ਇਹ ਧੜਕਣ ਥੋੜੀ ਜਿਹੀ ਕਿਰਕਗਾਰਦ ਨੇ ਸਾਈਕੋਲੋਜਿਸਟ ਨੇ ਲਿਖਿਆ, ਫੀਅਰ ਐਂਡ ਟ੍ਰੈਂਬਲਿੰਗ। ਇੱਕ ਤਾਂ ਹੁੰਦਾ ਡਰ ਮੌਤ ਦਾ, ਇੱਕ ਹੁੰਦਾ ਸੋਹਣੀ ਚੀਜ਼ ਆ ਰਹੀ ਆ ਵੀ ਰੱਬਾ ਸਿਰੇ ਚੜ ਜਾਵੇ। ਇੱਕ ਬਿਊਟੀਫੁਲ ਪੈ ਹੁੰਦਾ, ਜਿਵੇਂ ਮੀਰਾ ਕਹਿੰਦੀ ਹੈ, ਸਖੀ ਰੇ ਮੈਂ तो बादर देख डरी जिनके पी परदेश सिताए पी के बाहर खरी। एक खूबसूरत पै,
ਜਦੋਂ ਖਾਲਸਾ ਸਾਜਣਾ ਸੀ ਉਹਦੇ ਪਿੱਛੇ ਇੱਕ ਮਿਰੇਕਲ ਸੀ, ਗੁਰੂ ਚੁੱਪ ਸੀ। ਉਹ ਚੁੱਪ ਦੇ ਵਿੱਚ ਸਾਰੇ ਦਿਲਾਂ ਦੇ ਅੰਦਰ ਇੱਕ ਸੰਗੀਤਕ ਵਾਈਬ੍ਰੇਸ਼ਨ ਹੋ ਰਹੀ ਹੈ, ਥਰਥਰਾਟ ਹੋ ਰਹੀ ਹੈ। ਉਹ ਬਹੁਤ ਖੂਬਸੂਰਤ ਵੇਲਾ। ਜੇ 5 ਆਏ, ਉਹ 5 ਸਾਰੀ ਸੰਗਤ ਨੇ ਦਿੱਤੇ। ਉਹਦੇ ਵਿੱਚ ਸਾਰਿਆਂ ਦਾ ਅਮਲ ਸ਼ਾਮਿਲ ਸੀ, ਸਾਰਿਆਂ। ਫਿਰ ਉਹ 5 ਸਰੀਰਾਂ ਚ ਆ ਗਿਆ। ਤੁਸੀਂ ਸਾਰੇ ਹੀ 5 ਚ ਸ਼ਾਮਿਲ, ਪਰ ਉੱਥੇ ਜਾਣ ਲਈ ਉਹ ਅਮਲ ਤੱਕ ਜਾਣਾ ਪਵੇਗਾ। ਇਹ ਨਹੀਂ ਕਿ ਕੋਈ ਜਾਇਦਾਦ ਆ ਵੀ ਅਮੀਰ ਦੇ ਬੱਚੇ ਨੂੰ ਮਿਲ ਗਈ, ਇਹ ਤੇ ਉਸੇ ਰਸਤੇ ਚੋਂ ਉਵੇਂ ਹੀ ਲੰਘਣਾ ਪਊ। ਜੇ ਤਤੀ ਤਵੀ ਤੇ ਗੁਰੂ ਬੈਠਿਆ, ਉਸ ਰਾਹ ਤੇ ਜਾਣ ਲਈ ਤਤੀ ਤਵੀ ਵਰਗਾ ਹੀ ਐਕਸਪੀਰੀਅੰਸ ਕਰਨਾ ਪਏਗਾ। ਇਹ ਨਹੀਂ ਕਿ ਫਾਰਮੂਲੇ ਚ ਲੈ ਲਓਗੇ ਤੁਸੀਂ। ਇਸੇ ਕਰਕੇ ਕਿਸਾਨ ਮੋਰਚਾ ਸਫਲ ਹੋ ਗਿਆ। ਫਾਰਮੂਲਾ ਨਹੀਂ ਸੀ, ਤਤੀ ਤਵੀ ਵਰਗਾ ਐਕਸਪੀਰੀਅੰਸ ਹੋਇਆ। ਠੰਡ ਪੈਂਦੀ ਸੀ, ਇੰਨਾ ਧੱਕਾ ਕੀਤਾ ਪੁਲਿਸ ਨੇ, ਕੁੱਟਣ ਤੋਂ ਲਾ, ਇੰਨੇ ਲੰਗਰ ਜਾਲੇ, ਪਰ ਕੰਮ। ਇਹ ਕ੍ਰਿਸ਼ਮਾ ਇੱਕ ਬਹੁਤ ਵੱਡਾ ਇਸ ਧਰਤੀ ਦੇ ਉੱਤੇ, ਬਹੁਤ ਵੱਡਾ ਕ੍ਰਿਸ਼ਮਾ, ਕੋਈ ਮੰਨੇ ਨਾ ਮੰਨੇ। ਇਹ ਕ੍ਰਿਸ਼ਮੇ ਨੇ ਅੱਗੇ ਵਧ ਜਾਣਾ, ਜ਼ੋਰ ਫੜ ਜਾਣਾ, ਕਿਉਂਕਿ ਉਹਨੇ ਸਾਹਮਣੇ ਆ ਗਿਆ। ਇਹਦੇ ਅਮਲ ਨੇ ਅੱਗੇ ਹੀ ਅੱਗੇ ਜਾਣਾ, ਪਿੱਛੇ ਨਹੀਂ ਹਟਦਾ। ਉਹਨੇ ਐ ਤੇ ਕਦੇ ਹੋਇਆ ਹੀ ਨਹੀਂ ਹਿਸਟਰੀ ਚ, ਕਦੇ ਵੀ ਨਹੀਂ ਹੋਇਆ। ਇੱਕ ਵਿਸਾਖ ਦਾ ਅੰਮ੍ਰਿਤ ਵੇਲਾ, ਦੇਖੋ ਕਿੰਨੀ ਸੋਹਣੀ ਘੜੀ ਆ ਇਹ ਧਰਤੀ ਤੇ। ਸਾਡੇ ਭਾਗਾਂ ਚ, ਨਿਭਾਗ ਦੇ ਬੰਦਿਆਂ ਦੇ ਕਿੱਡਾ ਕ੍ਰਿਸ਼ਮਾ ਵਾਪਰ ਗਿਆ। ਇੱਕ ਵਿਸਾਖ ਦਾ ਅੰਮ੍ਰਿਤ ਵੇਲਾ, ਹਰ ਹਰ ਜਾਗਣ ਬੰਦੇ, ਸਾਰੇ ਬੰਦਿਆਂ ਦੇ ਅੰਦਰ ਇੱਕ ਸੰਗੀਤਕ ਵਾਈਬ੍ਰੇਸ਼ਨ ਹੋ ਰਹੀ ਹੈ। ਹਰ ਬੰਦਾ ਚੇਤਨ, ਹੁਕਮ ਦੇ ਵਿੱਚ ਉਹਨੂੰ ਚੇਤਨ ਕੀਤਾ ਗਿਆ। ਚੇਤਨ ਕਰ ਲਈ 9 ਗੁਰੂ ਆਏ। ਕੋਈ ਤਤੀ ਤਵੀ ਤੇ ਬੈਠਾ, ਕਿਸੇ ਨੇ ਸਿਰ ਦਿੱਤਾ, ਗੁਰੂਆਂ ਨੇ, ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ, ਮਾਮਾ ਨੇ ਸ਼ਹਾਦਤਾਂ ਦਿੱਤੀਆਂ। ਦੂਜੇ ਪਾਸੇ ਗੁਰੂਆਂ ਨੇ ਜੰਗਾਂ ਲੜੀਆਂ, ਫਕੀਰੀਆਂ ਦੇ ਵਿੱਚ ਰਹੇ। ਉਹ ਕਿਹੜਾ ਇਮਤਿਹਾਨ ਆ ਜਿਹੜਾ ਪਾਰ ਨਹੀਂ ਕੀਤਾ? ਇਹ ਇਲਾਹੀ ਨੇਮ ਦੇ ਵਿੱਚੋਂ ਸਭ ਕੁਛ ਆਇਆ। ਇਲਾਹੀ ਨੇਮ ਹੀ ਗੁਰੂ ਵਰਤਾ ਰਿਹਾ। ਗੁਰੂ ਕਦੇ ਵੀ ਆਪਣੇ ਆਪ ਦੇ ਸਵੈ ਦੇ ਯਤਨ ਚ ਨਹੀਂ ਹੈਗਾ, ਇਲਾਹੀ ਹੁਕਮ ਦੇ ਵਿੱਚ। ਇਲਾਹੀ ਹੁਕਮ ਵਰਤਾ ਰਿਹਾ, ਗੁਰੂ ਉਸ ਅਮਲ ਦੇ ਵਿੱਚ ਹੈ। ਉਹ ਅਮਲ ਗੁਰੂ ਬਣ ਕੇ ਇਲਾਹੀ ਹੁਕਮ ਨੂੰ ਲਿਆਉਣ ਦੇ ਲਈ ਪੂਰਾ ਗੁਰੂ ਬਣ ਕੇ ਆਇਆ। ਜਿਵੇਂ ਸੁਖਮਣੀ ਸਾਹਿਬ ਚਾਹੁੰਦਾ, ਆਖਰੀ ਜਿਹੜੀ ਅਸ਼ਟਪਦੀ ਆ, ਉਦੋਂ ਪਹਿਲਾਂ ਜਿਹੜਾ ਸ਼ਲੋਕ ਆ, ਉਹਦੇ ਚ ਪੂਰਾ ਹੁੰਦਾ। ਇਹਦਾ ਮਤਲਬ ਹੈ ਪਹਿਲਾਂ ਪੂਰੇ ਨਹੀਂ ਸੀਗੇ, ਹਿੱਸਿਆਂ ਚ ਸੀਗੇ। ਹਿੱਸਿਆਂ ਚ ਜਿਹੜੇ ਸੀ ਉਹਨਾਂ ਨੂੰ ਪੂਰੇ ਚ ਲੈ ਆਂਦਾ ਗੁਰੂ ਨੇ। ਉੱਥੇ ਉੱਥੇ ਹੀ ਲਿਆਂਦਾ, ਉਹਨਾਂ ਥਾਵਾਂ ਤੇ ਹੀ ਲਿਆਂਦਾ। ਇੱਕ ਵਿਸਾਖ ਦਾ ਅੰਮ੍ਰਿਤ ਵੇਲਾ, ਥਰ ਹਰ ਜਾਗਣ ਬੰਦੇ, ਉੱਚਾ ਬਿਰਖ ਰਹਿਮ ਦਾ ਚੂਮੇ, ਹੇਠ ਧਰਤ ਦੇ ਧੰਦੇ। ਉੱਚਾ ਇਸਲਾਮ ਵਿੱਚ ਵੀ ਆਉਂਦਾ, ਲੋਟ ਦਾ ਦਰਖਤ ਜਿਹੜਾ ਸਵਰਗ ਦੇ ਵਿੱਚ ਆ। ਉਹ ਬਿਰਸ਼ ਜਿਹੜਾ ਰੱਬ ਰੂਪ, ਪੈਗੰਬਰ ਰੂਪ ਆ, ਜਿਹੜਾ ਧਰਤੀ ਤੇ ਛਾਂ ਕਰਦਾ, ਮਨੁੱਖਤਾ ਨੂੰ ਪਾਲਦਾ, ਮਨੁੱਖਤਾ ਨੂੰ ਆਸਰਾ ਦਿੰਦਾ। ਇਹ ਰੱਬ ਰੂਪ ਬਿਰਸ਼ ਆ। ਜਿਵੇਂ ਕਰਲਾਉਂਦੇ ਕਾਫਲੇ ਚ ਆ ਹਰਿੰਦਰ ਦਾ, ਜਦੋਂ ਨਾ ਖਾਕ ਪੀਰ ਦੇ ਦਰ ਦੀ ਆਵੇ ਸੁਰਤ ਜਗਾ ਕੇ, ਜਦੋਂ ਪੀਰ ਦੇ ਦਰ ਤੁਹਾਡੀ ਆਤਮਾ ਚ ਠੰਡੇ ਪੈ ਜਾਂਦੇ ਨੇ, ਤੁਹਾਡੇ ਅਮਲ ਉਹਦੇ ਤੱਕ ਪਹੁੰਚਦੇ ਨਹੀਂ, ਤੁਹਾਡੀ ਸੁਰਤ ਨਹੀਂ ਜਗਾਉਂਦੀ, ਫਿਰ ਕੀ ਹੁੰਦਾ? ਜਿਹੜਾ ਉੱਚਾ ਦਰ ਬਾਬੇ ਨਾਨਕ ਦਾ, ਨੂਰ ਅਰਸ਼ ਤੋਂ ਉੱਚਾ ਕੋਈ ਬਿਰਸ਼ ਸਾਹਮਣੇ ਆ ਕੇ, ਫਿਰ ਉਹ ਬਿਰਸ਼ਾਂ ਕੋਲੇ ਹੁੰਦੇ ਨੇ। ਤੁਸੀਂ ਇਹਦੀ ਪੋਇਟਰੀ ਪੜ੍ਹੋ ਕਿ ਬਿਰਸ਼ ਤੁਹਾਡੇ ਤੇ ਬਖਸ਼ਿਸ਼ਾਂ ਕਰਦੇ ਨੇ। ਗੁਰੂ ਨਾਨਕ ਸਾਹਿਬ ਬੜੇ ਬਿਰਸ਼ੀ ਸੀ ਜਿਹਦੀ ਛਾਂ ਨਹੀਂ ਫਿਰੀ, ਕਿਉਂਕਿ ਜਿਹੜਾ ਉਹਦਾ
ਜਿਵੇਂ ਮਾਂ ਦਾ ਸਭ ਤੋਂ ਕੋਮਲ ਰੂਪ ਬੱਚੇ 'ਚ ਹੁੰਦਾ, ਉਹਦੇ ਲਈ ਉਹ ਕੁਰਬਾਨ ਹੋ ਜਾਂਦੀ ਹੈ। ਗੁਰੂ ਬਿਰਛ ਦਾ ਕੋਮਲ ਰੂਪ ਗੁਰੂ 'ਚ ਸੀ, ਵਾਹ, ਉਹਦਾ ਡੈਲੀਕੇਟ ਸੈਲਫ ਗੁਰੂ 'ਚ ਸੀ। ਉਹ ਕਿਵੇਂ ਇੱਧਰ ਉੱਧਰ ਹੋ ਜਾਊਗਾ? ਉਹਦੇ ਲਈ ਨੇਮ ਕੀ ਚੀਜ਼ ਹੈ? ਉਹ ਉੱਥੇ ਛਾਂ ਕਰੀ ਖੜਾ, ਸੱਪ ਵੀ ਛਾਂ ਕਰਦਾ, ਸੱਪ ਦਾ ਵੀ ਡੈਲੀਕੇਟ ਸੈਲਫ ਗੁਰੂ 'ਚ ਹੈ। ਆਪਦੀ ਡੈਲੀਕੇਟ ਚੀਜ਼ ਤੇ ਕੌਣ ਡੰਗ ਮਾਰ ਦੂਗਾ? ਇਹ ਗੱਲਾਂ ਸਧਾਰਨ ਨਹੀਂ ਹੈਗੀਆਂ, ਕਿਸੇ ਹੋਰ ਤੇ ਨਾ ਬਣ ਗਈਆਂ, ਇਹ ਫੈਕਟ ਨੇ, ਅਸਲੀਅਤ ਨੇ। ਐਡਾ ਰਾਏ ਬਲਾਰ ਨਹੀਂ, ਉਹਦੇ ਕੋਲ ਜ਼ਮੀਨ ਸੀ, ਅੱਧੀ ਜ਼ਮੀਨ ਬਾਬੇ ਨਾਨਕ ਦੇ ਨਾਂ ਤੇ ਨਨਕਾਣਾ ਸਾਹਿਬ, 2,35,000 ਕਿੱਲਾ ਏਕੜ, 35,000 ਅੱਧੀ ਜ਼ਮੀਨ ਉਹਨੇ ਨਨਕਾਣਾ ਸਾਹਿਬ ਨੂੰ ਦਿੱਤੀ ਹੋਈ ਹੈ। ਰਾਏ ਬਲਾਰ ਐਡਾ ਅਮੀਰ ਬੰਦਾ ਸੀ। ਗੁਰੂ ਨਾਨਕ ਸਾਹਿਬ ਉਹਦੇ ਪਟਵਾਰੀ ਸੀਗੇ, ਇੰਨੀ ਜ਼ਮੀਨ ਸੀ ਉਹਦੀ। ਨਨਕਾਣਾ ਸਾਹਿਬ ਜਾ ਕੇ ਦੇਖੋ। ਤੇ ਇਹ ਗੱਲਾਂ ਨੇ ਜਿਹੜੀਆਂ, ਬਾਕੀ ਨਨਕਾਣਾ ਸਾਹਿਬ ਦੀ ਗੁਰੂ ਤਾਂ ਉੱਥੋਂ ਪੈਦਾ ਹੋਇਆ। ਜਿਹੜੀ 12ਵਾਂ ਤੁਖਾਰੀ ਆ ਨਾ, ਉਹਦਾ ਪਾਠ ਕਰਕੇ ਦੇਖੋ, ਧਰਤੀ ਹੋਏ ਗੁਰੂ ਨੂੰ ਬਰਾਗ ਦੀ। ਉਹ ਲੋਕ ਸਾਰੇ ਹੀ ਉਹਨੂੰ ਬਰਾਗੇ ਹੋਏ ਸੀ। ਕੋਈ ਕਹਿ ਦਿੰਦਾ ਪਾਕਿਸਤਾਨ 'ਚ ਜਾਓ ਜੀ, ਪਾਕਿਸਤਾਨ 'ਚ ਜਾਵਾਂਗੇ, ਗਏ ਹੋਏ ਆ ਅਸੀਂ, ਤੇ ਸਾਡਾ ਤੇ ਘਰ ਆ ਉੱਥੇ। ਅਸੀਂ ਇਹ ਕੋਈ ਕਿਸੇ ਤੋਂ ਸਿੱਖਿਆ ਤਾਂ ਨਹੀਂ ਲੈਣੀ, ਇਹ ਤਾਂ ਤੁਹਾਡੇ ਅੰਦਰਲਾ ਬੋਲਦਾ ਜ਼ਹਿਰ 'ਚ, ਸਾਡੇ ਅੰਦਰ ਤਾਂ ਹੈ ਨਹੀਂ, ਨਾ ਤੁਹਾਡੇ ਲਈ ਨਾ ਉਹਨਾਂ ਲਈ। ਸਾਨੂੰ ਤਾਂ ਗੁਰੂ ਨੇ ਪਿਆਰ ਹੀ ਪਿਆਰ ਦਿੱਤਾ। ਇੱਕ ਵਿਸਾਖ ਦਾ ਅੰਮ੍ਰਿਤ ਵੇਲਾ, ਹਰ ਹਰ ਜਾਗਣ ਬੰਦੇ, ਉੱਚਾ ਬਿਰਖ ਰਹਿਮ ਦਾ ਝੂਮੇ, ਹੇਠ ਧਰਤ ਦੇ ਧੰਦੇ। ਜਿਹੜਾ ਉੱਚਾ ਧਰਤੀ ਤੇ ਛਾਂ ਕਰਨ ਵਾਲਾ, ਜਿਹੜਾ ਆਦਮ ਦੇ ਵੇਲੇ ਵੀ ਬਾਗ ਦਾ ਜਿਹੜਾ ਰੂਪ ਆ, ਉਹੀ ਹੈ। ਉਹ ਧਰਤੀ ਦੇ ਉੱਤੇ ਉੱਚਾ ਬਿਰਖ ਰਹਿਮ ਦਾ, ਬਖਸ਼ਿਸ਼ ਕਰਨ ਵਾਲਾ, ਤੇ ਹੇਠਾਂ ਲੋਕ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ। ਇੱਕ ਕੰਮ ਹੈ ਗੁਰੂ ਘਰ ਦੀ ਕਿਰਤ ਕਮਾਉਣੀ, ਇੱਕ ਕੰਮ ਹੈ ਜਿਹੜਾ ਗੁਰੂ ਨਾਲੋਂ ਤੋੜਦਾ, ਉਹ ਵੀ ਕੰਮ ਆ। ਜਿਵੇਂ ਉਹਦੀ ਹਰਿੰਦਰ ਦੀ ਹੋਈ ਆ, ਪਿਆਰੇ ਦਾ ਦੇ ਸਿਰੋਲਿਆ ਦੀ ਤੇ ਚਨਾਹ ਦਾ ਵਿੱਚ ਉਮਰ ਦੇ ਕੰਮ। ਚਨਾਹ ਦੀ ਖੂਬਸੂਰਤੀ ਉਹ ਖੋ ਗਈ, ਇੰਨਾ ਬੰਦਾ ਉਮਰ ਦੇ ਕੰਮਾਂ 'ਚ ਲਾਲਚੀ ਹੋ ਗਿਆ, ਇੰਨਾ ਗ੍ਰਸਤ ਨਾਲ ਵੱਜ ਗਿਆ। ਡੂੰਘੇ ਪੈਂਡੇ ਤੁਰ ਗਿਆ ਬੁੱਤ ਹੀਰ ਦਾ ਲੰਮਾ। ਹੀਰ ਜਿਹੜੀ ਦੋਵਾਂ ਪੰਜਾਬਾਂ ਦੇ ਵਿੱਚ ਸਾਂਝੀ ਆ, ਉਹ ਇਸ਼ਕ ਜਿਹੜਾ ਦੂਜੇ ਗੁਰੂ ਨੇ ਕਿਹਾ ਇਹ ਕਨੇਰੀ ਦੋਸਤੀ, ਕਿਉਂਕਿ ਉਹ ਰਾਂਝੇ ਹੀਰ ਦੇ ਇਸ਼ਕ ਤੱਕ ਸੀਮਿਤ ਨਹੀਂ, ਉਹਦੇ ਚੋਂ ਬਾਹਰ ਚੱਲਿਆ ਜਾਂਦਾ। ਜਿਵੇਂ ਸ਼ਾਹ ਹੁਸੈਨ ਦੀਆਂ ਕਾਫੀਆਂ ਨਿੱਕੇ ਘੇਰਿਆਂ ਚੋਂ ਬਾਹਰ ਨਿਕਲ ਕੇ ਵੱਡੇ ਸੰਕੇਤ ਦਿੰਦੀਆਂ। ਇਹ ਤਾਂ ਸਾਰਿਆਂ ਦੀ ਸਾਂਝੀ ਆ, ਸਾਨੂੰ ਆਪਦੀ ਲੱਗਦੀ ਹੈ, ਉਹਨਾਂ ਨੂੰ ਆਪਦੀ, ਕਿਉਂਕਿ ਰੱਬ ਦੇ ਘਰ ਤੱਕ ਮੰਜ਼ਿਲ ਆਈ ਆਪਣੀ ਤਰ੍ਹਾਂ ਗੁਰੂ ਬਖਸ਼ਿਸ਼ ਦੇ ਨਾਲ ਜੁੜੀ ਹੋਈ ਹੈ। ਉਸ ਬਖਸ਼ਿਸ਼ ਨੂੰ ਇਹ ਸਾਰੇ ਉਡੀਕਦੇ ਸੀ। ਰੋੜਿਆ ਦੀਦ ਚਨਾਹ ਦਾ ਵਿੱਚ ਉਮਰ ਤੇ ਕੰਮਾਂ, ਡੂੰਘੇ ਪੈਂਡੇ ਤੁਰ ਗਿਆ ਬੁੱਤ ਹੀਰ ਦਾ ਲੰਮਾ। ਤੂਣੇ ਹਾਰ ਚਨਾਹ ਦੀਆਂ ਨਾ ਦਿਸਣ ਰੰਨਾ, ਛੱਡਿਆ ਕਾਲੇ ਹਰ ਨੇ ਪੰਜਾਬ ਦਾ ਬੰਨਾ। ਕਹਿੰਦਾ ਉਹ ਸੋਹਣੀ ਵਰਗੀਆਂ, ਸੱਸੀ ਵਰਗੀਆਂ ਉਹ ਕੁੜੀਆਂ ਟੂਣੇ ਹਾਰਨਾ ਸੀ, ਜਿਹੜੀਆਂ ਜਿਨ੍ਹਾਂ ਨੇ ਵੱਡੇ ਵੱਡੇ ਬੰਦੇ ਪੰਜਾਬ 'ਚ ਹੀ ਰੱਖ ਲਏ, ਉਹ ਦਿਸਦਾ ਹੀ ਨਹੀਂ ਹੁਣ। ਉਹ ਗੁਰੂਆਂ ਨੂੰ ਲਿਆਉਣ ਵਾਲੀਆਂ ਸਿੱਧਕਵਾਨ ਇਸਤਰੀਆਂ ਸੀ, ਜਿਹੜੀਆਂ ਜਾਂ ਜਿਹੜੇ ਉਹਨਾਂ ਦੇ ਨਾਲ ਉਹ ਆਸ਼ਿਕ ਸੀ ਸੱਚੇ ਸੁੱਚੇ, ਉਹ ਅਲੋਪ ਹੋ ਗਏ ਸਾਡੇ 'ਚ। ਸਾਡੀ ਜ਼ਿੰਦਗੀ ਸੁੰਨ ਹੋ ਗਈ। ਜਿਵੇਂ ਪੂਰਨ ਸਿੰਘ ਕਹਿੰਦਾ, ਵੀਰਾ ਰਾਂਝਿਆ ਆ ਭੈਣੇ ਹੀਰੇ, ਸਾਨੂੰ ਛੱਡ ਨਾ ਜਾਵੋ ਦਿਨ ਤੁਸਾਂ ਅਸੀਂ ਸਖਣੇ, ਖਾਲੀ ਹੋ ਜਾਵਾਂਗੇ। ਕਹਿੰਦਾ ਐ ਕਿਉਂ ਕਿਹਾ? ਖੁੱਲੇ ਕੁੰਡ ਦੇ ਵਿੱਚ ਪੜ ਕੇ ਦੇਖੋ, ਖੁੱਲੇ ਮੈਦਾਨ ਦੇ ਵਿੱਚ। ਇਹ ਪੂਰਨ ਸਿੰਘ ਕਹਿੰਦਾ, ਇਹ ਕੋਈ ਛੋਟੀ ਜੀ ਗੱਲ ਹੈ ਕਿ ਸਖਣੇ ਹੋ ਜਾਣਗੇ? ਜਾਂ ਉਹ ਸਦੀਆਂ ਦੀ ਬੋੜ ਕਿਸ ਵੱਡੀ, ਇਹ ਉਹੀ ਬਿਰਛਾ, ਇਹ ਪੂਰਨ ਸਿੰਘ ਦੀਆਂ ਹੀ ਨੇ। ਉੱਚਾ ਬਿਰਖ ਰਹਿਮ ਦਾ ਝੂਮੇ, ਹੇਠ ਧਰਤ ਦੇ ਧੰਦੇ।
ਥੱਲੇ ਲੋਕ ਧੰਦਿਆਂ 'ਚ ਲੱਗੇ। ਕਿਸੇ ਦੀ ਸੱਚੀ ਸੁੱਚੀ ਕਿਰਤ ਆ, ਕੋਈ ਕਿਰਤ ਵਿੱਚ ਰੁੜਿਆ ਹੋਇਆ, ਕਿਸੇ ਨੂੰ ਫਿਕਰਾਂ ਨੇ ਵੀ ਬੋਝ ਪਾਇਆ, ਕੋਈ ਗੁਰੂ ਦੇ ਆਸਰੇ ਨਾਲ ਕਿਰਤ ਕਰ ਰਿਹਾ, ਦਾਨ ਵੀ ਦੇ ਰਿਹਾ, ਹਰ ਤਰ੍ਹਾਂ ਦੀ ਕਿਰਤ ਹੋ ਰਹੀ ਆ। ਕਿਰਤ ਦਾ ਮੂੰਹ ਕਿੱਧਰ ਨੂੰ ਆ? ਕਿਰਤ ਨੇ ਫਸਟ ਪ੍ਰੈਫਰੈਂਸ ਕਿਹਨੂੰ ਦਿੱਤੀ ਹੋਈ ਹੈ? ਫਸਟ ਪ੍ਰੈਫਰੈਂਸ ਕਿਹੜੀ ਚੀਜ਼ ਨੂੰ ਦਿੰਦੇ? ਤੁਸੀਂ ਵਿਆਹ ਕਰਾਉਣੇ, ਉਹਦੇ ਚ ਵੀ ਫਸਟ ਪ੍ਰੈਫਰੈਂਸ ਤੁਸੀਂ ਕਿਹਨੂੰ ਦਿੱਤੀ ਹੈ? ਉਹਦੀ ਨੌਕਰੀ ਨੂੰ ਦਿੱਤੀ ਹੈ ਕਿ ਕੁੜੀ ਨੂੰ ਦਿੱਤੀ ਹੈ? ਇਹਦਾ ਵੀ ਫਰਕ ਪੈਂਦਾ। ਜਦੋਂ ਤੁਸੀਂ ਬਾਟਾ ਦੇ ਨੰਬਰ ਵਾਂਗੂ ਮਿਣ ਕੇ ਚੀਜ਼ ਲੈ ਰਹੇ ਹੋ, ਫਿਰ ਉਵੇਂ ਪੂਰੀ ਉਤਰਦੀ ਆ। ਉਹੀ ਹੁੰਦਾ ਨਾ, ਕਰਮ ਖੰਡ ਦੀ ਛੋਹ ਦੇ ਨੇੜੇ ਔਰ ਆਨੰਦ ਦੀ ਬਾਸੀ। ਇਹ ਕਰਮ ਖੰਡ ਕੀ ਹੋਇਆ? ਇਹ ਕਰਮ ਇੱਕ ਤਾਂ ਕਹਿੰਦੇ ਜੀ ਕਰਮਾਂ ਦਾ ਚੱਕਰ ਆ, ਉਹ ਵੀ ਠੀਕ ਆ, ਪਰ ਕਰਮ ਇਹ ਬਲੈਸਿੰਗ ਨੇ, ਫਜ਼ਲ। ਇਹ ਬਲੈਸਿੰਗ ਉਨੀ ਹੁੰਦੀ ਹੈ ਜਿੰਨੇ ਗੁਰੂ ਮੁਤਾਬਕ ਕਰਮ ਨੇ। ਤੁਸੀਂ ਜਪਜੀ ਦੇ 26 ਸਫੇ ਨੇ, ਜਿਹੜੀ ਤੀਜੀ ਕਿਤਾਬ ਸ਼ਬਦ ਸੀਗਾ, ਉਹਨੂੰ 1 ਮਹੀਨਾ ਪੜੋ 26 ਸਫਿਆਂ ਨੂੰ, ਤੁਹਾਨੂੰ ਪਤਾ ਲੱਗੇ ਕਿ ਕਰਮ ਕੀ ਹੈ, ਕਿ ਸੱਚ ਕੀ ਹੈ, ਏਕ ਓਂਕਾਰ ਕੀ ਹੈ, ਵਿਗਾਸ ਕੀ ਹੈ, ਇਹ ਚੀਜ਼ਾਂ ਦਾ ਨਿਆਂ ਕੀ ਹੈ, ਦਰਗਾਹ ਕੀ ਹੈ, ਗੁਰਮੁਖ ਕੀ ਹੈ, ਤੁਹਾਨੂੰ ਪਤਾ ਲੱਗੇ ਕਿ ਸਾਡਾ ਤੇ ਕਵੀ ਦਾ ਕੀ ਫਰਕ ਆ। ਕੱਲਾ ਉੱਥੇ ਨਹੀਂ, ਮਹਾਕਾਵ ਚ ਵੀ ਉਹਨੂੰ ਦੱਸਣਾ ਪਿਆ, ਉੱਥੇ ਵੀ ਪੂਰਾ ਨਹੀਂ, ਉੱਥੇ ਸੰਕੇਤਕ ਦੱਸਦਾ, ਤੁਹਾਡਾ ਯਕੀਨ ਹੋ ਜਾਊਗਾ ਕਿ ਕਿੱਡੀ ਵੱਡੀ ਕਰਮ ਘਟਾ, ਕਿ ਬਖਸ਼ਿਸ਼ ਕਿੱਡੀ ਵੱਡੀ ਆ। ਬੰਦਾ ਭੀੜੀ ਜਕੜ ਚੋਂ ਸੁਤੰਤਰ ਹੋ ਜਾਂਦਾ ਜਦੋਂ ਬਖਸ਼ਿਸ਼ ਜਿਹੜੀ ਚੀਜ਼ ਤੇ ਹੁੰਦੀ। ਉਹ ਕਰਮਖੰਡ ਬਲੈਸਿੰਗ ਦਾ ਟਾਈਮ ਆ। ਜਿਵੇਂ ਬੱਦਲ ਨੀਵਾਂ ਹੋ ਜਾਂਦਾ ਬਰਸਣ ਲਈ, ਉਹ ਕਰਮਖੰਡ ਬਲੈਸਿੰਗ ਚ ਨੇੜੇ ਆਇਆ ਹੋਇਆ, ਗੁਰੂ ਦੇ ਨਾਲ ਨਾਲ ਸੰਗਤ ਨੂੰ ਬਲੈਸ ਕਰ ਲਈ ਆਇਆ ਹੋਇਆ। ਕਰਮਖੰਡ ਦੀ ਛੋਹ ਦੇ ਨੇੜੇ ਔਰ ਆਨੰਦ ਦੀ ਬਾਸੀ। ਆਨੰਦਪੁਰ ਦੀ ਜਿਹੜੀ ਹਵਾ ਵਗਦੀ ਸੀ, ਕੌਣ ਹੈਗਾ ਨਾ? ਗੁਰੂ ਪਾਣੀ ਪਿਤਾ। ਹਵਾਵਾਂ ਸਭ ਤੋਂ ਛੇਤੀ ਸੁਨੇਹਾ ਲੈ ਕੇ ਜਾਂਦੀਆਂ, ਇਸਲਾਮ ਚ ਵੀ ਹੈ, ਸਭ ਤੋਂ ਛੇਤੀ ਕਾਸਦ ਦੇ ਤੌਰ ਤੇ। ਇਸੇ ਕਰਕੇ ਰੁੱਤਾਂ ਦੇ ਭੇਦ ਭਰੇ ਖੱਤ ਚੋਂ ਹਵਾਵਾਂ ਹੀ ਨੇ, ਪਾਉਣੇ ਹੀ ਨੇ, ਜਿਹੜੀਆਂ ਸੁਨੇਹੇ ਲੈ ਜਾਂਦੀਆਂ ਨੇ। ਕਰਮਖੰਡ ਦੀ ਛੋਹ ਦੇ ਨੇੜੇ ਪੂਰੇ ਆਨੰਦ ਦੀ ਬਾਸੀ। ਸਾਰਾ ਮਾਹੌਲ ਹੀ ਆਨੰਦਪੁਰ ਸਾਹਿਬ ਦਾ ਗੁਰੂ ਦੀ ਬਖਸ਼ਿਸ਼ ਦੇ ਲਈ। ਜਿਵੇਂ ਦੇਖ ਲਈ ਨਿੱਕੇ ਨਿੱਕੇ ਭੋਲੇ ਬੱਚੇ ਹੱਥਾਂ ਕਰੀ ਪਹਿਲਾਂ ਹੀ ਬੈਠੇ ਹੁੰਦੇ ਨੇ, ਹਰ ਬੰਦੇ ਨੇ ਹੱਥ ਫੈਲਾਏ, ਹਰ ਬੰਦਾ ਬੇਸ਼ੁਮਾਰ ਭੋਲਾ ਉਹਦੇ ਪੂਰੇ ਗੁਰੂ ਮੂਹਰੇ, ਇਨੋਸੈਂਟ। ਉਹਦੀਆਂ ਚਲਾਕੀਆਂ ਚਲੂਕੀਆਂ ਸਭ ਸੁੰਗੜੀਆਂ ਹੋਈਆਂ ਨੇ, ਜੇ ਅੰਦਰ ਵੀ ਬਸਦੀਆਂ ਨੇ, ਕਿਸੇ ਖੁੰਝੇ ਜੇ ਲੱਗੀਆਂ ਹੋਈਆਂ ਨੇ। ਉਹ ਇੰਨੇ ਭੋਲੇਪਨ ਚ ਹਰ ਚੀਜ਼। ਕਰਮਖੰਡ ਦੀ ਛੋਹ ਦੇ ਨੇੜੇ ਪੂਰਾ ਆਨੰਦ ਦੀ ਬਾਸੀ। ਹਵਾਵਾਂ ਝੁਕ ਕੇ ਨੇੜੇ ਆ ਗਈ, ਉਮਲ ਪਏ ਅਜਾਇ ਤਾਰੇ ਪਰ ਸਿਦਕ ਗੁਰਮੁਖਾਂ ਸੰਡੇ। ਕਿਉਂਕਿ ਇਥੋਂ ਗੁਰਮੁਖ ਸਾਜਿਆ ਜਾਣਾ ਪੰਜ ਪਿਆਰੇ, ਉਹ ਬਖਸ਼ਿਸ਼ ਕਰ ਲਈ ਉਮਲ ਸੰਭਾਲਿਆ ਨਾ ਜਾਣਾ, ਕਿ ਉਛਾਲੇ ਖਾਣੇ ਬ੍ਰਹਮੰਡ ਦੇ ਤਾਰਿਆਂ ਵੱਲ ਨੂੰ ਗੁਰਮੁਖ ਦੀ ਬਲੈਸਿੰਗ ਜਾ ਰਹੀ। ਜਿਹੜਾ ਗੁਰਮੁਖ ਸਾਜਿਆ ਜਾਣਾ। ਗੁਰਬਾਣੀ ਪੜੋ, ਗੁਰਮੁਖ ਨਾਲ ਕੋਈ ਮੇਲ ਨਹੀਂ ਕਿਸੇ ਦਾ। ਗੁਰਮੁਖ ਗੁਰੂ ਦਾ ਵੀ ਪਿਆਰਾ, ਗੁਰੂ ਤੋਂ ਅਗਲਾ ਰੂਪ ਆ ਗੁਰੂ ਦਾ। ਗੁਰੂ ਨੂੰ ਸਭ ਤੋਂ ਪਿਆਰਾ ਗੁਰਮੁਖ। ਗੁਰੂ ਗੁਰਮੁਖ ਚ ਬਸਦਾ। ਜਿਵੇਂ ਖਲੀਲ ਜਬਰਾਨ ਕਹਿੰਦਾ, ਜਿਹਨੂੰ ਤੁਸੀਂ ਪਿਆਰ ਕਰਦੇ ਹੋ, ਇਹ ਨਾ ਕਹੋ ਮੇਰੇ ਚ ਬਸਦਾ, ਇਹ ਤਾਂ ਹੰਕਾਰ ਆ, ਮੈਂ ਉਹਦੇ ਚ ਬਸਦਾ। ਗੁਰੂ ਗੁਰਮੁਖ ਚ ਬਸਦਾ। ਇਹ ਗੱਲਾਂ
ਦੇਖ ਉਹਨੇ ਖਲੀਲ ਜਬਰਾਨ ਨੇ ਕਿਹੜੀ ਗੱਲ ਸਮਝਾਈ। ਹੂੰ ਉਹ ਜਦੋਂ ਮੇਰਾ ਖਿਆਲ ਮਿੱਤਰਾ ਇਸਤਰੀ ਬਹੁਤ ਸਿਆਣੀ, ਉਹਨਾਂ 'ਚ ਸਵਾਲ ਕਰਦੇ ਨੇ ਪੈਗੰਬਰ 'ਚ, ਸਾਨੂੰ ਕਾਨੂੰਨ ਦੀ ਗੱਲ ਸੁਣਾ, ਧਰਮ ਦੀ ਗੱਲ ਸੁਣਾ, ਨਿਆਂ ਦੀ ਗੱਲ ਸੁਣਾ, ਬੱਚਿਆਂ ਬਾਰੇ ਦੱਸ, ਤੇ ਖਾਣ ਪੀਣ ਬਾਰੇ ਦੱਸ। ਉਹ ਜਦੋਂ ਸਵਾਲ ਜਵਾਬ ਦਿੰਦਾ ਹੈ, ਉਹ ਬਾਅਦ ਚ ਸਾਰੇ ਉਹਨੂੰ ਬੋਲ ਮਿੱਤਰਾ ਕਹਿੰਦੀ ਬਈ ਤੁਹਾਡੀ ਬਹੁਤ ਮਿਹਰਬਾਨੀ, ਇੰਨੀਆਂ ਸੋਹਣੀਆਂ ਗੱਲਾਂ ਸੁਣਾਈ। ਉਹ ਕਹਿੰਦਾ ਮੈਂ ਵੀ ਤੁਹਾਡੇ ਨਾਲ ਹੀ ਸੁਣਦਾ ਸੀ। ਇਹਦਾ ਮਤਲਬ ਆ ਉਹ ਕਿਤੋਂ ਉੱਥੋਂ ਬੋਲਦਾ ਸੀ, ਜਿਹੜਾ ਜੋ ਕੁਝ ਆ ਰਿਹਾ ਸੀ ਉਹ ਦੁਨੀਆ 'ਚ ਬੈਠਾ ਆਪ ਵੀ ਉਹਨੂੰ ਸੁਣ ਰਿਹਾ ਸੀ। ਉਹ ਤੋਂ ਦੂਰ ਦੀ ਗੱਲ ਸੀ। ਗੁਰੂ ਵੀ ਆਈ, ਗੁਰੂ ਵੀ ਹੈ। ਜਦੋਂ ਗੁਰੂ ਨੂੰ ਗੁਰੂ ਕਹਿੰਦਾ ਉਦੋਂ ਕਿਤੇ ਗੁਰੂ ਬਾਹਰ ਵੀ ਆ, ਉਹ ਤੋਂ ਉੱਪਰ ਵੀ ਗੁਰੂ ਬੈਠਾ। ਇਹ ਗੱਲਾਂ ਬਹੁਤ ਬਰੀਕ ਤੇ ਸਮਝਣ ਵਾਲੀ, ਮੈਂ ਇਹਨਾਂ ਨਹੀਂ ਸਮਝਾ ਸਕਦਾ, ਤੁਸੀਂ ਅੱਗੇ ਸਮਝੋ। ਤੁਸੀਂ ਅਗਲੇ ਬੱਚੇ ਹੋ, ਤੁਹਾਨੂੰ ਅਗਲੇ ਖਿਆਲ ਮਿਲੇ ਨੇ, ਅਗਲੀ ਮੱਤ ਮਿਲੀ ਜਾ, ਤੁਸੀਂ ਇਹਨੂੰ ਅੱਗੇ ਤੋਂ ਅੱਗੇ ਲੈ ਜਾਓ। ਕੇਸਗੜ੍ਹ ਦਾ ਉੱਚਾ ਤੰਬੂ ਸੁਭਕ ਰਾਗ ਹੋਟੋ ਹੈ। ਇਹ ਨੀਲਾ ਤੰਬੂ ਸੀ। ਕੇਸਗੜ੍ਹ ਦੇ ਵਿੱਚ ਦਾ ਰੰਗ ਨੀਲਾ ਸੀ। ਜਿਹੜਾ ਦਮਦਮਾ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਲਿਖਾਇਆ, ਅਨੁਭਵ ਉਹ ਤਾਂ ਰੈਵੀਲੇਸ਼ਨ ਚੋਂ ਆਇਆ ਸੀ, ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ, ਤੇ ਉਹ ਸੁਨਹਿਰੀ ਤੰਬੂ ਆ, ਇਹ ਨੀਲਾ ਤੰਬੂ ਆ। ਕੇਸਗੜ੍ਹ ਦਾ ਉੱਚਾ ਤੰਬੂ, ਉੱਚਾ ਕਿਉਂ? ਇੱਕ ਤਾਂ ਉਹ ਵੀ ਚਲੋ ਪਹਾੜੀ ਤੇ ਸੀ, ਰੁਤਬੇ ਚ ਉੱਚਾ। ਉਹ ਨਹੀਂ ਉੱਚਾ ਬਈ ਤੁਸੀਂ ਨਿਸ਼ਾਨ ਸਾਹਿਬ ਆ, ਰੁਤਬਾ ਉੱਚਾ ਉਹਦਾ, ਤੁਸੀਂ ਉਹ 400 ਫੁੱਟ ਉੱਚਾ ਕੋਈ ਕੱਢ ਦੋ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਤੇ ਉੱਚੇ ਚੋਂ ਹੀ ਉੱਚਾ ਆਇਆ। ਉਹਦੇ ਪਿੱਛੇ 10 ਗੁਰੂ ਨੇ, 10 ਗੁਰੂਆਂ ਦੇ ਨਾਲ ਆਪ ਸਾਰੇ ਪੈਗੰਬਰ ਖੜੇ ਨੇ। ਉਹਦੇ ਬ੍ਰਹਮੰਡ ਦਾ ਨਿਸ਼ਾਨ ਸਾਹਿਬ ਆ। ਜਦੋਂ ਕਿਸੇ ਹੋਰ ਧਰਤੀ ਤੇ ਗਿਆ, ਉਹ ਵੀ ਸਿਰ ਝੁਕਾ ਦੇਣਗੇ, ਉਹਨਾਂ ਨੂੰ ਸਵਾਲ ਪੁੱਛਣ ਦੀ ਲੋੜ ਵੀ ਨਹੀਂ ਪੈਣੀ, ਇੱਕਦਮ ਝੁਕ ਜਾਣਾ ਸਿਰ। ਰੱਬੀ ਚੀਜ਼ ਮੂਹਰੇ ਤਾਂ ਸਿਰ ਹੀ ਝੁਕਦਾ, ਸਵਾਲ ਥੋੜਾ ਕਰੀ ਤੇ। ਉਹ ਤੇ ਬਲੈਸਿੰਗ ਹੀ ਐਸੀ ਹੁੰਦੀ, ਉਹਦੇ ਚ ਕੋਈ ਐਸੀ ਅਦਾ ਹੁੰਦੀ ਹੈ ਜਿਹੜੀ ਸਾਨੂੰ ਨਿਮਰਤਾ ਚ ਝੁਕਾ ਲੈਂਦੀ। ਇਸ ਕਰਕੇ ਤਾਂ ਸਾਰੇ ਬ੍ਰਹਮੰਡ ਦਾ ਨਿਸ਼ਾਨ ਸਾਹਿਬ, ਸਾਡਾ ਕੱਲਿਆਂ ਦਾ ਨਹੀਂ ਹੈਗਾ। ਜੇ ਅਸੀਂ ਸੋਚ ਲਈਏ, ਪੜ੍ਹ ਕੇ ਸਾਰੀ ਬਾਣੀ ਪੜ੍ਹ ਕੇ ਦੇਖੋ, ਪੂਰਨ ਸਿੰਘ ਦੇਖ ਲਓ, ਹਰਿੰਦਰ ਦੇਖ ਲਓ, ਪਾਠ ਕਰ ਲਓ, ਪਰ ਇਹਨਾਂ ਨੂੰ ਪੜ੍ਹ ਕੇ ਪਾਠ ਜ਼ਿਆਦਾ ਹੋਰ ਸਮਝ ਆਉਂਦਾ। ਦੱਸਣ ਲਈ ਅੰਦਰ ਤੇ ਬਹੁਤ ਪਿਆ, ਮੈਨੂੰ ਪਤਾ ਮਾਮਾ ਦੇ ਅੰਦਰ ਬੜੇ ਵੱਡੇ ਵੱਡੇ ਸਿੱਧਕ ਨੇ, ਨਾ ਪਾਠ ਕਰਦੀਆਂ ਨੇ, ਬਹੁਤ ਸਿੱਧਕ ਪਏ ਨੇ ਉਹਨਾਂ ਚ। ਉਹ ਕੁਛ ਵੀ ਕਰ ਸਕਦੀਆਂ ਨੇ, ਬੰਦੇ ਨੂੰ ਤਬਾਹ ਵੀ ਕਰ ਸਕਦੀਆਂ ਨੇ ਜੇ ਬਦਦੁਆ ਦੇ ਦੇਣ, ਪਰ ਦਿੰਦੀਆਂ ਨਹੀਂ ਛੇਤੀ। ਉਹ ਦੁਸ਼ਮਣਾਂ ਨੂੰ ਵੀ ਨਹੀਂ ਦਿੰਦੀਆਂ। ਜਿਹੜਾ ਬੰਦਾ ਪਾਠ ਕਰਦਾ ਉਹ ਬਹੁਤ ਨਿਮਰਤਾ ਹੁੰਦੀ ਹੈ, ਬਹੁਤ ਜ਼ਿਆਦਾ ਸਹਿਣਸ਼ੀਲਤਾ ਹੁੰਦੀ ਹੈ। ਅਣਡਿੱਠ ਕਰ ਜਾਣਾ, ਭੁੱਲ ਜਾਣਾ। ਕੇਸਗੜ੍ਹ ਦਾ ਉੱਚਾ ਤੰਬੂ ਸੁਭਕ ਰਾਗ ਕੋਟੋ ਹੈ। ਸੁਭਕ ਰਾਗ ਕਿਹੜਾ? ਜਿਹੜਾ ਕੀਰਤਨ ਚ ਵੀ ਆ, ਖਾਮੋਸ਼ ਵੀ ਆ, ਸਾਇਲੈਂਟ ਵੀ। ਜਿਵੇਂ ਆ ਕੁਆਰੀਆਂ ਕਰਨੀਆਂ ਹੁੰਦੀਆਂ, ਸਾਇਲੈਂਟ ਮਿਊਜ਼ਿਕ ਹੀ ਹੁੰਦੀਆਂ ਨੇ, ਸਾਇਲੈਂਟ ਮਿਊਜ਼ਿਕ। ਪੂਰਨ ਸਿੰਘ ਨੇ ਲਿਖਿਆ ਸੁਖਮਨੀ ਸਾਹਿਬ ਦੇ ਵਿੱਚ ਬਹੁਤ ਕਮਾਲ ਦਾ, ਕਿ ਸਾਇਲੈਂਟ ਮਿਊਜ਼ਿਕ ਕੀ ਆ। ਜਦੋਂ ਕੁੜੀ ਦਾ ਵਿਆਹ ਹੁੰਦਾ, ਉਹ ਤਾਂ ਥੋੜਾ ਜਿਹਾ ਫਰਕ ਪੈ ਗਿਆ ਸਮਿਆਂ ਦਾ, ਉਦੋਂ ਤੇ ਉਹਨੂੰ ਉਹਦੇ ਸਾਇਲੈਂਟ ਮਿਊਜ਼ਿਕ ਨੂੰ ਚਿਤਰਿਆ ਬਰਾਈਟ ਦੇ, ਬਹੁਤ ਕਮਾਲ। ਕੁਆਰੀ ਹੋਈ ਹੁੰਦੀ ਸੀ ਉਦੋਂ, ਬਹੁਤ ਕਮਾਲ ਸਾਇਲੈਂਟ ਮਿਊਜ਼ਿਕ। ਕੀਟਸ ਚ ਵੀ ਆਉਂਦਾ। ਅੱਜ ਹੀ ਮੈਂ ਉਹਦੀ ਉਹ ਮੇਰਾ ਖਿਆਲ 120, 25 ਜਾਂ 30 ਸਫ਼ਿਆਂ ਦਾ ਮਹਾਕਾਵ ਇੰਡੀਮੀਅਨ ਅੱਜ ਪੂਰਾ ਕੀਤਾ। ਵੀ ਆਉਂਦਾ ਮਿਊਜ਼ਿਕ, ਬਹੁਤ ਕਮਾਲ। ਉਹ ਪੋਇਟ ਆ, ਉਹਨੇ ਪੇਨ ਜਿੱਤੀ ਹੋਈ ਆ, ਉਹ ਦੁੱਖਾਂ ਨੂੰ ਔਰਨਾਮੈਂਟ ਬਣਾ ਦਿੰਦਾ। ਦੁੱਖਦਾਰੂ ਸੁੱਖ ਰੋਗ ਪਿਆ, ਉਹ ਕਵੀ ਆ। ਜਿਹੜਾ ਪੂਰਨ ਸਿੰਘ ਕਹਿੰਦਾ ਕਵੀ ਟੁੱਟ ਟੁੱਟ ਕੇ ਜਾਂਦਾ ਰੱਬ ਦੇ ਦਰ, ਤੇ ਗੁਰੂ ਲਗਾਤਾਰ ਰਹਿੰਦਾ, ਪੈਗੰਬਰ।
पढ़ के देखो, कोई बहुत कमाल, बहुत ही कमाल है। इन्नी छोटी जी उम्र किसी ने समझी भी नहीं कि मैं माड़ा सवार घोड़े की चाल बिगाड़ दिंदा। वो टुटे जे लोचक उन्होंने लिखा, पढ़ के देखो उत्ते की लिखा। केसगढ़ दा उच्चा तंबू सुबक राग को टोहे, भेत गोचर दूर दुराडा, हर पल उस चो लंघे। वो जड़ा तंबू आ, वो सूखम राग आ, जड़ा कीर्तन तो भी उच्ची अवस्था, जड़ा साइलेंट ही पिया, म्यूजिक चाउन तो पहले ही जड़ा ब्लैसिंग कर रहा, वो राग आ जड़ा, वो तंबू आ जड़ा छो रहा। क्यों? क्योंकि राग नूं भी वो ब्लैसिंग चाहिए, भी पंजा पैरां च अपना आप देख रहे। हर चीज मेहरबान होके आई हुई है। पंजां च ब्रह्मंड दा सारा ब्रह्मंड, बेमिसाल चीज हर ब्रह्मंड दी उहदे विच। केसगढ़ दा उच्चा तंबू सुबक राग को टोहे, भेद गोचर दूर दुराडा, हर पल उस चो लंघे। जेड़े भेद जाने बुझे ही नहीं गए, अननोन ने, इनएक्सप्रेसिबल ने, ਇਹਦੇ ਵਿੱਚ ਦੀ ਲੰਘ ਰਹੇ। ਕਿਉਂ? ਕਿਉਂਕਿ ਉਹ ਸਾਡੇ ਲਈ ਇਨਵਿਜ਼ੀਬਲ ਸੀ, ਗੁਰੂ ਲਈ ਨਹੀਂ ਸੀ। ਗੁਰੂ ਨੂੰ ਪਤਾ ਸੀ ਵੀ ਖਾਲਸੇ ਚ ਆ ਕੇ ਵਿਜ਼ੀਬਲ ਬਣ ਜਾਣੇ, ਇਹਦੇ ਚ ਭੇਦ ਹੋ ਜਾਣੇ। ਇਹ ਸਾਰੀਆਂ ਪਹਿਲਾਂ ਅਗੋਚਰ ਸੀ, ਖਾਲਸੇ ਚ ਪੰਜਾਂ ਪਿਆਰਿਆਂ ਚ ਗੋਚਰ ਬਣ ਗਈ। ਉਹਨੂੰ ਦੇਖ ਲਓ, ਉਹਦੇ ਚ ਗੋਚਰ ਆਪਣੀ ਆਪਣੀ ਥਾਂ ਨੇ। ਇਸ ਕਰਕੇ ਪੰਜਾਂ ਪਿਆਰਿਆਂ ਦਾ ਮੈਜਨ ਕਰਨਾ ਬਹੁਤ ਔਖਾ। ਉਸ ਨੇ ਸਰੀਰ ਤੋਂ ਬਾਹਰ, ਜਿਵੇਂ ਗੁਰੂ ਸਰੀਰ ਚ, ਸਰੀਰ ਤੋਂ ਬਾਹਰ, ਉਹਨੂੰ ਇੱਥੇ ਨਹੀਂ ਮਿਥਿਆ ਜਾ ਸਕਦਾ। ਰਾਜ ਗਾਇਬ ਦੇ ਸਭ ਬਸਮਾਦੀ। ਬਸਮਾਦ ਕੀ ਆ? ਉਹ ਅਵਸਥਾ ਜਿਹੜੀ ਰਾਗ ਤੋਂ ਵੱਖ ਕਰਕੇ ਨਹੀਂ ਦੇਖੀ ਜਾ ਸਕਦੀ, ਜਿਹਦੇ ਨਾਲ ਹੀ ਰਾਗ ਜੁੜਿਆ ਹੋਇਆ। ਪੂਰਨ ਸਿੰਘ ਨੂੰ ਵਾਲਟ ਵਿਟਮੈਨ ਪਤਾ ਕਿਉਂ ਵਧੀਆ ਲੱਗਿਆ? ਉਹ ਕਹਿੰਦਾ ਸਿੱਖ ਪੋਇਟ ਆ, ਉਹਦੀ ਹਰ ਕਵਿਤਾ ਸੌਂਗ ਆ, ਜੁੜਦੀ ਹੈ ਨਹੀਂ, ਗਾਈ ਨਹੀਂ ਜਾ ਸਕਦੀ, ਇੱਕ ਵੀ ਕਵਿਤਾ ਨਹੀਂ ਜੁੜਦੀ। ਉਹ ਬਸਮਾਦ ਦੇ ਘਰ ਚ ਗਿਆ ਹੋਇਆ। ਬਸਮਾਦ ਮਿਊਜ਼ਿਕ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਬਸਮਾਦ ਸੌਂਗ ਆ, ਬਸਮਾਦ ਨਾਗੇ ਫਿਰੇ ਜੰਤ, their song. Walt Whitman ਕਹਿੰਦਾ, the names are poems, the name of your beloved is a song. ਤੁਹਾਡੇ ਲਈ ਤਾਂ ਉਹਦਾ ਨਾਂ ਹੀ ਸੌਂਗ ਆ, ਪਰ ਜਿਹੜਾ ਰੱਬ ਦੇ ਘਰ ਦਾ ਸੌਂਗ ਆ, ਜਿਹੜਾ ਬਿਲਵਡ ਦਾ ਵੀ ਸੌਂਗ ਆ, ਸੰਤ ਦਾ ਵੀ ਸੌਂਗ ਆ, ਸ਼ਹੀਦ ਦਾ ਵੀ ਸੌਂਗ ਆ, ਜਿਹੜੇ ਸੌਂਗ ਤੇ ਇੱਕ ਬੰਦਾ ਮੇਰ ਨਹੀਂ ਮਾਰ ਸਕਦਾ ਕਿ ਮੇਰਾ ਹੀ ਆ। ਇਹ ਬਹੁਤ ਵੱਡੀਆਂ ਗੱਲਾਂ ਦੁਨੀਆ ਦੇ ਬੰਦੇ ਸਮਝਾ ਦਿੰਦੇ। ਦੋਸਤੋਵਸਕੀ ਬਹੁਤ ਸਮਝਾਉਂਦਾ, ਬਹੁਤ ਕਮਾਲ ਆ ਡਾਇਰੈਕਟਰ। ਆਈਨਸਟਾਈਨ ਇੰਨੀ ਵਾਰੀ ਦੱਸਿਆ ਮੈਂ, ਚੂਰ ਹੋ ਕੇ ਹੈਗਾ ਬੰਦਾ। ਕਹਿੰਦਾ ਇਹ ਵਿੱਚ ਰਾਈਟਿੰਗ ਦੇ ਵਿੱਚ ਰਾਈਟਰ ਦੇ ਤੌਰ ਤੇ ਕਿ ਮੇਰ ਤੋਂ ਮੁਕਤ ਹੋ ਜਾਓ। ਮੇਰ ਵੀ ਛੋਟੀ ਚੀਜ਼, ਹਾਂ, ਮੇਰ ਨੂੰ ਵੰਡ ਦੋ, ਵੰਡ ਛਕਣਾ, ਨਾਮ ਜਪਣਾ, ਦਾਨ ਕਰਨਾ, ਇਹ ਕੋਈ ਛੋਟੀਆਂ ਜਿਹੀਆਂ ਗੱਲਾਂ ਕਿ ਵੰਡ ਛਕੋ, ਮੇਰ ਤੋਂ ਬਾਹਰ ਕਰ। ਰੋਟੀ ਵੀ ਜਿਹੜੀ ਖਾਂਦੇ ਹੋ ਸਭ ਨੂੰ ਰਲਾ ਕੇ ਖਾਓ, ਭਾਵੇਂ ਇਕੱਲੇ ਹੀ ਖਾ ਰਹੇ, ਉਹਦੇ ਵਿੱਚ ਦੂਜੇ ਵੀ ਖਾ ਰਹੇ। ਇਹ ਨਹੀਂ ਕਿ ਪਾਸਾ ਜੋ ਕਰਕੇ ਆਪ ਹੀ ਖਾ ਲਈ ਕਿ ਕਿਤੇ ਲਵੇ ਕੋਈ। ਉਹ ਰੋਟੀ ਨਹੀਂ ਲੱਗਦੀ ਬੰਦੇ ਨੂੰ, ਜਿੰਨਾ ਮਰਜ਼ੀ ਢਿੱਡ ਭਰ ਲਓ, ਢਿੱਡ ਭਰਨਾ ਹੋਰ ਚੀਜ਼ ਆ, ਆਤਮਾ ਦੀ ਖੁਰਾਕ ਬਣਨੀ ਹੋਰ ਚੀਜ਼ ਆ। ਰਾਜ ਗਾਇਬ ਦੇ ਸਭ ਬਸਮਾਦੀ, ਬਗਲ ਗੀਰ ਸੰਗ ਤੰਬੂ। ਤੰਬੂ ਨੂੰ ਲਿਪਟੇ ਹੋਏ
ਤੰਬੂ ਕਿਹੜਾ ਕੱਪੜੇ ਦਾ ਹੀ ਹੈ? ਐ ਤਾਂ ਫਿਰ ਪੰਜਾਂ ਪੈਰਿਆਂ ਦਾ ਸਰੀਰ ਵੀ ਦੁਨੀਆਦਾਰੀ ਹੈ, ਵੀ ਕੱਪੜਾ ਹੀ ਆ। ਇਹ ਤੇ ਕ੍ਰਿਸ਼ਮਾ ਰੱਬ ਵੱਲੋਂ ਹੀ ਆਇਆ, ਨਾ ਉਹ ਕੱਪੜਾ ਉਹ ਰਿਹਾ ਨਾ ਬਾਕੀ ਚੀਜ਼ਾਂ, ਇਹ ਤੇ ਰੱਬ ਦੇ ਨੇਮ ਚ ਆ ਗਈ। ਜਿਵੇਂ ਤੁਸੀਂ ਦਾਨ ਕਰ ਦਿਓ, ਲੰਗਰ ਰੱਬ ਦੇ ਘਰ ਦਾ ਬਣਦਾ, ਉਹ ਰੱਬ ਦੇ ਘਰ ਦੀ ਰੋਟੀ ਹੁੰਦੀ, ਹੱਥ ਬੰਨ ਕੇ ਲੈਂਦੇ ਅਸੀਂ। ਇਹ ਗੱਲਾਂ ਬਹੁਤ ਗੁਰਬਾਣੀ ਸਾਨੂੰ ਸਮਝਾਉਂਦੀ ਆ, ਬਹੁਤ ਜ਼ਿਆਦਾ। ਰਾਜ ਗੈਬ ਦੇ ਸਭ ਬਸਮਾਦੀ, ਬਗਲ ਗੀਰ ਸੰਗ ਤੰਬੂ। ਸਾਰੇ ਬਸਮਾਦ ਰੂਪ ਹੋਏ। ਬਸਮਾਦ ਗੁਰਬਾਣੀ ਦੀ ਸਭ ਤੋਂ ਉੱਚੀ ਅਵਸਥਾ, ਜਿੱਥੇ ਸੁਰਤ ਤੋਂ ਵੀ ਅਗਲੀ ਅਵਸਥਾ। ਇਹਦੇ ਉੱਤੇ ਪੂਰਨ ਸਿੰਘ ਨੇ ਲਿਖਿਆ ਬਹੁਤ ਸੋਹਣਾ, ਸਪਿਰਿਟ ਆਫ ਦੀ ਸਿੱਖ, ਜਿਹੜਾ ਆਪਣਾ ਮਿਊਜ਼ਿਕ ਆਫ ਦੀ ਸੋਲ ਦੇ ਵਿੱਚ, ਕਿ ਉਹ ਅਵਸਥਾ ਜਿੱਥੇ ਤੁਹਾਨੂੰ ਹਰ ਚੀਜ਼ ਦੀ ਵੱਖਰੀ ਦਿਖਦੀ, ਤੁਹਾਡੇ ਰਿਸ਼ਤੇ ਵੀ ਬਦਲ ਜਾਂਦੇ, ਉਹ ਚੀਜ਼ਾਂ ਦੇਖਦੇ ਹੋ ਜਿਹੜੀਆਂ ਕਦੇ ਵੀ ਨਹੀਂ ਦਿਖੀ। ਪਰ ਉਹ ਮਿਊਜ਼ਿਕ ਆ, ਉਹ ਮਿਊਜ਼ਿਕ ਆ ਨਹੀਂ ਜਿਹੜਾ ਦੁਨੀਆ 'ਚ ਅਸੀਂ ਸਾਜ਼ਾਂ ਗਜ਼ਾਂ 'ਚ ਵਜਾਉਂਦੇ ਹਾਂ। ਇਦੋਂ ਤਾਂ ਬਹੁਤ ਅਗਲਾ ਬਸਮਾਤ ਦਾ ਮਿਊਜ਼ਿਕ ਹੈ। ਉਹ ਤੇ ਇੱਥੇ ਆ ਕੇ ਜਿਵੇਂ ਮੀਂਹ ਬਰਸਦਾ ਅੱਡ ਅੱਡ ਵੰਡਿਆ ਹੋਇਆ, ਜਿਹੜੇ ਜਿਹੜੇ ਅਮਲ ਨੇ ਉਹਦੇ ਉਹਦੇ ਸਾਡੇ ਕੋਲੇ ਰਾਗ ਨੇ। ਪਰ ਬਸਮਾਤ ਦੀ ਅਵਸਥਾ ਬਹੁਤ ਉੱਚੀ ਆ। ਬਸਮਾਤ ਦਾ ਸਿਸਟਮ ਗੁਰਬਾਣੀ 'ਚ, ਇਹ ਸਿਸਟਮ ਹੋਰ ਕਿਤੇ ਹੈਗਾ, ਉਹਨੂੰ ਆਉਂਦਾ ਬਸਮਾਤ। ਥੇ ਸੂਫੀ ਬਸਮਾਦੀ ਨੇ, ਬੁੱਲੇ ਸ਼ਾਹ ਬਸਮਾਤ ਦਾ, ਸਾਰੀ ਪੋਇਟਰੀ ਉਹਦੀ ਬਸਮਾਤ ਦੀ। ਬਾਲਟ ਬਿਟਮੈਨ ਦੀ ਪੋਇਟਰੀ ਵੀ ਬਸਮਾਤ ਦੀ। ਪਰ ਬਾਲਟ ਬਿਟਮੈਨ ਦਾ ਪ੍ਰੋਫਿਟ ਨਹੀਂ ਹੈਗਾ ਕੋਈ, ਇਸ ਕਰਕੇ ਮਗਰੋਂ ਜਾ ਕੇ ਉਹਦੀ ਪੋਇਟਰੀ ਵਿਰਾਨ ਹੋ ਜਾਂਦੀ ਹੈ, ਫਿਰ ਪੋਇਮਾਂ ਦੁਹਰਾਈ ਜਾਂਦਾ, ਉਹ ਆਉਂਦਾ ਨਹੀਂ ਰੰਗ ਫਿਰ, ਕਿਉਂਕਿ ਪੈਗੰਬਰ ਤੋਂ ਬਿਨਾਂ ਬਸਮਾਤ ਸਦੀਵੀ ਨਹੀਂ ਰਹਿੰਦਾ। ਇਸੇ ਕਰਕੇ ਵਰਡਸਵਰਥ ਦੀ ਪੋਇਟਰੀ ਕਮਜ਼ੋਰ ਪੈ ਜਾਂਦੀ ਹੈ, ਉਹ ਵੀ ਕਦੇ ਪਰਿਲੂਡ ਦੁਆਰਾ ਦੁਹਰਾਈ ਜਾਂਦੀ। ਉਹਦਾ ਵੀ ਪੈਗੰਬਰ 'ਚ ਯਕੀਨ ਨਹੀਂ, ਉਹਨੂੰ ਪੈਗੰਬਰ ਦੀ ਬਲੈਸਿੰਗ ਨਹੀਂ। ਹੁਣ ਬਾਲਟ ਬਿਟਮੈਨ ਦੀ ਜਦੋਂ ਡੈਥ ਹੁੰਦੀ ਹੈ, ਉਹਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। ਪੂਰਨ ਸਿੰਘ ਦੀ ਜਦੋਂ ਡੈਥ ਹੋਈ, ਪੋਇਟਰੀ ਲਿਖੀ ਜਾਂਦਾ ਸੀ। ਉਹ ਡਾਕਟਰ ਕਹਿੰਦੇ ਤੂੰ ਪਰਚੀਆਂ ਦੂਰ ਕਰ ਲੋ ਵੀ ਸਿਹਤ ਤੇ ਅਸਰ ਪੈਂਦਾ, ਉਹ ਲਿਖੀ ਜਾਂਦਾ ਸੀ ਮੌਤ 'ਚ। ਰਾਈਮਸ ਉਹਦੇ ਨਾਲ ਹੀ ਗਈਆਂ, ਉਹਦੀ ਨੂੰਹ ਨੇ ਲਿਖਿਆ ਹੋਇਆ ਬਸੰਤ ਕੁਮਾਰੀ ਰਿਮੇਨਡ ਵਿਦ ਹਿਮ। ਦੇਖੋ ਕਿੱਡੀ ਗੱਲ ਕਿ ਮੌਤ ਨੂੰ ਪੋਇਟਰੀ ਬਣਾ ਕੇ ਲੈ ਗਿਆ। ਉਹਦੀ ਪੋਇਟਰੀ ਰੱਬ ਦੇ ਘਰ ਦੀ ਪੋਇਟਰੀ ਹੈ, ਉਹਦੇ ਬਚਨ ਰੱਬ ਦੇ ਘਰ ਦੇ ਬਚਨ। ਕੋਈ ਹੈ ਜਾਂ ਪੋਇਟ ਦੁਨੀਆ 'ਚ ਪੋਇਟਰੀ ਲਿਖਣੀ ਕਿ ਰਾਈਮਸ ਆਉਣ ਤੁਹਾਡੇ ਅੰਦਰ। ਉਹ ਡਾਕਟਰ ਸੀਗਾ ਆਪਣਾ, ਕੀ ਸੀ ਉਹਨਾਂ ਦਾ ਨਾਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ, ਗੁਰਬਚਨ ਸਿੰਘ ਤਾਲਬ। ਤਾਂ ਉਹ ਬੋਲੀ ਜਾਂਦਾ ਹੋਈ, ਜਿੰਨਾ ਜਿੰਨਾ ਪੜ੍ਹੀ ਜਾਂਦੇ ਨੇ। ਮੈਂ ਨਹੀਂ ਸੀਗਾ, ਦਰਸ਼ਨ ਸਿੰਘ ਇੰਗਲਿਸ਼ ਦਾ, ਉਹਨੂੰ ਵੀ ਮੈਂ ਮਿਲਿਆ ਸੀ। ਆਪਦੀ ਅੰਗਰੇਜ਼ੀ ਦਾ ਹੀ ਰੋਪ ਪਾਈ ਜਾਂਦੇ ਨੇ, ਜਿਉਂ ਪੜ੍ਹੀ ਜਾਂਦੇ ਨੇ ਬਦਲੀ ਜਾਂਦੇ ਨੇ। ਫਿਰ ਟ੍ਰਾਂਸਲੇਸ਼ਨ ਦਾ ਸਟਾਈਲ ਵੀ ਉਹ ਤੋਂ ਹੀ ਲਿਆ। ਉਹਦੇ ਦਰਵਾਜ਼ੇ ਖੋਲਦਾ ਜਾਂਦਾ ਸੀ ਵਿਦਵਾਨਾਂ ਦੇ ਵੀ, ਉਹਨਾਂ ਦੀ ਅਕਲ ਦੇ ਦਾਅਵਿਆਂ ਦੇ ਘਰ ਢਾ ਦਿੰਦਾ ਸੀ। ਜਦ ਐਡੀ ਉਹਦੀ ਰਚਨਾ, ਐਡੇ ਸਾਡੇ ਕੋਲ ਰਾਈਟਰ ਪਏ ਨੇ। ਤੇ ਅਸੀਂ ਮੂਰੇ ਭਿੰਡਰਾਂਵਾਲੇ ਦੀ ਲਾ ਕੇ ਖਾਲਿਸਤਾਨ, ਖਾਲਿਸਤਾਨ ਤੁਸੀਂ ਜ਼ੁਬਾਨ ਤੋਂ ਕਹਿੰਦੇ ਹੋ, ਤੁਸੀਂ ਉਹਦੇ ਤੇ ਅੱਧਾ ਘੰਟਾ ਬੋਲ ਕੇ ਦਿਖਾਓ ਤਾਂ ਕਿ ਗੁਰਬਾਣੀ ਦੇ ਮੁਤਾਬਕ ਤੁਸੀਂ ਕਿਵੇਂ ਲਿਆਓਗੇ। ਤੁਸੀਂ ਥ੍ਰੈਟ ਕਰਦੇ ਹੋ, ਅੰਦਰੋਂ ਕੋਈ ਕੰਪਲੈਕਸ ਹੈ ਤੁਹਾਡੇ ਅੰਦਰ, ਜਾਂ ਹਉਮੈ ਆ ਬੇਲੋੜੀ, ਉਹ ਤੇ ਕੰਮ ਕਰ ਗਿਆ। ਉਦੋਂ ਬਾਅਦ ਸ਼ਹੀਦ ਆ ਜਿਹੜਾ, ਤਾਂ ਨਹੀਂ ਕਹਿੰਦਾ ਸ਼ਹੀਦ ਹੀ ਹੋਈ ਜਾਓ, ਥਾਂ ਥਾਂ ਤੇ ਬਦਲਦੀ ਆ, ਥਾਂ ਥਾਂ ਤੇ ਕਾਰਜ ਬਦਲਦੇ ਨੇ। ਮੈਂ ਆ ਸਿਮਰਨਜੀਤ ਸਿੰਘ ਜੀ ਮਾਨ ਨੇ, ਇਹਨਾਂ ਨੇ ਮੈਨੂੰ ਟਿਕਟ ਦਿੱਤਾ ਸੀ, ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀ। ਮੈਂ ਬਹੁਤ ਸਾਲ ਅਮਰਗੜ੍ਹ ਦੇ ਏਰੀਏ ਦੇ ਵਿੱਚ ਇਹਨਾਂ ਨਾਲ ਕੰਮ ਕੀਤਾ। ਆਪ ਹੀ ਗੱਡੀ ਕਰਨੀ, ਥੋੜੀ ਜਿਹੀ ਤਨਖਾਹ ਮਿਲਦੀ ਹੁੰਦੀ, ਆਪ ਹੀ ਮੈਂ ਬੋਲਣਾ, ਸਪੀਕਰ ਕਰਨਾ। ਜਿੰਨੇ ਬੰਦੇ ਸੀ ਸਾਡੀ ਵੋਟ ਉੱਥੇ, ਮੇਰਾ ਖਿਆਲ 650 ਤੇ ਜਾਂ 750 ਤੇ
ਸਾਡਾ ਬੰਦਾ ਹਾਰਿਆ ਸੀਗਾ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ 'ਚ। ਉਹ ਵੀ ਸਾਨੂੰ ਆ ਕਰਨੈਲ ਸਿੰਘ ਹਰਾ ਗਿਆ, ਜਿਹੜਾ ਹੁਣ ਵੀ ਮਾਨ ਸਾਹਿਬ ਦੇ ਨਾਲ। ਤੇ ਉੱਥੇ ਬਾਗੜੀਆਂ ਰੂਪ ਕੌਰ ਸੀ, ਕਾਂਗਰਸ ਦੀ, ਉਹਦੇ ਕੋਠੀ ਚਲਿਆ ਗਿਆ। ਉਹ ਰੌਲਾ ਪੈ ਗਿਆ ਵੀ ਕਾਂਗਰਸ ਨਾਲ ਰਲ ਗਿਆ। ਕਾਂਗਰਸ ਤੇ ਵੋਟਾਂ ਪਾ ਹੀ ਰਹੀ ਸੀ, ਉਹਦੇ ਨਾਲ ਸਾਡੀਆਂ ਵੋਟਾਂ ਟੁੱਟ ਗਈਆਂ। ਪਰ ਮੈਂ ਜਿਹੜੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਉਹ ਇਹ ਆ ਕਿ ਇੱਕ ਤਾਂ ਸਾਡੇ ਨੇੜੇ ਝੁੰਦਾ ਪਿੰਡ ਦੇ ਨੇੜੇ ਸਲਾਰ ਪਿੰਡ, ਉੱਥੇ ਇੱਕ ਹਰਦੇਵ ਸਿੰਘ ਸੀਗਾ, ਉਹ ਪੰਜਾਬੀ ਦੀ MA ਸੀ, ਪੋਇਟਰੀ ਵੀ ਲਿਖਦਾ ਸੀ, ਬੜਾ ਸੱਚਾ ਸੁੱਚਾ ਬੰਦਾ। ਇੱਕ ਮੇਰੇ ਪਿੰਡ ਝੁੰਦਾ ਤੋਂ ਅਵਤਾਰ ਸਿੰਘ ਸੀ, ਉਹ ਬੈਂਕ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ ਸੀ। ਇੱਕ ਮੈਂ ਸੀ। ਅਸੀਂ 3 ਬੰਦੇ ਟਿਕਟ ਨਹੀਂ ਸੀ ਮੰਗਦੇ, ਬਾਕੀ ਸਾਰੇ ਮੰਗਦੇ ਸੀ। ਜਿਹਨੂੰ ਨਹੀਂ ਮਿਲਦਾ ਸੀ ਉਹ ਗਾਲਾਂ ਕੱਢਦਾ ਸੀ, ਜਿਵੇਂ ਹੁਣ ਆ ਕਾਂਗਰਸ ਚ ਹੋਇਆ। ਉਹ ਮੱਕੜ ਵਾਂਗੂ ਜੋ ਖੰਭ ਮੱਚ ਜਾਂਦਾ, ਉਹਦਾ ਟੱਪਦੇ ਹੀ ਜ਼ਿਆਦਾ ਨੇ, ਉਹਦੇ ਨਾਲ ਕੀ ਫਰਕ ਪੈਂਦਾ? ਉਹਨਾਂ ਨਾਲ ਕਿਹੜਾ ਕੋਈ ਵੋਟ ਆ? ਰਾਜ ਗੈਬ ਦੇ ਸਭ ਬਿਸਮਾਦੀ, ਜਿੰਨਾ ਵੀ ਗੁਰਬਾਣੀ ਦੇ ਵਿੱਚ ਅਣਦਿਸਦਾ ਰੂਪ ਆ, ਉਹ ਬਿਸਮਾਦ ਦੇ ਘਰ ਵਿੱਚ ਨੇ, ਬਿਸਮਾਦ ਦੇ ਮੰਡਲ ਵਿੱਚ ਨੇ। ਉਹ ਰਾਗ ਰੂਪ ਨੇ। ਜਿਹੜੀ ਚੀਜ਼ ਵੀ ਉੱਥੋਂ ਹੋਣੀ ਹੈ ਉਹਦੇ ਨਾਲ ਰਾਗ ਆ। ਰਾਗ ਦੀ ਪ੍ਰਧਾਨਤਾ, ਜਿਵੇਂ ਗੁਰਬਾਣੀ ਦੇ ਵਿੱਚ ਸਿਰਲੇਖ ਹੀ ਰਾਗਾਂ ਨੂੰ। ਇਹ ਰਾਗ ਦੇ ਉੱਤੇ ਮੇਰ ਨਹੀਂ ਹੈਗੀ ਕੋਈ, ਅਕਲ ਤੇ ਮੇਰ ਆ। ਅਕਲ ਚ ਭੈ ਆ, ਡਰ ਆ, ਹਉਮ ਆ, ਲਾਲਚ, ਸਵਾਰਥ, ਈਰਖਾ। ਪਰ ਰਾਗ ਜਿਹੜਾ ਤੁਸੀਂ ਗਾਓਗੇ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਗਾਓਗੇ। ਅਕਲ ਤੋਂ ਆਜ਼ਾਦ ਹੋ ਜਾਂਦੀ ਆ ਰਾਗ ਆ ਜਿਹੜਾ। ਐ ਨਹੀਂ ਵੀ ਮਿੱਠੀ ਜੀ ਬਾਤ ਕੱਢ ਲਓਗੇ ਜੇ ਮਾੜੀ ਆ। ਅਕਲ ਚ ਤਾਂ ਬੰਦਾ ਪੋਚਾ ਪਾਚੀ ਮਾਰ ਲੈਂਦਾ। ਇਹ ਪ੍ਰੇਅਰ ਦੇ ਉੱਤੇ ਹੀ ਤੁਹਾਡੇ ਤੇ ਸ਼ਰਤ ਲੱਗੀ ਹੋਈ ਹੈ ਕਿ ਅਕਲ ਤੋਂ ਮੁਕਤ ਹੋ ਗਿਆ। ਹਉਮੈ ਵੱਡਾ ਰੋਗ ਹੈ, ਦਾਰੂ ਪੀ ਸਕਦਾ ਹੈ। ਜਦੋਂ ਇਹ ਰੋਗ ਮਿਟ ਜਾਂਦਾ ਹੈ ਫਿਰ ਰਾਗ ਰੂਪ ਹੋ ਜਾਂਦਾ, ਪ੍ਰਧਾਨਤਾ ਹੋ ਜਾਂਦੀ। ਹਉਮੈ ਬਹੁਤ ਭੈੜੀ ਚੀਜ਼ ਹੈ। ਹਉਮੈ ਸਾਰੇ ਵਿਕਾਰਾਂ ਚੋਂ ਵੱਡਾ ਖਤਰਨਾਕ। ਇੰਨੀ ਜ਼ਿਆਦਾ ਆਦਮੀ ਦੇ ਵਿੱਚ ਇਹਦੇ ਚ ਕਹਾਣੀ ਵੀ ਉਹਦੀ ਮੈਂ ਅੱਗੇ ਵੀ ਦੱਸੀ ਹੈ, ਚੈਖੋਵ ਦੀ, ਦੀ ਮੈਨ ਹੂ ਲਿਵਸ ਇਨ ਦੀ ਸ਼ੈਲ, ਕਿ ਉਹ ਆਪਦੇ ਦੁਆਲੇ ਇੱਕ ਅਕਲ ਦਾ ਬਣਾ ਲੈਂਦਾ ਮਿਆਰ, ਉਹਦੇ ਚੋਂ ਫਿਰ ਥੋੜੀ ਮੈਰਿਟ ਬਣੂਗਾ। ਹਾਲਾਂਕਿ ਉਹਦੀ ਮੈਰਿਟ ਕਿਤੇ ਵੀ ਨਹੀਂ ਪੁੱਗਦੀ, ਪਰ ਪਿੱਛੋਂ ਅੰਦਰੋਂ ਅੰਦਰ ਭਗਾਈ ਜਾਂਦਾ। ਸਾਰੇ ਹੀ ਅਸੀਂ ਇਹਨੇ ਅਸੀਂ ਕਿਸੇ ਨੂੰ ਲਾ ਕੇ ਕਹੀਏ। ਰਾਜ ਗੈਬ ਦੇ ਸਭ ਸਮਾਧੀ, ਬਗਲ ਗੀਰ ਸੰਗ ਤੰਬੂ, ਬੇਈ ਤੋਂ ਪਟਣੇ ਦਾ ਪੈਂਦਾ, ਤੰਦ ਤੰਦ ਨੂੰ ਰੰਗੇ। ਬੇਈ ਨਦੀ ਆ, ਉਹਨੇ ਵੀ ਇਹਦਾ ਟ੍ਰਾਂਸਲੇਸ਼ਨ ਕੀਤਾ ਸੀਗਾ ਅਜਮੇਰ ਸਿੰਘ ਨੇ। ਚਲੋ ਮੈਂ ਉਹਦੇ ਬਾਰੇ ਤਾਂ ਨਹੀਂ ਦੱਸਣਾ ਚਾਹੁੰਦਾ, ਪਰ ਇੱਥੇ ਦੇਖੋ, ਬੇਈ ਤੋਂ ਪਟਣੇ ਦਾ ਪੈਂਦਾ, ਬੇਈ ਤੋਂ ਪਟਣੇ ਤੱਕ ਦਾ ਜੋ ਮਾਰਗ ਆ ਸਾਰਾ ਇੱਕੋ ਅਮਲ ਨਾਲ ਜੁੜਿਆ ਹੋਇਆ। ਬੇਈ ਚ ਇਹ ਵੀ ਆਉਂਦਾ ਕਿ ਤੇਰਾ ਤਾਂ ਸੁਭਾਅ ਨਹੀਂ ਹੈਗਾ ਇਹ, ਤੂੰ ਕਿਉਂ ਗੁਰੂਆਂ ਨੂੰ ਰੋਕ ਰਹੀ ਹੈ, ਕਿਉਂ ਇਹ ਨਹੀਂ ਚੜੀ ਹੋਈ ਹੈ? ਕਿਉਂਕਿ ਹੈਮਲਟ ਦੇ ਵਿੱਚ ਲੇਥ ਦਰਿਆ ਆਉਂਦਾ ਨਰਕ ਦਾ, ਆਪਣੀ ਵੀ ਬੈਤਰਨੀ ਨਦੀ ਆ ਜਿਹੜੀ ਨਰਕ ਦੀ ਨਦੀ ਆ, ਤੇ ਡਾਂਟੇ ਦੇ ਵਿੱਚ 4 ਨੇ ਨਦੀਆਂ ਜਿਹੜੀਆਂ ਬੰਦੇ ਨੂੰ ਖਤਮ ਹੀ ਕਰਦੀਆਂ ਨੇ, ਭੈ ਨਾਲ ਹੀ ਜੁੜੀਆਂ ਹੋਈਆਂ ਨੇ, ਮੌਤ ਨਾਲ। ਪਰ ਬੇਈ ਤੇ ਮੌਤ ਨਾਲ ਨਹੀਂ ਜੁੜੀ ਹੋਈ। ਤਾਂ ਪੋਇਟ ਹਰਿੰਦਰ ਕਹਿੰਦਾ ਕਿ ਤੇਰਾ ਤਾਂ ਸੁਭਾਅ ਨਹੀਂ ਹੈਗਾ। ਸਾਡੀ ਤੇ ਦਰਿਆਵਾਂ ਨਾਲ ਦੋਸਤੀ ਆ ਗੁਰੂਆਂ ਦੀ। ਉਹ ਫਿਰ ਬੇਈਓ ਹੀ ਕਹਿੰਦੀ ਆ ਵੀ ਨਹੀਂ, ਮੈਂ ਵੱਡੇ ਉੱਚੇ ਨੇਮ ਚੋਂ ਹੀ ਵਰਤ ਰਿਹਾ, ਮੇਰੇ ਤੇ ਵੀ ਵਰਤ ਰਿਹਾ, ਹੁਕਮ ਚੋਂ ਹੀ ਵਰਤਾ ਰਹੀ ਹਾਂ, ਮੈਂ ਆਪ ਨਹੀਂ ਕਰ ਰਹੀ। ਕਿ ਹੁਣ ਇਹ ਗੱਲ ਜੇ ਤੁਹਾਨੂੰ ਉਹਨੂੰ ਪੜਿਆ ਨਹੀਂ ਹੋਇਆ, ਫਿਰ ਇਹਦਾ ਆਹੀ ਐਪਕ ਪੜੋ ਜਿਹੜੀ ਕੁਰਕਸ਼ੇਤਰ ਦੀ ਜੰਗ ਲੱਗੀ ਆ, ਉਹਦੇ ਥੱਲੇ ਸਰਸਵਤੀ ਨਦੀ ਵਗ ਰਹੀ ਹੈ, ਅੰਡਰਗਰਾਉਂਡ ਆ, ਉਹਦੀ ਵੀ ਮਿਸਟਰੀ ਚੱਲ ਰਹੀ ਆ ਨਾਲ।
ਜਿਹੜਾ ਲਾਹੀ ਨਗਰ ਦੇ ਪਿੰਡੇ ਗੁਰੂ ਨਾਨਕ 200 ਦਰਿਆ ਉਹਦੇ ਵਿੱਚ, ਇਹ ਨਹੀਂ ਵੀ ਦਰਿਆਵਾਂ ਦੀ ਗਿਣਤੀ ਕਰਤੀ, ਪਰਸਨੈਲਿਟੀ ਆ ਗੁਰਮੁਖ ਨੇ, ਗੁਰਮੁਖਾਂ ਦੇ ਯਾਰ ਨੇ ਦਰਿਆ, ਗੁਰਮੁਖ ਰੂਪ ਦਰਿਆ ਆਏ ਨੇ। ਗੁਰਮੁਖ ਨੂੰ ਤੁਸੀਂ ਇਕੱਲੇ ਗੁਰਮੁਖ ਚ ਨਹੀਂ ਦੇਖ ਸਕਦੇ, ਦਰਿਆਵਾਂ ਚੋਂ ਵੀ ਦੇਖਣਾ ਪਊ, ਪਹਾੜਾਂ ਚੋਂ ਵੀ ਦੇਖਣਾ ਪਊ, ਜਿੱਥੇ ਪਹਾੜ ਡੱਕਿਆ ਗੁਰੂ ਨਾਨਕ ਨੇ। ਧਰਤੀ ਧਰਮਸਾਲ ਦੀਆਂ ਅੱਡ ਅੱਡ ਸ਼ਕਲਾਂ ਚੋਂ, ਬ੍ਰਹਿਮੰਡ ਤੋਂ ਪਾਰ ਆਰਤੀ ਤੱਕ ਤੇ ਮੰਜ਼ਲਾਂ ਤੋਂ ਗੁਰਮੁਖ ਨੂੰ ਦੇਖਿਆ ਜਾ। ਗੁਰਮੁਖ ਦਾ ਐਡਾ ਰੂਪ, ਜਦੋਂ ਗੁਰਬਾਣੀ ਚ ਗੁਰਮੁਖ ਹੁੰਦਾ ਨਾ, ਉਹਦਾ ਪੜ੍ਹ ਕੇ ਦੇਖੋ ਉਹਦਾ ਡਿਫਰੈਂਸ ਕੀ ਹੈ, ਉਹ ਕੀ ਚੀਜ਼ ਹੈ, ਉਹ ਕਿਤੇ ਪਹਿਲਾਂ ਸੀਗਾ। ਇਹ ਗੱਲਾਂ ਜਦੋਂ ਪਾਠ ਕਰਦੇ ਆ ਉਦੋਂ ਇਹ ਦ੍ਰਿਸ਼ਟੀਕੋਣ ਤੋਂ ਪਾਠ ਕਰਿਆ ਕਰੋ। ਪਹਿਲਾਂ ਅੰਮ੍ਰਿਤ ਦੀਆਂ ਸਾਰੀਆਂ ਮੇਰੇ ਕਰਕੇ ਨਾ ਸੁਣਿਓ, ਤੁਹਾਨੂੰ ਆਪਦੀ ਪ੍ਰਾਪਤੀ ਬਹੁਤ ਵੱਡੀ ਹੋਊਗੀ। ਰਿਸਰਚ ਵਾਲੇ ਬੱਚੇ ਆਪਣੀ ਤਰ੍ਹਾਂ ਨਾਲ, ਪਾਠ ਵਾਲੇ ਬੰਦੇ ਆਪਣੀ ਤਰ੍ਹਾਂ ਨਾਲ, ਤੁਹਾਡੀ ਸੋਚ ਹੀ ਬਦਲ ਜੂ, ਅਨੇਕਾਂ ਕਲੇਸ਼ ਖਤਮ ਹੋ ਜਾਣਗੇ, ਹਰ ਬੰਦਾ ਤੁਹਾਡੇ ਨਾਲ ਸਹਿਮਤ ਹੋ ਜਾਊਗਾ, ਨਹੀਂ ਬੋਲ ਸਕਦਾ ਤੁਹਾਡੇ ਖਿਲਾਫ ਜਦੋਂ ਤੁਹਾਡੀ ਗੱਲ ਗੁਰੂ ਦੀ ਗੱਲ ਹੋਏਗੀ। ਬੇਈ ਤੋਂ ਪਟਣੇ ਦਾ ਪੈਂਡਾ ਤੰਦ ਤੰਦ ਨੂੰ ਰੰਗੇ। ਪਟਨਾ ਸਾਹਿਬ ਜਿੱਥੇ ਗੁਰੂ ਸਾਹਿਬ ਪੈਦਾ ਹੋਏ, ਉਹ ਧਰਤੀ ਤੇ ਐਡੇ ਪਾਗਲ ਹੈ, ਜਿਹੜਾ ਬੰਦਾ ਦੇਖਦਾ ਸੀ ਕੋਈ ਉਹਨੂੰ ਕ੍ਰਿਸ਼ਨ ਰੂਪ ਮੰਨ ਲੈਂਦਾ ਸੀ, ਕੋਈ ਉਹਨੂੰ ਆਪਣੇ ਧਰਮ ਦੇ ਵਿੱਚ ਅਵਤਾਰ, ਜਿਵੇਂ ਭੀਖਣ ਸ਼ਾਹ ਕਿੱਥੋਂ ਚੱਲ ਕੇ ਗਿਆ, ਉਹ ਗੁਰੂ ਜਦੋਂ ਰਸਤੇ ਚ ਆਉਂਦਾ, ਉਹ ਜਿਹੜੀ ਸਹਿਜਰੇ ਚੋਂ ਖਾਲਸਾ ਕਿਤਾਬ ਹੈ ਨੀਲੇ ਵਾਲਾ, ਉਹਦੇ ਚ ਵੀ ਪੜ੍ਹ ਕੇ ਦੇਖੋ, ਇਹਦੇ ਚ ਵੀ ਪੜ੍ਹ ਕੇ ਦੇਖੋ, ਸਫ਼ਰ ਕਿਹੋ ਜਿਹਾ, ਕਿਵੇਂ ਚੱਲ ਰਿਹਾ, ਉੱਥੇ ਕਿਵੇਂ ਗੁਰੂ ਰਿਹਾ, ਉਹ ਲੋਕ ਕਿਵੇਂ ਗੁਰੂ ਨੂੰ ਉਧਰ ਗਏ, ਕੀ ਕੁਛ ਉੱਥੋਂ ਚਲਿਆ ਗਿਆ। ਗੁਰੂ ਦੇ ਜਾਣ ਨਾਲ ਗੰਗਾ ਕੀ ਸੀ, ਗੰਗਾ ਨਾਲ ਉਹਨਾਂ ਦਾ ਕੀ ਰਿਲੇਸ਼ਨ ਸੀ, ਉਹ ਤੀਰਾਂ ਨਾਲ ਉੱਥੇ ਕਿਵੇਂ ਖੇਡਦੇ ਸੀ, ਉਹਨਾਂ ਦਾ ਤੀਰਾਂ ਦਾ ਅੰਦਾਜ਼ ਕੀ ਸੀ, ਉਹ ਰੱਬ ਦੇ ਘਰ ਦੇ ਤੀਰ ਸੀ, ਉਹ ਬਲੈਸਿੰਗ ਵਾਲੇ ਤੀਰ ਸੀਗੇ, ਉਹ ਬੱਚਿਆਂ 'ਚ ਵੀ ਖੇਡੇ ਬੱਚਿਆਂ ਵਰਗੇ ਹੋ ਕੇ, ਪਰ ਉਹਨਾਂ ਦੀ ਸ਼ਾਨ ਗੁਰੂ ਸੀ। ਸੋ ਇਹ ਸਫ਼ਰ ਐਡੇ ਲੰਮੇ ਨੇ, ਇੰਨੀਆਂ ਇਹਨਾਂ ਦੀਆਂ ਅਦਾਵਾਂ ਨੇ, ਇਹਦੇ ਵਿੱਚ ਹੀ ਕੁਰੂਕਸ਼ੇਤਰ ਦੀ ਜੰਗ ਹੁੰਦੀ ਹੈ, ਦਰਿਆ ਵੀ ਵਗਦੇ ਨੇ। ਬੇਈ ਤੋਂ ਪਟਣੇ ਦਾ ਪੈਂਡਾ ਤੰਦ ਤੰਦ ਨੂੰ ਰੰਗੇ। ਇੱਕ ਇੱਕ ਜਿਹੜੀ ਤਾਰ ਆ ਸੰਗੀਤ ਦੀ, ਲਾਈਫ ਦੇ ਭੇਦ ਜਿਹਦੇ ਨਾਲ ਮਿਸਟਰੀ ਚ ਜੁੜੀਆਂ ਹੋਈਆਂ ਨੇ, ਉਹਨੂੰ ਨਵੇਂ ਤੋਂ ਨਵਾਂ ਰੰਗ ਦੇ ਰਹੀ ਹੈ, ਰੂਪ, ਹੁਸਨ, ਬਲੈਸਿੰਗ, ਰੂਹਾਨੀਅਤ। ਕਰਮਖੰਡ ਦਾ ਰੁੱਖ ਝੂਮਿਆ ਧਰ ਰੁੱਖਾਂ ਦੇ ਮੱਥੇ। ਕਰਮਖੰਡ ਦਾ ਰੁੱਖ ਹੋਰ ਆ, ਧਰਤੀ ਦੇ ਰੁੱਖਾਂ ਦੇ ਮੱਥੇ ਤੇ ਉਹ ਝੂਮ ਰਿਹਾ, ਇਹਨਾਂ ਰੁੱਖਾਂ ਨੂੰ ਵੀ ਬਲੈਸ ਕਰ ਰਿਹਾ। ਉਹ ਰੁੱਖ ਵੀ ਉਹ ਆ ਜਿਹੜਾ ਇਹਨਾਂ ਨੂੰ ਧਰਮਥਾਲ ਦੇ ਰੂਪ ਦੇ ਵਿੱਚ ਬਲੈਸ ਕਰਦਾ। ਕਰਮਖੰਡ ਦਾ ਰੁੱਖ ਝੂਮਿਆ, ਝੂਮਿਆ ਕਿ ਉਹ ਟਾਈਮ ਆ ਗਿਆ ਉਹਦੇ ਝੂਮਣ ਦਾ, ਉਹ ਰੁੱਤ ਆ ਗਈ ਬਹਾਰ ਦੀ। ਧਰ ਰੁੱਖਾਂ ਦੇ ਮੱਥੇ, ਸਾਰੀ ਧਰਤੀ ਦੇ ਰੁੱਖ ਸੀ ਜਿਹੜੇ, ਉਹਨਾਂ ਦੇ ਮੱਥਿਆਂ ਚੋਂ ਨੂਰ ਪੈਦਾ ਕਰ ਦਿੱਤਾ। ਮੈਂ ਬਾਂਦੀ ਨਜ਼ਰ ਦੇ ਸ਼ਾਹ ਦੀ, ਮੈਨੂੰ ਲੋੜ ਨਾ ਕਿਸੇ ਗਵਾਹ ਦੀ, ਲਾ ਰੁੱਖ ਦੀ ਬਾ ਦਸਾਂ ਦੁੱਖ ਦੀ ਬਾ। ਬਹੁਤ ਕਮਾਲ ਦੀ ਪੋਇਮ ਹੈ ਉਹਦੇ ਵਿੱਚ, ਪਿਆਰੇ ਦੇ ਦੇਸ਼ ਚ। ਉਹ ਇਸ ਤਰ੍ਹਾਂ ਦੀਆਂ ਪੋਇਮਸ ਪੜ੍ਹ ਕੇ ਵੀ ਤੁਹਾਨੂੰ ਬੜਾ ਕੁਝ ਸਮਝ ਆਉਂਦਾ, ਉਹਦੀ ਪੋਇਟਰੀ ਦੇ ਰਾਜ਼ ਕੀ ਨੇ। ਦਰਖਤ ਵੀ ਜਾ ਰਹੇ, ਲਾ ਰੁੱਖ ਵੀ ਬਾ ਦਸਾਂ ਦੁੱਖ ਵੀ ਬਾ। ਕਰਮਖੰਡ ਦਾ ਰੁੱਖ ਝੂਮਿਆ, ਕਰਮਖੰਡ ਬਲੈਸਿੰਗ ਦਾ ਦਰਖਤ ਤੇ ਬਲੈਸਿੰਗ, ਉਹ ਵੱਡੇ ਬਿਰਛ ਤੇ, ਜਿਹੜਾ ਸਾਰੇ ਬਿਰਛਾਂ ਦਾ ਫਾਦਰ, ਜਿਵੇਂ ਸਾਡਾ ਆਦਮ ਫਾਦਰ, ਇਸ ਤਰ੍ਹਾਂ ਕਰਮਖੰਡ ਦਾ ਰੁੱਖ ਝੂਮਿਆ ਧਰ ਰੁੱਖਾਂ ਦੇ ਮੱਥੇ। ਸਿੱਖ ਦਾ ਤਨ ਮਨ ਜਿਮੀ ਰੁਮਕ ਛੋ, ਕੁਝ ਟਹਿ ਕੇ ਕੁਝ ਹੰਭੇ। ਸਿੱਖ ਦਾ ਜਿਹੜਾ ਤਨ ਮਨ ਸਰੀਰ ਆ,
ਜ਼ਿਮੀ ਰੁਮਕ ਛੋ, ਜ਼ਿਮੀ ਦੇ ਵਿੱਚ ਜਿਹੜੀਆਂ ਕਨਸੂਆਂ ਆ ਰਹੀਆਂ ਨੇ, ਥਰ ਥਰਾਟਾਂ ਹੋ ਰਹੀਆਂ, ਉਹਨੂੰ ਛੋ ਕੇ ਕੀ ਕਰਦਾ? ਕੁਝ ਖਿੜਦਾ, ਕੁਝ ਹੰਭੇ। ਹੰਭਦਾ ਕਿਉਂ? ਕਿਉਂਕਿ ਸਾਰਾ ਵਜਨ ਨਹੀਂ ਬੰਦਾ ਚੁੱਕ ਸਕਦਾ। ਬਖਸ਼ਿਸ਼ ਵੱਡੀ ਆ, ਆਮ ਲੋਕਾਂ ਦਾ ਸਰੀਰ ਉਹ ਐਡਾ ਵਜਨ ਨਹੀਂ ਚੁੱਕ ਸਕਦਾ। ਰੂਹਾਨੀਅਤ ਮੂਰੇ ਵੀ ਅਸਮਰੱਥ ਹੋ ਜਾਂਦਾ। ਉਹ ਐਡੀ ਵੱਡੀ ਰੂਹਾਨੀਅਤ। ਉਸ ਜਲਾਲ ਦਾ ਮੈਂ ਨਾ ਹਾਣੀ। ਅੱਗੇ ਦੇਖੋ ਕਿੰਨਾ ਕਮਾਲ। ਇਹਦੇ ਨਾਲ ਹੋਰ ਗੱਲਾਂ ਵੀ ਸਮਝ ਆਉਣਗੀ ਜਿਹੜੀਆਂ ਚੱਲ ਰਹੀਆਂ ਨੇ। ਦੇਖੋ ਪੋਇਟ ਤੁਹਾਨੂੰ ਕਿਵੇਂ ਸਮਝਾਉਂਦਾ, ਕਿਵੇਂ ਤੁਹਾਡਾ ਟੀਚਰ ਆ। ਗੁਰੂ ਦੇ ਘਰ ਚੋਂ ਉਹ ਇਲਮ ਲੈ ਕੇ ਆਇਆ, ਉਹ ਗਿਆਨ ਲੈ ਕੇ ਆਇਆ ਗੁਰੂ ਘਰ ਦਾ, ਜਿਹੜਾ ਤੁਹਾਨੂੰ ਇੱਥੇ ਆਪਾਂ ਗੱਲ ਕਰਦੇ ਆ, ਅੱਗੇ ਕਰਾਂਗੇ। ਮੈਂ ਆ ਦੇਖੋ ਪਹਿਲਾਂ, ਉਸ ਜਲਾਲ ਦਾ ਮੈਂ ਨਾ ਹਾਣੀ, ਨੰਦ ਲਾਲ ਪਿਆ ਕੁੱਕੇ। ਖੁਦ ਉੱਥੇ ਸੀਗਾ। ਉਹ ਕਹਿੰਦਾ ਮੈਂ ਗੁਰੂ ਦੇ ਉਸ ਜਲਾਲ ਦਾ ਬਰਾਬਰ ਦਾ ਨਹੀਂ ਹੈਗਾ। ਨਾ ਉਹ ਪੰਜਾਂ ਪਿਆਰਿਆਂ ਚੋਂ ਹੈ ਜਿਹੜਾ ਉਹ ਬੋਲ ਚੁੱਕਾ। ਮੈਂ ਤਾਂ ਕਲਮ ਰਾਹੀਂ ਉਹ ਕੰਮ ਕਰ ਸਕਦਾ। ਮੈਂ ਚਮਕੌਰ ਦੀ ਗੜੀ ਚੋਂ ਗੁਰੂ ਨੂੰ ਨਿਕਲ ਕੇ ਲੱਭ ਕੇ ਗੁਰੂ ਨੂੰ ਉਸੇ ਤਰ੍ਹਾਂ ਨਹੀਂ ਲੱਭ ਸਕਦਾ। ਮੈਂ ਉਵੇਂ ਸਾਥ ਨਹੀਂ ਦੇ ਸਕਦਾ, ਉਹਦੀ ਗੱਲ ਕਰ ਸਕਦਾ। ਕਵੀ ਦੀ ਸਮਰੱਥਾ, ਲਿਮਿਟੇਸ਼ਨ ਹੱਦ ਜਾਂ ਪਿਆਰਿਆਂ ਦੀ ਹੱਦ ਨਹੀਂ ਹੈ। ਇਹ ਗੱਲ ਇੱਥੇ ਸਮਝਣ ਦੀ ਕੋਸ਼ਿਸ਼ ਕਰ। ਪੰਜ ਪਿਆਰੇ, ਉਹ ਕਹਿੰਦਾ ਮੈਂ ਨਹੀਂ ਚੱਕ ਸਕਦਾ ਬੋਝ। ਉਹਨੂੰ ਪਤਾ ਪੋਇਟ ਆ ਕਿ ਗੁਰੂ ਮੰਗਦਾ ਕੀ ਆ। ਇਹ ਨਹੀਂ ਕਿ ਰਾਮ ਨੇ ਕੜਾ ਪਾ ਕੇ ਬੈਠ ਜਾਂਦਾ। ਉਹਨੂੰ ਰਾਹ ਦਿੱਤੇ ਨੇ, ਉਹਨੂੰ ਪਤਾ ਹੈ ਕਿ ਕੀ ਕੁਝ ਆਉਣਾ ਹੈ। ਇਹਨਾਂ ਸਰੀਰਾਂ ਨੇ ਕੀ ਕੁਝ ਦੇਖਣਾ ਤੇ ਖਿੜਦਿਆਂ ਲੰਘ ਜਾਣਾ। ਉਸ ਜਲਾਲ ਦਾ ਮੈਂ ਨਾ ਹਾਣੀ, ਉਹ ਨੂਰ ਦਾ ਮੈਂ ਨਹੀਂ ਆਣੀ ਹੈਗਾ। ਕਹਿੰਦਾ ਰੱਬ ਦੇ ਪ੍ਰਕਾਸ਼ ਦਾ। ਨੰਦ ਲਾਲ ਪਿਆ ਕੂਕੇ, ਉਹ ਫਰਿਆਦ ਕਰਕੇ ਕਹਿੰਦਾ ਵੇਖ ਬਜਤ ਹੜ। ਉਹ ਜਿਹੜਾ ਬਸਮਾਦ ਬਸਤੀ ਦਾ ਹੜ ਆ, ਜਿਹੜਾ ਧਰਤੀ ਤੇ ਪਹਿਲੀ ਵਾਰੀ ਇਹਨੇ ਜ਼ੋਰ ਲਾਇਆ। ਕਿਉਂਕਿ ਬੰਦਾ ਜਿਵੇਂ ਬਰਾਤ ਤੇ ਜ਼ੋਰ ਲੱਗਿਆ ਹੁੰਦਾ, ਲਾੜਾ ਸੱਜ ਧੱਜ ਕੇ ਹੁੰਦਾ, ਕੁੜੀ ਦਾ ਵੀ ਜ਼ੋਰ ਲੱਗਿਆ ਹੁੰਦਾ। ਧਰਤੀ ਤੇ ਐ ਜ਼ੋਰ ਲੱਗਿਆ ਰੂਹਾਨੀਅਤ ਦੀ ਬਰਾਤ। ਵੇਖ ਬਜਤ ਹੜ ਮੁੱਢ ਕਦੀਮ। ਮੁੱਢ ਕਦੀਮ ਦਾ ਆਦਮ ਦੇ ਵੇਲਿਆਂ ਤੋਂ ਲੈ ਕੇ ਉਹਨੂੰ ਲੱਗਿਆ ਏਡਾ ਹੜ ਨਹੀਂ ਕਦੀ। ਪੋਇਟ ਸੀ, ਉਹਨੂੰ ਦਿਸਦਾ ਪਤਾ ਉਹਨੂੰ ਕਿੱਡੇ ਕਿੱਡੇ ਹੜ ਆਏ ਨੇ। ਫਾਰਸੀ ਦਾ ਏਡਾ ਵਿਦਵਾਨ, ਸੰਸਕ੍ਰਿਤ ਦਾ ਵਿਦਵਾਨ, ਨਾਲੇ ਪੋਇਟ। ਉਹਦੇ ਨਾਲ ਵੱਧ ਕੌਣ ਦੇਖ ਸਕਦਾ ਸੀ? ਪਰ ਗੁਰੂ ਨੂੰ ਖੁਦ ਦੇਖਿਆ। ਭਾਈ ਨੰਦ ਲਾਲ, ਭਾਈ ਗੁਰਦਾਸ ਜੀ ਨੇ ਗੁਰੂ ਦੇਖੇ, ਭਾਈ ਨੰਦ ਲਾਲ 10ਵਾਂ ਗੁਰੂ ਦੇਖਿਆ। ਦੋ ਪੋਇਟ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਦੇਖੇ। ਆਪ ਕਿੱਡੀ ਗਵਾਹੀ। ਵੇਖ ਬਜਤ ਹੜ ਮੁੱਢ ਕਦੀਮੀ। ਸਾਰੇ ਸਮਿਆਂ ਨੂੰ ਨਾਲ ਲੈ ਕੇ ਉਹ ਹੜ ਆਇਆ ਹੋਇਆ ਰੂਹਾਨੀਅਤ ਦਾ, ਜਿਹੜਾ ਬੰਦੇ ਸਮਰੱਥ ਨੇ ਸੰਭਾਲਣ ਤੋਂ। ਪੋਇਟ ਵੀ ਸਮਰੱਥ। ਸੀਸ ਮੇਰਾ ਇੱਕ ਕੰਬੇ, ਕਹਿੰਦਾ ਮੈਂ ਨਹੀਂ ਦੇ ਸਕਦਾ ਸਿਰ, ਡਰਦਾ। ਪੋਇਟ ਦੀ ਇੱਥੇ ਸਮਰੱਥਾ ਦੇਖ। ਪਿਆਰਿਆਂ ਮੂਰੇ ਫੂਲ ਸਿੰਘ ਵੀ ਉਹਦਾ ਨਹੀਂ ਨਾ ਹੈ। ਉਹਨਾਂ ਦੀ ਗੱਲ ਕਰ ਲਈ ਇਹ ਜੀਨੀਅਸ। ਇਹ ਗੱਲਾਂ ਬਹੁਤ ਜ਼ਰੂਰੀ ਸਮਝ। ਇੱਥੇ ਉੱਠ ਕੇ ਲਿਖ ਕੇ ਕਿਤਾਬ ਆਈ ਹੈ ਜੀ। ਹੁਣ ਤਾਂ ਥੋੜਾ ਜਿਹਾ ਇੱਕ ਵਾਰੀ ਰਿਲੀਜ਼ ਕਰਦੇ ਨੇ, ਮੁੜ ਕੇ ਆਪਦਾ ਹੀ ਦਿਲ ਟੁੱਟ ਜਾਂਦਾ ਵੀ ਇਹਨੂੰ ਕਿਹਨੇ ਪੜ੍ਹਨਾ। ਵੀ ਤੁਹਾਡੀਆਂ ਕਿਤਾਬਾਂ ਕੌਣ ਪੜ੍ਹ ਲੂਗਾ? ਇੱਥੇ ਤਾਂ ਐਡੀਆਂ ਕਿਤਾਬਾਂ ਨਹੀਂ ਕੋਈ ਪੜ੍ਹਦਾ। ਹੁਣ ਤਾਂ ਅਕੈਡਮੀ ਵਾਲੇ ਵੀ ਗਿਆਨ ਦੀਆਂ ਕੁੜੀਆਂ ਹੀ ਚਾਹੁੰਦੇ ਨੇ ਨਿੱਕੇ ਨਿੱਕੇ ਲਿਖੋ ਜੀ। ਕਹਿੰਦੇ 5-6 ਸਫ਼ਿਆਂ ਦੇ ਅਸੀਂ ਛਾਪਾਂਗੇ। ਹੁਣ ਗਿਆਨ ਦੀ ਟੈਬਲੇਟ ਕਿਵੇਂ ਬਣੇ? 5 ਸਫ਼ਿਆਂ 'ਚ ਤੁਸੀਂ ਕਿਵੇਂ ਲਿਆ ਦੋਗੇ? ਕੋਈ ਗੱਲ ਵੱਡੀ ਆ ਜਿਹੜੀ ਇੰਨੇ ਛੋਟੇ ਕਾਰ 'ਚ ਸਿਸਟਮ 'ਚ ਨਹੀਂ ਆਉਂਦੀ। ਇੱਕ ਇਹ 'ਚ ਇੰਨੀ ਸਮਰੱਥਾ ਨਹੀਂ ਹੁੰਦੀ। ਅਸੀਂ ਤਾਂ ਲੰਮੀ ਗੱਲ ਕਰਕੇ ਵੀ ਮਸਲਾ ਸਮਝਾ ਸਕਦੇ। ਤੇ ਹੁਣ ਹੌਲੀ ਹੌਲੀ ਬੰਦਾ ਗਿਆਨ ਨੂੰ ਵੀ ਗੋਲੀਆਂ
ਟੈਬਲੇਟ ਸਲਿਪ ਦੇ ਰੂਪ 'ਚ ਹੀ ਭਾਲਦਾ। ਇਹ ਆਦਤ ਬਹੁਤ ਮਾੜੀ ਬਣ ਰਹੀ ਹੈ। ਹਮ, ਪੜ੍ਹਨਾ ਚਾਹੀਦਾ, ਕਿਤਾਬਾਂ ਘਰਾਂ 'ਚ ਚਾਹੀਦੀਆਂ ਨੇ, ਬੱਚੇ ਗੱਲਾਂ ਕਰਦੇ ਨੇ, ਪੋਇਟ ਬਾਰੇ ਜਾਣਕਾਰੀ ਮਿਲਦੀ ਆ, ਗੁਰੂ ਬਾਰੇ। ਜੇ ਘਰ 'ਚ ਚੀਜ਼ ਹੀ ਨਹੀਂ ਕੋਈ, ਫਿਰ ਗੱਲ ਕਿੱਥੋਂ ਹੋਊਗੀ? ਉਸ ਜਲਾਲ ਦਾ ਮੈਂ ਨਾ ਹਾਣੀ, ਨੰਦ ਲਾਲ ਪਿਆ ਕੂਕੇ, ਹਮ, ਵੇਖ ਪੰਜਤ ਹੜ ਮੁੱਢਕ ਦੀਵੀ। ਉਹ ਜੋੜ ਦਾ ਮੁੱਢਕ ਦੀਵੀ ਹੜ ਆਇਆ ਹੋਇਆ, ਕਿਉਂਕਿ ਗੁਰੂ ਬਚਤ ਦਾ ਹੜ ਲਿਆਉਣ ਲਈ 4 ਉਦਾਸੀਆਂ 'ਚ ਗਿਆ। ਹਮ, ਤੇ ਮੈਂ ਇਹ ਸਾਰਾ ਕੁਝ ਪੰਜਾਂ ਤੇਰਿਆਂ 'ਚ ਲੈ ਜਾ, ਉਹਨਾਂ 'ਚ ਬਲੈਸਿੰਗ ਕਰ ਦੇਣਾ। ਮੈਂ ਸਰੀਰ 'ਚ ਲੈ ਗੁਰਮੁਖ 'ਚ ਲੈ, ਨਾ ਉਹਨੇ ਕਸਰ ਛੱਡੀ। ਸ਼ਾਇਦ ਦੀ ਮੱਖੀ ਵੀ ਇੰਨੀ ਮਿਹਨਤ ਨਹੀਂ ਕਰਦੀ, ਉਹ ਵੀ ਨੇੜੇ ਨੇੜੇ ਹੀ ਰਹਿੰਦੀ ਹੈ ਜਿੱਥੇ ਫੁੱਲ ਹੁੰਦੇ ਨੇ। ਹਮ, ਤਾਂ ਬਿਰਾਨੀਆਂ 'ਚੋਂ ਵੀ ਲੰਘਿਆ, ਕਿਥੋਂ ਦੀ ਨਹੀਂ ਲੰਘਿਆ। ਇਹ ਉਹ ਸ਼ਾਇਦ ਅੱਜ ਜਿਹੜਾ ਸ਼ਾਇਦ ਦੀ ਮੱਖੀ ਤੋਂ ਵੀ ਅਗਲਾ ਹਮ, ਨੇ ਗੁਰੂ ਨਾਨਕ ਨੇ ਹੀ ਇਕੱਠਾ ਕੀਤਾ। ਹਮ, ਸਾਰੇ ਧਰਮਾਂ ਦਾ ਸ਼ਾਇਦ ਲੈ ਕੇ। ਉਦਾਸੀਆਂ ਬਹੁਤ ਵੱਡੀਆਂ ਨੇ, ਬਹੁਤ ਇਹਨਾਂ ਦੇ ਅਰਥ ਵੱਡੇ, ਬਹੁਤ ਵੱਡੇ ਅਰਥ, ਜਿਹਨਾਂ ਨੂੰ ਗੁਰੂ ਦੇ ਨਾਲ ਹੀ ਲਾ ਕੇ ਦੇਖੋ। ਗੁਰੂ ਤੋਂ ਹਟ ਕਰਕੇ ਅਸੀਂ ਆਪਦੀ ਅਕਲ 'ਚ ਛੋਟਾ ਜਿਹਾ ਬਣਾ ਕੇ ਦੇਖਦੇ। ਬੇਈ ਵੱਲੋਂ ਆਹਟ ਆਮਦੀ, ਇੱਕ ਕੰਸੋ ਆ ਰਹੀ ਹੈ ਬੇਈ ਨਦੀ ਵੱਲੋਂ, ਭਿਣਕ ਪੈ ਰਹੀ ਹੈ ਕੋਈ। ਬੇਈ ਵੱਲੋਂ ਆਹਟ ਆਮਦੀ, ਟੱਪ ਤਵੀ ਰਣ ਦੇਖਾ। ਬੇਈਆਂ ਜਿਹੜੀ, ਇਹ ਕੱਲੀ ਬੇਈ ਨਹੀਂ ਹੈਗੀ, ਇਹ 'ਚ ਤਤੀ ਤਵੀ ਦਾ ਰਹੱਸ ਆ। ਇਹਦੇ 'ਚ ਜੰਗਾਂ ਨੇ 6ਵੇਂ ਗੁਰੂ ਦੀਆਂ ਵੀ, 10ਵੇਂ ਗੁਰੂ ਦੀਆਂ ਵੀ। ਇਹਦੇ 'ਚੋਂ ਸਾਰੇ ਭੇਦ ਪਾਣੀਆਂ 'ਚ ਸਮਾਏ ਹੋਏ। ਜਿਵੇਂ ਉਹਦੀ ਹੈਗੀ ਆ ਆਪਣੀ ਪੋਇਮ ਆ, ਅਸਾਂ ਲੱਖ ਵਾਰ ਅਥਰੂ ਨੂੰ ਬਾਰਿਆ ਹੋ ਯਾਰ, ਪਤਾ ਨਹੀਂ ਡੂੰਘੇ ਪੁਲਾਂ ਕੋਲ ਹਾਲ ਕੇ ਵੰਗਾਰਿਆ ਹੋ ਯਾਰ। ਉਹ ਭੁੱਲ ਗਈ ਮੈਨੂੰ ਪੋਇਮ, ਅੱਗੇ ਮੇਰੇ ਯਾਦ ਸੀਗੀ। ਬਹੁਤ ਕਮਾਲ ਦੀ ਪੋਇਮ ਆ, ਪਿਆਰੇ ਦੇ ਦੇਸ਼ 'ਚ। ਉਹ ਇਹੀ ਰਹੱਸ ਆ, ਉਹ ਇੱਕ ਪੋਇਟਰੀ 'ਚ ਆ ਗਿਆ। ਬਿਲਕੁਲ ਇਹੀ ਹੜ ਆ, ਇਹੀ ਪਾਣੀ ਨੇ। ਇਹਨਾਂ ਪਾਣੀਆਂ ਦੇ ਵਿੱਚ ਗੁਰਮੁਖ ਰੂਪ ਨੇ, ਉਹ ਤਤੀ ਤਵੀ ਤੇ ਵੀ ਬੈਠੇ ਹੋਏ ਪਾਣੀ ਨੇ। ਇਹਨਾਂ ਨੇ ਜੰਗਾਂ 'ਚ ਵੀ ਉਹ ਰੂਪ ਦੇਖੇ ਨੇ, ਜਿਹੜੇ ਜੰਗ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ। ਰੱਬ ਦੇ ਘਰ ਦੀ ਜੰਗ ਹੈ ਜਿਹੜੀ ਵਰਤਾਉਣੀ ਪੈਂਦੀ ਹੈ, ਕਿਉਂਕਿ ਗੁਰਮੁਖ ਸਾਬਤ ਨਹੀਂ ਬਣਦਾ। ਜੰਗਾਂ ਗੁਰਮੁਖ ਦਾ ਰੂਪ ਸਾਜਣ ਲਈ, ਉਹਨੂੰ ਸਾਬਤ ਲਿਆਉਣ ਲਈ ਜੰਗ ਵੀ ਹੋਣੀ ਹੁੰਦੀ। ਇਲਾਹੀ ਨੇਮ 'ਚੋਂ ਆਈ ਜੰਗ। ਜੰਗ ਗੁਰੂ ਆਪ ਕਦੇ ਨਹੀਂ ਕਰਦਾ, ਕਿਸੇ ਨਾਲ ਨਹੀਂ ਛੇੜਦਾ। ਗੁਰੂ ਨੂੰ ਪੈਂਦੀ ਹੈ ਜੰਗ, ਉਦੋਂ ਲੜਦਾ। ਬੇਈ ਵੱਲੋਂ ਆਹਟ ਆਮਦੀ, ਟੱਪ ਤਵੀ, 5ਵੇਂ ਗੁਰੂ ਵਾਲੀ, ਰਣ ਚਲਦੀਆਂ ਤੇਗਾ। ਅਜੇ ਬਾਲ ਮੈਂ ਤੁਰ ਨਾ ਜਾਣਾ। ਮੈਂ ਚਾਹੇ ਉਮਰ 'ਚ ਕਿੱਡਾ ਹੀ ਹੈ, ਤੇ ਮੇਰੇ ਤਾਂ ਮੈਂ ਬੱਚਾ ਕਹਿੰਦਾ, ਮੈਨੂੰ ਤਾਂ ਤੁਰਨਾ ਵੀ ਨਹੀਂ ਆਉਂਦਾ। ਕਹਿੰਦਾ ਇਸ ਰਾਹ ਤੇ, ਜਿਵੇਂ ਪੂਰਨ ਸਿੰਘ ਕਹਿੰਦਾ, ਵੀ ਸਮਾਧੀ 'ਚ ਤਾਂ ਅੱਖਾਂ ਵੀ ਹੋਰ ਨੇ, ਕੰਨ ਵੀ ਹੋਰ, ਸਾਰਾ ਕੁਝ ਹੀ ਹੋਰ ਆ। ਉਹ ਕਹਿੰਦਾ ਮੈਂ ਤਾਂ ਬੱਚਾ ਇੱਥੇ, ਉਮਰ ਜਿੰਨੀ ਮਰਜ਼ੀ ਹੋਊਗੀ। ਹੁਣ ਆ ਸਾਹਿਬਜ਼ਾਦੇ ਸੀ, ਉਹ ਮੋਦੀ ਸਾਹਿਬ ਨੇ ਕਿਹਾ ਬਾਲ ਸ਼ਹੀਦੀ ਆ, ਉਹਨਾਂ ਨੇ ਗਲਤ ਨਹੀਂ ਕਿਹਾ, ਉਹਨੇ ਦਿਲੋਂ ਕਿਹਾ। ਉਹਨੂੰ ਸਿੱਖ ਕਿਹੜੇ ਨੇ ਸਮਝਾਇਆ ਬਈ ਇਹ ਬਾਲ ਹੋ ਕੇ, ਬਾਲ ਕਿਉਂ ਨਹੀਂ ਹੈਗੇ? ਭਾਈ ਨੰਦ ਲਾਲ ਬਾਲ ਆ। ਜਿਹੜੀ ਚੀਜ਼ ਇਲਾਹੀ ਸੁਰਤ ਦੀ ਹੱਕਦਾਰ ਹੋ ਜਾਂਦੀ, ਸੋ ਹੱਕਦਾਰ, ਉਹਦੇ ਤੇ ਬਜ਼ੁਰਗੀ ਆ ਜਾਂਦੀ। ਉਹ ਬਜ਼ੁਰਗੀ ਚਿੱਟੇ ਵਾਲਾਂ ਦੀ ਨਹੀਂ ਹੁੰਦੀ, ਉਹ ਲਾਈਫ ਦੀ ਬਖਸ਼ਿਸ਼ ਦੀ ਬਜ਼ੁਰਗੀ ਆ। ਬੱਚੇ ਕੋਲੇ ਬੱਚਾ ਰੂਪ ਬਖਸ਼ਿਸ਼, ਬੱਚਾ ਰੂਪ ਸਿਆਣਪ, ਪਰ ਧੋਖਾ ਨਹੀਂ ਖਾਂਦੀ ਕਿਤੇ। ਕਿਉਂ? ਕਿਉਂਕਿ ਇਲਾਹੀ
ਹੱਕ ਹਾਸਲ ਹੋ। ਇਸੇ ਕਰਕੇ ਉਹਨਾਂ ਨੂੰ ਬਾਬਾ ਜੋਰਾਵਰ, ਬਾਬਾ ਫਤਿਹ ਸਿੰਘ ਕਿਹਾ। ਵੀਰ ਦਵਿੰਦਰ ਨੇ ਇਤਰਾਜ਼ ਕੀਤਾ, ਪਰ ਸਮਝਾਇਆ ਤਾਂ ਹੈ ਨਹੀਂ ਕਿਸੇ ਨੇ ਵੀ ਇਹਨਾਂ ਨੂੰ ਬਾਲ ਸ਼ਹੀਦੀ ਕਿਉਂ ਨਹੀਂ ਕਹਿਣਾ। ਉਹਨੇ ਬਾਲ ਸ਼ਹੀਦੀ ਹੈ, ਉਹ ਤਾਂ ਅਸੀਂ ਵੀ ਕਹਿੰਦੇ ਆ ਵੀ ਬੱਚੇ ਸੀਗੇ ਨਿੱਕੇ ਨਿੱਕੇ ਸ਼ਹੀਦ ਹੋ ਗਏ, ਕਹਿੰਦੇ ਨਹੀਂ। ਮੋਦੀ ਨੂੰ ਕਿਹਨੇ ਸਮਝਾਇਆ, ਉਹਨੇ ਕਿਉਂ ਕਿਹਾ, ਇਹ ਵੀ ਦੱਸ ਦਿੰਦਾ ਮੈਂ ਤੁਹਾਨੂੰ। ਜਿਹੜੇ ਢੀਂਡਸਾ ਸਾਹਿਬ ਨੇ, ਮੈਂ ਪਹਿਲਾਂ ਵੀ ਦੱਸਿਆ, ਮੈਨੂੰ ਨਹੀਂ ਪਤਾ ਹੈਗਾ, ਦੇਖੋ ਮੈਂ ਕੋਈ ਪਾਰਟੀ ਨਾਲ ਨਹੀਂ, ਮੈਨੂੰ ਐਵੇਂ ਕਿਸੇ ਨਾਲ ਜੋੜ ਲਓ। ਜਦੋਂ ਮੈਂ ਕਿਤਾਬ ਰਿਲੀਜ਼ ਕੀਤੀ, ਇਹ ਇਕੱਲਾ ਬੰਦਾ ਸੀ ਮੇਰੇ ਨਾਲ, ਇੱਕੋ ਹੀ ਬੰਦਾ, ਨਾ ਕੋਈ ਪੜ੍ਹਿਆ ਲਿਖਿਆ ਬੰਦਾ ਸੀ, ਨਾ ਕੋਈ ਹੋਰ ਸੀ, ਜਾਂ ਮੇਰੇ ਵਿਦਿਆਰਥੀ ਸੀ, ਉਹ ਆਏ ਸਾਰੇ ਮੇਰੇ ਵਿਰੋਧੀ ਸੀ ਡਟ ਕੇ। ਅੱਜ ਮੇਰ ਸਿੰਘ ਵਰਗਿਆਂ ਨੇ ਤਾਂ ਖੋਰੂ ਪਾਇਆ, ਹਿਸਾਬ ਨਹੀਂ ਲਾ ਸਕਦੇ। ਇਹਨੂੰ ਐ ਵੀ ਕਿਤੇ ਕਾਮਯਾਬ ਨਾ ਹੋ ਜੇ, ਕੋਈ ਕਸਰ ਨਹੀਂ ਛੱਡੀ ਇਹਨੇ, ਜਿੰਨਾ ਇਹਦੀ ਚ ਬਾਹ ਲੱਗਿਆ ਸਭ ਲਾਇਆ, ਹੋਰ ਵੀ ਆਪੋ ਆਪਣੇ ਬਾਹ ਲਾਏ। ਇਹਨੇ ਡਟ ਕੇ ਰਿਲੀਜ਼ ਕਰੇ। ਇਹ ਯੂਨੀਵਰਸਿਟੀ ਤੋਂ ਮੈਂ ਜਾ ਕੇ ਮੇਰੇ ਘਰੇ ਆਏ, ਕਿਤਾਬ ਉੱਥੇ ਜਾ ਕੇ ਕਹਿੰਦਾ ਤੁਸੀਂ ਟ੍ਰਾਂਸਲੇਟ ਕਰਾਓ ਯੂਨੀਵਰਸਿਟੀ। ਉਹ ਜਸਪਾਲ ਸਿੰਘ ਬਾਦਲ ਦੇ ਅੰਡਰ ਸੀ, ਉਹ ਇਹਦੇ ਥੱਲੇ ਦਰਖਤ ਦੀ ਛਾਵੇਂ ਛਾਵੇਂ ਤਾਂ ਕੰਮ ਕਰ ਦਿੰਦਾ ਸੀ ਇਹਨੂੰ ਖੁਸ਼ ਰੱਖਣ ਲਈ। ਐਡਾ ਕੰਮ ਕਿਵੇਂ ਕਰ ਦਿੰਦਾ ਬਾਦਲ ਦੀ ਆਗਿਆ ਤੋਂ ਬਿਨਾਂ। ਬਾਦਲ ਨੇ ਤਾਂ ਜਿਵੇਂ ਉਹ ਦੀਨਾ ਕਹਾਣੀ ਹੈ ਸੇਖੋਂ ਦੀ, ਉਹ ਕਹਿੰਦਾ ਜਿੰਨਾ ਚਿਰ ਦੀਨਾ ਸਕੂਲ ਚ ਪੜ੍ਹਦਾ ਰਿਹਾ, ਪਿੰਡ ਚ ਵਿਦਿਆ ਨਹੀਂ ਉਹਨੇ ਪੜ੍ਹਨ ਦਿੱਤੀ। ਜਿੰਨਾ ਚਿਰ ਮਾਂ ਦਾ ਪੁੱਤ ਬਾਦਲ ਰਹੂਗਾ ਜਾਂ ਰਿਹਾ, ਸਿੱਖੀ ਨਹੀਂ ਪੜ੍ਹਨ ਦਿੰਦਾ। ਕਹਿੰਦਾ ਰਾਜ ਘੇਰ ਲੈਂਦਾ ਸੀ ਜਵਾਕਾਂ ਨੂੰ, ਇਹ ਵੀ ਆਪਣੀ ਤਰ੍ਹਾਂ ਘੇਰਦਾ। ਹੁਣ ਆ ਵੋਟਾਂ ਨੇ, ਸਿੱਖ ਥੋੜਾ ਬਦਮਾਸ਼ ਨੇ, ਬਦਮਾਸ਼ੀ ਦੇਖ ਲਓ ਜਿੱਦਨ ਮਰਜੀ ਚਾਰ ਚੁਫੇਰੇ ਬਦਮਾਸ਼ੀ ਹੈ। ਗੋਲਕ ਚੋਰ ਨੇ, ਸਾਨੂੰ ਇਹਦੇ ਤੇ ਕੀ ਡਰ ਆ ਕਿਸੇ ਦਾ। ਗੁਰੂ ਘਰ ਸਾਡਾ ਸਾਂਝਾ, ਸਾਰਿਆਂ ਦਾ, ਹਿੰਦੂਆਂ ਦਾ ਵੀ ਆ। ਪਾਪ ਸਾਰਿਆਂ ਦੇ ਚੜ ਲਿਆ, ਸਾਰੇ ਡੁੱਬੇ ਨੇ ਇਹਦੇ ਵਿੱਚ। ਜਿੱਡਾ ਜਿੱਡਾ ਕਿਸੇ ਦਾ ਯੋਗਦਾਨ ਹੈ ਇਹਦੇ ਤੇ ਕਬਜ਼ਾ ਕਰਵਾਉਣ ਲਈ, ਉਹਨੇ ਡੁੱਬਿਆ, ਹੋਰ ਵੀ ਡੁੱਬ ਜਾਊਗਾ, ਕਿਉਂਕਿ ਇਹ ਲਾਹੀ ਨੇ, ਮੈਂ ਕੋਈ ਸਾਡਾ ਨਹੀਂ ਹੈਗਾ। ਇਹ ਰੱਬ ਦੇ ਘਰ ਦੀ ਰੋਟੀ ਹੈ, ਜਿਹੜੀ ਇੱਕ ਬੰਦੇ ਨੇ ਮਿਹਨਤ ਕੀਤੀ ਹੋਈ ਆ, ਕੁਛ ਬੰਦਿਆਂ ਨੇ ਉਹਦੀ ਮਦਦ ਕੀਤੀ ਹੋਈ ਆ, ਹੁਣ ਵੀ ਕਰ ਰਹੇ ਨੇ। ਉਹ ਆਪ ਹੀ ਡੁੱਬ ਜਾਣਗੇ, ਬਾਕੀ ਕੁਛ ਨਹੀਂ ਵਿਗਾੜ ਸਕਦੇ ਕਿਸੇ ਦਾ। ਤੁਹਾਡੇ ਸਾਹਮਣੇ ਬਹੁਤ ਕੁਛ ਤੇ ਸਮਝ ਆ ਗਿਆ, ਕਿਸਾਨ ਮੋਰਚੇ ਨੇ ਸਮਝਾਤਾ, ਜਿਹੜਾ ਰਹਿੰਦਾ ਉਹ ਵੀ ਸਮਝ ਆ ਜਾਊਗਾ। ਤੇ ਇਹ ਹੁਣ ਢੀਂਡਸਾ ਸਾਹਿਬ ਜਦੋਂ ਉੱਥੇ ਗਏ, ਉਹਨਾਂ ਨੇ ਸਮਝੌਤਾ ਕੀਤਾ ਭਾਜਪਾ ਨਾਲ। ਪਰ ਮੈਂ ਇੱਕ ਗੱਲ ਦੱਸਦਾ, ਅਮਰਿੰਦਰ ਨੇ ਵੀ ਕੀਤਾ ਉਹਨਾਂ ਨਾਲ, ਮੈਨੂੰ ਨਹੀਂ ਪਤਾ ਉਹ ਚੱਲੂਗਾ ਕਿ ਨਹੀਂ। ਇਹ ਜੇਬ 'ਚ ਨਹੀਂ ਪੈਂਦਾ ਉਹਨਾਂ ਦੇ, ਮੈਂ ਗਰੰਟੀ ਕਰ ਲੈਂਦਾ। ਸਮਝੌਤਾ ਤਾਂ ਕੋਈ ਕਰ ਲਓ, ਅਕਸਰ ਵੋਟਾਂ ਇੱਥੇ ਹੀ ਪੈਣੀਆਂ ਨੇ, ਭਾਜਪਾ ਦੇ ਬੰਦੇ ਇੱਥੇ ਨੇ, ਸਾਰੇ ਹੀ ਇੱਥੇ ਨੇ। ਅਸੀਂ ਐ ਸਾਡੀ ਉਹ ਦੁਸ਼ਮਣੀ ਜਮਾਤ ਵੀ ਕੀ ਪਤਾ ਉਹਨਾਂ ਨੇ ਕੀ ਪਤਾ ਉਹਨਾਂ ਦੇ ਦਿਲ 'ਚ ਕੋਈ ਰਹਿਮੀ ਰੱਬ ਵੱਲੋਂ ਆਇਆ ਹੋਵੇ, ਸਾਨੂੰ ਕੀ ਪਤਾ। ਅਕਸਰ ਗੁਰੂ ਤਾਂ ਸਾਰਿਆਂ ਦਾ। ਅਸੀਂ ਉਹਨਾਂ ਨੂੰ ਆਏ ਤਾਂ ਭਾਜਪਾ ਵੱਲ ਚਲਿਆ ਗਿਆ। ਭਾਜਪਾ ਤੋਂ ਢੀਂਡਸਾ ਸਾਹਿਬ ਨੇ ਐਲਾਨ ਕਰਾਇਆ, ਮੈਨੂੰ ਪਤਾ ਉਹਦੇ ਸੁਭਾਅ ਦਾ। ਤੇ ਜਿਹੜੇ ਉਹ ਹੈਗੇ ਨੇ ਜੋਗੀ ਦਿੱਤੇ ਆ, ਉਹਨਾਂ ਨੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਚੁੱਕੇ ਹੋਏ। ਇਹ ਵੀ ਢੀਂਡਸਾ ਸਾਹਿਬ ਨੇ ਕਿਹਾ ਤੇ ਮੋਦੀ ਸਾਹਿਬ ਪਹਿਲਾਂ ਤੁਸੀਂ ਇਹਨਾਂ ਦੀ ਇੱਜ਼ਤ ਕਰੋ, ਇਹ ਚੀਜ਼ਾਂ ਹੱਤਕ ਕਰਨ ਵਾਲੀਆਂ। ਉਹ ਨਿਮਰਤਾ 'ਚ ਝੁਕੇ ਨੇ, ਬਾਕੀ ਚਾਹੇ ਉਹ ਕੁਛ ਕਰਨ ਮੈਨੂੰ ਨਹੀਂ ਪਤਾ, ਪਰ ਇਹ ਢੀਂਡਸੇ ਦਾ ਰੋਲ ਹੈ। ਸ਼ਰਤ ਮੈਨੂੰ ਕੋਈ ਭੁਲੇਖਾ, ਜਿਹਦੀ ਕਿਤਾਬ ਰਿਲੀਜ਼ ਕਰਾਈ ਆ ਉਹ ਕਿਵੇਂ ਭੁੱਲ ਜੂਗਾ। ਇਹ ਸਿੱਖੀ ਨਹੀਂ ਜੇਬ 'ਚ ਪੈਣ ਦਿੱਤਾ, ਤਾਂ ਹੀ ਇਹ ਆਇਆ, ਤਾਂ ਹੀ ਹਰਮਨ ਪਿਆਰਾ ਨੂੰ ਇਹ ਪਤਾ ਸਾਰਿਆਂ ਨੂੰ। ਵਿਰੋਧੀਆਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਟੱਬਰ ਚੋਂ, ਕੌਮ ਚੋਂ ਕਿਹੜਾ ਬੰਦਾ ਜ਼ਿਆਦਾ ਖਰਾ, ਉਹਦੇ ਨਾਲ ਦੁਸ਼ਮਣੀ ਪਾਲਦੇ ਨੇ, ਦੂਜਿਆਂ ਨੂੰ ਹਵਾ ਦੇਈ ਜਾਂਦੇ ਨੇ। ਉਹ ਐ ਹਵਾ ਲੈ ਵੀ ਜਾਂਦੇ ਨੇ, ਉਹ ਫਿਰ ਆਪਦੀ ਸਿਆਣਪ ਵੀ ਵਰਤਦੇ ਨੇ। ਤੇ ਜਿਹੜਾ ਤਾਕਤਵਰ ਬੰਦਾ ਹੁੰਦਾ, ਟੱਬਰ ਹੀ ਉਹਦਾ ਬੈਰੀ ਬਣ ਜਾਂਦਾ, ਕੌਮ ਹੀ ਉਹਦੀ ਬੈਰੀ ਬਣ ਜਾਂਦੀ। ਇਹੀ ਚੱਲਦਾ ਚਾਰ ਚੁਫੇਰੇ। ਤੇ ਬੇਈ ਵੱਲੋਂ ਆਹਟ ਆਮ ਦੀ ਟੱਪ ਤਵੀ ਰਣ ਤੇਗਾ, ਸਾਰੇ ਐਕਸਪੀਰੀਅੰਸ ਨੇ ਬੇਈ ਨਦੀ ਦੇ ਵਿੱਚ। ਇਹ ਕੱਲਾ ਦਰਿਆ ਨਹੀਂ ਹੈਗਾ ਕਿ ਪਾਣੀ ਦਾ ਹੀ ਵਗਦਾ, ਕਿ ਇਹਨੇ ਗੁਰੂ ਨੂੰ ਰੋਕ ਲਿਆ। ਤਤੀ ਤਵੀ ਵਾਲਾ ਵੀ ਇਹਦੇ ਪਿੱਛੇ ਹੀ ਆ।
सब कुछ पाने च बरतदा, सब चीजां नाल ने। जरा देखो तो दरिया बारे सोच के कि पोइट दरिया नूं किवें देखदा, असीं किवें देखदे। अजे बाल मैं तुर न जाना, पैर निमाणे आंदे, इस राह ते तां मेरे पैर ही सुज जाणगे, अंब जाणगे, नीले हो जाणगे। कहंदा इन्ना शरीर मेरा, आत्मा मेरी इन्नी इहदे मूहरे छोटी आ। पोएट नंद लाल, जरा ध्यान नाल देखो कि अमृत की आ कि गुरमुख की आ। असीं नंद लाल नूं भी अपनी मर्जी नाल ही रख लैंदे। हाँ, तुसीं देखो जिहड़ा हरिंदर ने ਉਹ ਨੀਲੇ ਵਾਲਾ ਕਲਗੀਆਂ ਵਾਲਾ ਦੇ ਵਿੱਚ ਭਾਈ ਨੰਦ ਲਾਲ ਤੇ ਬਹੁਤ ਵੱਡਾ ਲਿਖਿਆ। ਉਹਦਾ ਅੱਖਰ ਕਹੇ ਜੇ ਲਿਆਉਂਦਾ, ਖਿਆਲ ਲਿਆਉਂਦਾ, ਨਗੀਨੇ ਨੇ ਉਹ ਰੱਬ ਦੇ ਘਰ ਦੇ ਮੋਤੀ ਨੇ, ਅੱਖਰ ਮੋਤੀ ਬਣ ਗਏ ਜਦੋਂ ਲਿਖਦਾ। ਕਮਾਲ, ਬਹੁਤ ਕਮਾਲ। ਸੋ ਪਿਆਰੇ ਬੱਚਿਓ, ਇਹਨਾਂ ਨੂੰ ਪੜ੍ਹਿਆ ਕਰੋ, ਬੱਚਿਆਂ ਨੂੰ ਸੁਣਾਓ। ਤੁਹਾਡੇ ਬੱਚੇ ਜੋ ਵੀ ਪੜ੍ਹਦੇ ਨੇ ਉਹਨਾਂ ਨੂੰ ਉਹ ਫਲ ਲੱਗਣਗੇ, ਉਹ ਬਰਕਤਾਂ ਪੈਣਗੀਆਂ, ਉਹ ਸ਼ਖਸੀਅਤ ਆਊਗੀ ਜਿਹੜੀ ਪਹਿਲਾਂ ਨਹੀਂ ਹੈ। ਠੀਕ ਹੈ, ਇੱਕ ਡਾਕਟਰ ਬਣਦਾ, ਇੰਜੀਨੀਅਰ ਬਣਦਾ, ਸਾਇੰਟਿਸਟ ਬਣਦਾ, ਕੋਈ ਕੁਛ ਬਣਦਾ, ਪਰ ਜਦੋਂ ਗੁਰੂ ਨਾਲ ਜੁੜਦੇ ਆ ਉਹਦੇ ਚ ਬਲੈਸਿੰਗ ਵੀ ਹੋਰ ਹੁੰਦੀਆਂ ਨੇ। ਤੁਹਾਨੂੰ ਡਾਕਟਰ ਤੋਂ ਦਵਾਈ ਲੈਣ ਦਾ ਆਨੰਦ ਹੀ ਹੋਰ ਆਊਗਾ ਜੇ ਉਹਦੇ ਚ ਬਲੈਸਿੰਗ। ਤੁਹਾਨੂੰ ਬੰਦੇ ਨਾਲ ਬਾਹ ਪਿਆਈ ਇੱਕ ਆਰਾਮ ਆਊਗਾ ਜਿਹੜਾ ਕਿਤੋਂ। ਇਹ ਚੀਜ਼ਾਂ ਗੁਰੂ ਨੇ ਤੁਹਾਨੂੰ ਦਿੱਤੀ ਕਿ ਤੁਸੀਂ ਕੁਛ ਵੀ ਕਰੋ ਪਿਆਰੇ ਲੋਕ, ਤੁਹਾਡਾ ਪਿਆਰ ਆ। ਇਹ ਨਹੀਂ ਕਿ ਤੁਹਾਨੂੰ ਦੇਖ ਕੇ ਬੰਦਾ ਪਰੇ ਹੋ ਜਾਵੇ। ਜਾਂ ਇੰਜੀਨੀਅਰ ਆ, ਉਹਨੂੰ ਹੀ ਮਾਵਾ ਚੜ ਜਾਂਦਾ ਵੀ ਮੈਂ ਪਤਾ ਨਹੀਂ ਉਹ ਸਾਇੰਟਿਸਟ ਬਣ ਗਿਆ। ਸਾਇੰਟਿਸਟ ਆਈਨਸਟਾਈਨ ਵਰਗੇ ਤਾਂ ਸਿਰ ਝੁਕਾ ਦਿੰਦੇ ਨੇ, ਜਿਹੜੇ ਆ ਨਿੱਕੇ ਨਿੱਕੇ ਸਾਇੰਸ ਪੜ੍ਹਦੇ ਨੇ ਖਤਰਨਾਕ ਹੁੰਦੇ ਨੇ, ਬੁੱਧੀਜੀਵੀਆਂ ਵਾਂਗ। ਜਾਂ ਕਹਿ ਦਿੰਦੇ ਨਾ ਸਾਇੰਸ ਨਹੀਂ ਮੰਨਦੀ, ਤੁਹਾਨੂੰ ਕੀ ਪਤਾ ਮੰਨਦੀ ਹੈ। ਸਾਡਾ ਇਹ ਕਿੱਡਾ ਕਿਵੇਂ ਹੋ ਸਕਦਾ ਦਾਵਾ ਜੇ ਆਈਨਸਟਾਈਨ ਮੰਨਦਾ, ਪਰ ਵੀ ਬਥੇਰੇ ਮੰਨਦੇ ਨੇ। ਕਾਲ ਦੀ ਲਹਿਰ ਚੜੀ ਅਲਵੇਲੀ, ਸਾਗਰ ਨਜ਼ਰ ਨਾ ਤੋਲੇ। ਸਮਾਂ ਵੀ ਐਡਾ ਦਰਿਆ ਬਣ ਕੇ ਆ ਗਿਆ, ਉਹ ਮਸਤੀ ਬਸਮਾਦ ਰੂਪ ਕਿ ਸਮੁੰਦਰ ਦੀ ਨਿਗਾਹ ਵੀ ਉਹਨੂੰ ਤੋਲ ਨਹੀਂ ਸਕਦੀ। ਟਾਈਮ ਆ ਜਿਹੜਾ ਐਡਾ ਤਾਕਤਵਰ ਹੜ ਬਣ ਕੇ ਆ ਰਿਹਾ। ਇੱਥੇ ਖਾਲਸਾ ਸਾਜਣਾ ਇੱਕ ਥਾਂ ਤੇ ਕੇਂਦਰਿਤ ਹੋਇਆ, ਬਲੈਸਿੰਗ ਬਣ, ਹਰ ਚੀਜ਼ ਬਲੈਸ ਹੋਈ ਹੋਈ ਹੈ, ਕਿਉਂਕਿ ਬਲੈਸਿੰਗ ਤਾਂ ਹਰੇਕ ਤੇ ਹੀ ਹੁੰਦੀ ਆ, ਜਿੰਨਾ ਹੱਕਦਾਰ ਆ ਉਹਨੂੰ ਮਿਲ ਜਾਂਦੀ। ਕੁਦਰਤ ਦੀਆਂ ਜਿਹੜੀਆਂ ਭੋਲੇ ਭਾਅ ਚੀਜ਼ਾਂ ਨੇ ਉਹਨਾਂ ਤੇ ਬਾਲੀ ਹੁੰਦੀ ਆ। ਜਿਵੇਂ ਮੀਂਹ ਪੈਂਦਾ, ਬੂਟੇ ਇੱਕਦਮ ਹਰੇ ਭਰੇ ਹੋ ਜਾਂਦੇ, ਉਹਨਾਂ 'ਚ ਕੋਈ ਦੁਬਦਾ ਨਹੀਂ ਹੁੰਦੀ, ਇੱਕਦਮ ਹਰਿਆਵਲ ਆ ਜਾਂਦੀ ਹੈ। ਬੰਦੇ ਦੀ ਚੀਜ਼ ਦੁਬਦਾ ਨਾ ਹੋਵੇ ਉਹਦੇ ਤੇ ਵੀ ਹੁੰਦੀ ਹੈ ਹਰਿਆਵਲ, ਜ਼ਿਆਦਾ ਬਲੈਸਿੰਗ ਵੀ ਜ਼ਿਆਦਾ ਹੁੰਦੀ ਹੈ। ਜਿਹੜਾ ਹੱਕਦਾਰ ਹੈ ਜਿੰਨਾ ਕੋਈ ਨਹੀਂ ਹੁੰਦੀ। ਕਾਲ ਦੀ ਲਹਿਰ ਚੜੀ ਲੁਬੇਲੀ, ਸਾਗਰ ਨਜ਼ਰ ਨਾ ਤੋਲੇ। ਸਮੁੰਦਰ ਦਾ ਕੋਈ ਵੀ ਹਾੜ ਉਹਨੂੰ ਤੋਲ ਨਹੀਂ ਸਕਦਾ, ਮਾਪ ਨਹੀਂ ਮਾਪ ਸਕਦਾ। ਔਡਾ ਸਮਾਂ ਬਲਵਾਨ ਆਇਆ, ਸਮਾਂ ਵੀ ਇੱਥੇ ਇੱਕ ਥਾਂ ਤੇ ਕੇਂਦਰ। ਉਹ ਵੱਡਾ ਹੜ ਆ, ਉਹਨੂੰ ਐ ਮਿਥ ਵੀ ਨਹੀਂ ਸਕਦੇ। ਉਹ ਹੜ ਖਾਲਸੇ ਚ ਟਾਈਮ ਦੇ ਹੜ ਨੇ, ਉਹਦੇ ਚ ਸਰੀਰ ਚ ਸਪੇਸ ਦੇ ਹੜ, ਬ੍ਰਹਮੰਡਾਂ ਦੇ ਹੜ। ਇਹ ਪੰਜ ਪਿਆਰੇ, ਇਹ ਇੰਡੀਆ ਚੋਂ ਸਾਜੇ। ਇਹਨਾਂ ਤੋਂ ਇੰਡੀਆ ਕਿਵੇਂ ਭਾਜੂ? ਜਿੰਨੇ ਆ ਕੰਮ ਕਰ ਰਹੇ ਨੇ ਇਹਨਾਂ ਦੇ ਖਿਲਾਫ ਉਹ ਆਈ, ਜਿਵੇਂ ਮਾੜਾ ਸਵਾਰ ਘੋੜੀ ਦੀ ਚਾਲ ਵਿਗਾੜ ਦਿੰਦਾ, ਕੋਈ ਸਿਆਸਤ ਵਿਗਾੜੀ ਜਾਂਦਾ, ਕੋਈ ਧਰਮ ਵਿਗਾੜੀ ਜਾਂਦਾ। ਆਪੋ ਆਪਣਾ ਵਿਗਾੜਨ ਤੇ ਹੀ ਲੱਗੇ ਨੇ, ਕੁਝ ਨਿਕਲਿਆ ਤਾਂ ਹੈ ਨਹੀਂ। ਆਪੀ ਅੱਕ ਜਾਣਗੇ, ਹੌਲੀ ਹੌਲੀ ਬੋਰ ਹੋ ਜਾਣਗੇ। ਬਹੁਤ ਤਾਂ ਮੰਨ ਗਿਆ ਕਿਸਾਨ ਮੋਰਚੇ ਰਾਹੀਂ, ਸਮਝ ਗਏ ਬਹੁਤ ਲੋਕ। ਥੋੜੇ ਜਿੱਦਾਂ ਚ ਖੜੇ ਨੇ ਉਹ ਵੀ ਭੱਜ ਲੈਣਗੇ ਤੁਹਾਡੇ ਸਾਹਮਣੇ। ਗੁਰੂ ਨੇ ਬਣਾਏ ਬਿਨਾਂ ਛੱਡਦਾ, ਉਹਨੇ ਉਹ ਚੀਜ਼ ਹੀ ਨਹੀਂ ਕੋਲੇ ਰੱਖੀ ਜਿਹੜੀ ਨਾ ਮਨਾਵੇ। ਉਹਨੇ ਉਹ ਸਭ ਕੁਛ ਲਿਆਤਾ ਜੋ ਮਨਾਉਂਦਾ। ਟਾਈਮ ਹੀ ਆ ਵਿਚਾਲੇ, ਹੋਰ ਕੁਛ ਨਹੀਂ। ਸਮਝ
ਕਾਲ ਦੀ ਲਹਿਰ ਚੜੀ ਲਵੇਲੀ, ਸਾਗਰ ਨਜ਼ਰ ਨਾ ਤੋਲੇ। ਉਹਨੂੰ ਸਮੁੰਦਰ ਨਹੀਂ ਮਾਰ ਸਕਦਾ, ਐਡਾ ਸਮਾਂ ਬਲਵਾਨ। ਧਰਮਸਾਲ ਦੇ ਸੁੱਚੇ ਸਫਰਾਂ, ਪੈਰ ਮੇਰੇ ਨਾ ਅੰਗੇ। ਕਹਿੰਦਾ ਜਿਹੜੇ ਧਰਮਸਾਲ ਦੇ ਸੁੱਚੇ ਸਫਰ ਨੇ ਨਾ, ਉਹਨਾਂ ਨੂੰ ਮੇਰੇ ਪੈਰਾਂ ਦਾ ਤਾਂ ਪਤਾ ਹੀ ਨਹੀਂ ਵੀ ਇਹ ਤਾਂ ਗਰੀਬੜੇ ਨੇ, ਆਨੰਦ ਲਾ ਲੈਣ। ਉਹਨਾਂ ਨੇ ਮੇਰੇ ਪੈਰਾਂ ਨੂੰ ਤਾਂ ਦੇਖਿਆ ਨਹੀਂ, ਮੈਂ ਤਾਂ, ਮੇਰੇ ਕੋਲ ਤਾਂ ਕੁਛ ਵੀ ਨਹੀਂ, ਮੇਰੇ ਕੋਲ ਤਾਂ ਕਲਮ ਆ ਬਸ। ਉਹ ਵੀ ਮੰਨਦਾ ਮੈਂ ਬਾਲਾ ਸਾਰਾ ਨਹੀਂ ਦੱਸ ਸਕਦਾ, ਪਤਾ ਉਹਨੇ ਦੇਖਿਆ, ਉਹਨੇ ਦੇਖਿਆ ਹੋਇਆ। ਉਹ ਕਈ ਕਹਿੰਦੇ ਵੀ ਪੰਜਾਂ ਪਿਆਰਿਆਂ ਬਾਰੇ ਨਹੀਂ, ਉਹਨੇ ਗੁਰੂ ਨੂੰ ਦੇਖਿਆ, ਗੁਰੂ ਤੋਂ ਪਰੇ ਹੁੰਦਾ ਹੀ ਨਹੀਂ। ਗੁਰੂ ਨਹੀਂ ਦੇਖੀ ਜਾਂਦਾ, ਉਹੀ ਰੂਪ ਚ ਦੇਖੀ ਜਾਂਦਾ। ਅੱਖਰਾਂ ਦੇ ਅੱਖਰ ਲਾਈਟ ਜਾਂਦੀਆਂ ਲੜੀਆਂ ਬਣਾਈ, ਪੋਇਟਰੀ ਨਹੀਂ, ਉਹ ਤਾਂ ਲੜੀਆਂ ਨੇ ਰੱਬ ਦੇ ਘਰ ਦੀਆਂ ਹਾਰ, ਜਿਹੜੇ ਗੁਰੂ ਨੂੰ ਪਹਿਨਾਏ। ਧਰਮਸਾਲ ਦੇ ਸੁੱਚੇ ਸਫਰਾਂ, ਪੈਰ ਮੇਰੇ ਨਾ ਅੰਗੇ। ਉਹ ਜਿਹੜੇ ਸੁੱਚੇ ਪਵਿੱਤਰ ਧਰਤੀ ਤੇ ਪਹਿਲੀ ਵਾਰੀ ਗੁਰੂਆਂ ਰਾਹੀਂ ਸਫਰ ਆਏ, ਉਹਨਾਂ ਨੇ ਮੇਰੇ ਕਦਮਾਂ ਨੂੰ ਤਾਂ ਦੇਖਿਆ ਨਹੀਂ ਕਿੰਨੇ ਕੁ ਜੋਗੇ ਨੇ। ਉਹ ਤਾਂ ਬਲੈਸਿੰਗ ਕਰਨੀ ਆਏ ਨੇ। ਕਹਿੰਦਾ ਮੈਂ ਤਾਂ ਲੜ ਖੜਾਉਣਾ ਨਾ, ਮੇਰੇ ਕਦਮ ਡੋਲਦੇ ਨੇ ਮੇਰੇ। ਸਾਹਮਣੇ ਮੌਤ ਖੋਲ ਨੂੰ ਚੁੱਕੀ, ਜਮ ਜ਼ੋਰ ਪਿਆ ਸੀ। ਇੱਕ ਪਾਸੇ ਮੌਤ ਦਾ ਪਾਇਆ ਜਿਹੜਾ, ਉਹ ਵੀ ਸਿਖਰ ਤੇ ਆਪਣੀ ਸਿਖਰ ਦਿਖਾ ਰਿਹਾ। ਉਹਨੂੰ ਆਇਆ ਵੀ ਮੈਂ ਨਾ ਹਾਰ ਜਾ, ਹਰ ਚੀਜ਼ ਦਾ ਜ਼ੋਰ ਲੱਗਿਆ ਹੋਇਆ, ਹਰ ਚੀਜ਼ ਆਪਣੀ ਸਿਖਰ ਤੇ ਪਹੁੰਚੀ ਹੋਈ ਹੈ। ਨਾਨਕ ਗੁਰਮੁਖ ਜਮ ਸੇਵ ਕਰੇ, ਜਿਨ ਮਨ ਸੱਚਾ। ਸੱਚਾ ਕਿਹੜਾ? ਗੁਰਮੁਖ ਰੂਪ। ਸਾਡਾ ਨਹੀਂ ਹੈਗਾ ਗੁਰਮੁਖ, ਜਿਹ ਚ ਸੱਚ ਹੀ ਸੱਚ ਆ। ਜਿੱਥੋਂ ਮਰਜੀ ਦੇਖ ਲਓ, ਜਿਵੇਂ ਸੂਰਜ ਚ ਚਾਨਣੀ ਚਾਨ, ਗੁਰਮੁਖ ਸੱਚ ਹੀ ਸੱਚ। ਸਾਵੇਂ ਮੌਤ ਖੋਲ ਨੂੰ ਚੁੱਕੀ, ਜਮ ਜ਼ੋਰ ਪਿਆ ਹੱਸੇ। ਬੰਦ ਕਰੇ ਜਨ, ਸਾਹ ਘੁੱਟਦਾ, ਹੌਲ ਦੇ ਲਟਕਣ ਫੰਦੇ। ਆਦਮੀ ਨੂੰ ਘੇਰ ਰਿਹਾ ਮੌਤ ਦੇ ਵਿੱਚ ਜਨ, ਬੰਦੇ ਨੂੰ। ਬੰਦ ਕਰੇ ਜਨ, ਸਾਹ ਘੁੱਟਦਾ, ਉਹਦੇ ਸਾਹ ਘੁੱਟ ਰਿਹਾ। ਹੌਲ ਦੇ, ਮੌਤ ਦੀ ਵੀ ਸਿਖਰ ਚੜੀ ਹੋਈ ਹੈ, ਹਰ ਚੀਜ਼ ਸਿਖਰ ਤੇ। ਸਿਖਰ ਨੂੰ ਹੀ ਬਲੈਸਿੰਗ ਬਣਾ ਦਿੱਤਾ। ਜਮ ਦਾ ਜ਼ੋਰ ਗੁਰਮੁਖ ਚ ਬਲੈਸਿੰਗ ਆ ਬਣਦਾ, ਇੱਕ ਦਾਤ ਬਣਦੀ। ਨਾਨਕ ਗੁਰਮੁਖ ਜਮ ਸੇਵ ਕਰੇ, ਜਿਨ ਮਨ ਸੱਚਾ। ਇਹ ਜਮ ਇਹੋ ਜਿਹਾ। ਤਾਂ ਹੀ ਭਾਈ ਮਨੀ ਸਿੰਘ ਦਾ ਰੋਮ ਰੋਮ, ਜਦੋਂ ਉਹ ਮੋਟਾ ਮੋਟਾ ਕੱਟਣਾ ਨਹੀਂ ਕਹਿੰਦਾ, ਥੋੜਾ ਥੋੜਾ ਕਰਕੇ ਕੱਟ, ਤੈਨੂੰ ਹੁਕਮ। ਉਹ ਥੋੜਾ ਥੋੜਾ ਕੱਟਣ ਚੋਂ ਨਜ਼ਾਰੇ ਲੈ ਰਿਹਾ, ਵੀ ਦੇਖ ਤਾਂ ਭਲਾ ਕਿਤੇ ਤੈਨੂੰ ਮੌਤ ਦਾ ਭੈ ਦਿਖ ਰਿਹਾ? ਭਈ ਨਹੀਂ ਕਿਤੇ ਮੌਤ, ਭਈ ਨਹੀਂ ਹੈਗਾ ਕਿਤੇ। ਇਹ ਤਾਂ ਇਹ ਕੋਈ ਛੋਟੀਆਂ ਜਿਹੀਆਂ ਗੱਲਾਂ ਉਹਨੇ ਗੁਰੂ ਗ੍ਰੰਥ ਸਾਹਿਬ ਕਾਤਬ ਦੇ ਤੌਰ ਤੇ ਲਿਖਿਆ ਸੀ। ਉਹਨੇ ਇਹ ਸ਼ਹਾਦਤ ਦੇ ਕੇ ਪ੍ਰੂਵ ਕਰ ਦਿੱਤਾ, ਜਿਹੜਾ ਮੈਂ ਪਹਿਲਾਂ ਵੀ ਬੜੀ ਵਾਰੀ ਦੱਸਿਆ, ਲਿਖਿਆ ਵੀ ਆ ਪ੍ਰੋਫਿਟ ਪੈਟਰੀਆਰਕੀ ਅਕੈਡਮੀ ਦੇ ਵਿੱਚ। ਉਹ ਬਹੁਤ ਪੜਿਆ ਪੇਪਰ ਮੇਰਾ, ਬਹੁਤ ਜ਼ਿਆਦਾ, ਕਿ ਕੁਰਾਨ ਦੇ ਵਿੱਚ ਇੰਕ ਆਫ ਦੀ ਲਰਨਡ ਇਜ਼ ਦੀ ਬਲੱਡ ਆਫ ਦੀ ਮਾਰਟਰ, ਕਿ ਜਿਹੜਾ ਫਕੀਰ ਸੂਫੀ ਆ, ਉਹਦੀ ਸਿਆਹੀ ਸ਼ਹੀਦ ਦੇ ਖੂਨ ਬਰਾਬਰ ਹੁੰਦੀ ਆ। ਜਦੋਂ ਭਾਈ ਮਨੀ ਸਿੰਘ ਜੀ ਨੇ ਲਿਖਿਆ, ਉਹਨੇ ਲਰਨਡ ਰੂਪ ਚ ਲਿਖਿਆ, ਇਹ ਵੀ ਸਾਬਤ ਕਰਤਾ ਕਿ ਮੇਰੀ ਇਹ ਸਿਆਹੀ ਸ਼ਹੀਦ ਦਾ ਖੂਨ। ਕੁਰਾਨ ਦੀਆਂ ਚੀਜ਼ਾਂ ਪ੍ਰਗਟ ਕਰਦੇ, ਸਾਹ ਕਰ। ਜਦੋਂ ਪੜਿਆ ਲੋਕਾਂ ਨੇ, ਦੁਨੀਆ ਨੇ, ਬਹੁਤ ਲੋਕਾਂ ਨੂੰ ਇਹ ਗੱਲਾਂ ਟੁੰਬੀਆਂ ਪਹਿਲੀ ਵਾਰੀ। ਇਹ ਮੈਂ ਉਹਦੇ ਚ ਵੀ ਲਿਖਿਆ, some glimpses of the destinies of nation through the real mirror of elite world genius. A historical appeal to world presidents, prime ministers and political members and other elite persons ਤੋਂ ਵੀ। ਇਹ ਵੀ ਮੈਂ 33 ਪਾਰਲੀਮੈਂਟਾਂ ਚ ਪਾਇਆ ਸੀ, ਇਹ ਉੱਥੇ ਵੀ ਆ ਪੇਪਰ। ਇਹ ਚ ਸਾਰੀਆਂ ਗੱਲਾਂ ਮੈਂ ਦੱਸੀਆਂ ਨੇ, ਉਦੋਂ ਕਾਫੀ ਟਾਈਮ ਹੋ ਗਿਆ, ਪਰ ਇਹ ਪੜ੍ਹੀਆਂ ਨੇ, ਬਹੁਤ ਦੁਨੀਆ ਨੇ ਪੜ੍ਹੀਆਂ, ਉਹਨਾਂ ਨੂੰ ਪਤਾ
ਕਿ ਦੀਨ ਕੀ ਹੈ। ਤੇ ਇਹ ਗੱਲ ਤੇ ਉਹੀ ਨਹੀਂ ਭੁੱਲਦੀ ਬੰਦਾ ਜਿਹੜਾ ਪੜ੍ਹ। ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਐਡਾ ਤੇ ਇਹਨਾਂ ਦਾ ਨਹੀਂ ਹੈ। ਉਹ ਕਿਹੜਾ ਮਾਇਆ ਉਹਦੇ ਚ, ਮੈਂ ਤਾਂ ਹੀ ਬੰਦੇ ਚ ਕਿੱਥੇ ਹੱਥ ਲਾਉਂਦਾ, ਤੁਸੀਂ ਪਾਰਲੀਮੈਂਟ ਨੂੰ ਪਾ ਕੇ ਦਿਖਾਓ। ਉਹ ਗੁਰੂ ਨੇ ਹੁਕਮ ਕੀਤਾ ਕੋਈ ਉਦੋਂ ਧੜਾ ਧੜ ਪਾਤਾ, ਜਾ ਕੇ ਨਹੀਂ ਸੀ ਲੱਗਦੀ ਮੈਨੂੰ, ਐਵੇਂ ਨਹੀਂ ਸੀ ਪਤਾ ਵੀ ਕਿੱਧਰ ਪੈ ਰਿਹਾ। ਓਬਜੈਕਸ਼ਨੇਬਲ ਵੀ ਹੋ ਸਕਦਾ ਸੀ, ਓਬਜੈਕਸ਼ਨ ਵਾਲੇ ਥਾਂ ਤੇ ਵੀ ਪਾਇਆ, ਓਬਜੈਕਸ਼ਨ ਵਾਲੀ ਗੱਲ ਨਹੀਂ ਸੀ, ਇਸ ਕਰਕੇ ਕਿਸੇ ਨੇ ਕੀਤਾ ਨਹੀਂ। 33 ਪਾਰਲੀਮੈਂਟਾਂ ਨੂੰ ਪਾਇਆ, ਹੋਰ ਥਾਵਾਂ 'ਚ ਭੇਜਿਆ। ਤੇ ਉਹਨੇ ਜਦੋਂ ਪੜ੍ਹਿਆ, ਵਿਲੀਅਮ ਨੇ ਜਿਹੜਾ ਇੰਚਾਰਜ ਅਕੈਡਮੀ ਦਾ, ਉਹਨੇ ਮੈਨੂੰ ਮੈਸੇਜ ਪਾਇਆ ਵੀ ਮੇਰੇ ਨਾਲ ਕੰਟੈਕਟ ਕਰੋ। ਉਹ ਮੈਨੂੰ ਫਿਰ ਟਵਾਣਾ ਦੇ ਹਸਬੈਂਡ ਨੇ ਦੱਸਿਆ, ਉਹ ਤਾਂ ਕਹਿੰਦਾ ਇਹਦਾ ਇੰਚਾਰਜ ਤਾਂ ਮੈਨੂੰ ਨਹੀਂ ਸੀ ਪਤਾ। ਬਹੁਤ ਚਿਰ ਬਾਅਦ ਫਿਰ ਉਹਨਾਂ ਨੇ ਕੰਟੈਕਟ ਕੀਤਾ, ਫਿਰ ਉਹਨਾਂ ਨੇ ਮੇਰਾ ਪੇਪਰ 3 ਹਫ਼ਤਿਆਂ ਦਾ ਟੌਪ ਕੀਤਾ। ਮੈਥਿਊ ਕਰਾਸਟਨ ਜਿਹੜਾ ਉਹਨਾਂ ਦਾ ਡਿਪਲੋਮੈਟ, ਉਹਨੇ ਐਡਿਟ ਕੀਤਾ ਹੈ, ਇਹਦੇ ਰੈਫਰੈਂਸ ਵਰਤੇ। ਉਹ ਜਦੋਂ ਮੈਂ ਪੇਪਰ ਲਿਖਿਆ, ਉਹ ਰਿਵਿਊ ਕੀਤਾ, ਉਹਦੇ ਚੋਂ ਆਇਆ, ਉਹਨੇ ਗਵਾਹੀ ਵੀ ਪਾਈ, ਹਾਂ ਕਹਿੰਦਾ ਮੈਂ ਵਰਤੇ। ਦੇਖ ਲਓ ਪੜ੍ਹ ਕੇ ਉੱਥੇ ਉਹਦੀ ਗਵਾਹੀ ਪਾਈ ਹੋਈ ਆ ਵੀ ਹਾਂ ਕਹਿੰਦਾ ਮੈਂ ਵਰਤਿਆ। ਕਹਿੰਦਾ ਮੈਂ ਉਡੀਕਦਾ ਮੈਨੂੰ ਸੈਮੀਨਾਰ, ਮੈਨੂੰ ਕਿਹਾ ਸੀ ਅਸੀਂ ਜੇ ਸੈਮੀਨਾਰ ਸਾਨੂੰ ਕੁਦਰਤ ਨੇ ਮੌਕਾ ਦਿੱਤਾ ਤੁਹਾਨੂੰ ਬੁਲਾਵਾਂਗੇ। ਉਹ ਕਹਿੰਦਾ ਮੈਂ ਤੁਹਾਡਾ ਸੈਮੀਨਾਰ ਵੀ ਉਡੀਕਦਾ। ਮੈਂ ਕਿਹਾ ਸੀ ਇਸ ਓਸ਼ਨ ਦੇ ਉੱਤੇ ਇੱਕ ਸੈਮੀਨਾਰ, ਉਹਨੇ ਓਸ਼ਨ ਲਫ਼ਜ਼ ਵੀ ਵਰਤੇ, ਧਰਤੀ ਨੂੰ ਓਸ਼ਨ ਹੀ ਕਹਿਣਾ। ਮੈਂ ਪਤਾ ਨਹੀਂ, ਮੈਨੂੰ ਇਹ ਓਸ਼ਨ ਨਹੀਂ ਲੱਗਦੀ, ਇਹ ਗੁਰੂ ਦਾ ਓਸ਼ਨ ਹੀ। ਤੇ ਉਹ ਦੇਖ ਲਓ ਉੱਥੇ ਤੁਸੀਂ, ਉਹ ਤਾਂ ਮੈਸੇਜ ਪਾਇਆ ਹੋਇਆ ਉਹਨੇ, ਉੱਥੇ ਹਾਜ਼ਰੀ ਪਾਈ ਹੋਈ ਹੈ। ਗੰਦ ਕਰੇ ਜਨ ਸਾਹ ਕੁੱਟਦਾ, ਹੌਲ ਦੇ ਲਟਕਣ ਫੰਦੇ, ਡਰ ਵੀ ਪੂਰਾ ਸਿਖਰ ਤੇ ਆਇਆ ਹੋਇਆ। ਇੱਕ ਪਾਸੇ ਬਲੈਸਿੰਗ, ਕਿਉਂਕਿ ਹਰ ਚੀਜ਼ ਨੇ ਸਾਹਮਣੇ ਆਉਣਾ, ਪੂਰੇ ਇਮਤਿਹਾਨ ਚੋਂ ਲੰਘ ਕੇ ਚੀਜ਼ ਨੇ ਸਾਬਤ ਹੋਣਾ। ਜੰਮਦੇ ਭੈ ਚੋਂ ਵੀ ਸਿਖਰ ਚੋਂ ਲੰਘਣਾ, ਸਿਰੇ ਦੀ ਸਿਖਰ ਚੋਂ ਲੰਘਣਾ ਵੀ ਲਿਆ ਤੇਰਾ ਕਿਹੜਾ ਡੰਗ ਆ ਜਿਹੜਾ ਮੌਤ ਦਾ। ਇੱਕ ਪੂਰਨ ਸਿੰਘ ਤੇ ਵੀ ਲਿਖਿਆ ਉਹਨੇ, ਭਾਈ ਵੀਰ ਸਿੰਘ ਦੇ ਭਰਾ ਨੇ, ਆਖਰੀ ਪੜਾ ਤੇ ਕਹਿੰਦਾ, ਉਹ ਕਹਿੰਦਾ ਲਿਆ ਮੌਤ ਤੇਰਾ ਕਿਹੜਾ ਡੰਗ ਆ, ਕਹਿੰਦਾ ਚੁੱਭਦਾ ਕਿ ਨਹੀਂ, ਦੇਖਦਾ ਭਲਾ। ਉਹਨੇ ਇੱਕ ਸਿੱਖ ਰਿਵਿਊ ਉਹਨਾਂ ਦਿਨਾਂ ਚ ਆਉਂਦਾ ਸੀ ਅੰਗਰੇਜ਼ੀ ਚ, ਉਹਦੇ ਚ 14 ਸਫ਼ਿਆਂ ਦਾ ਅੰਗਰੇਜ਼ੀ ਚ ਆਰਟੀਕਲ ਲਿਖਿਆ। ਉਹਨੇ ਇਹ ਵੀ ਲਿਖਿਆ, ਮੇਰੇ ਭਰਾ ਦੇ ਤਾਂ ਲੋਕਲ ਇੰਟਰਸਟ, ਪੂਰਨ ਸਿੰਘ ਇਜ਼ ਗਲੋਬਲ, ਲਿਖਿਆ ਉਹਨੇ, ਆਪ ਲਿਖਿਆ। ਉਹਦੇ ਬਲਵੀਰ ਸਿੰਘ ਉਹਨਾਂ ਦੇ ਭਰਾ ਨੇ। ਇਧਰ ਤੇਗ ਦੀ ਕਾਂਗ ਅਨੂਪਮ, ਮਿਹਰ ਦੀ ਕੰਗ ਉਤਾਰੇ। ਅਨੂਪਮ ਜਿਹਦਾ ਬੇਮਿਸਾਲ, ਪੀਅਰਲੈਸ, ਜਿਹਦਾ ਕੋਈ ਮੁਕਾਬਲਾ ਹੀ ਨਹੀਂ ਹੈਗਾ। ਤੇਰਾ ਰੂਪ ਅਨੂਪ ਚਿਹਰਾ, ਪਤਾ ਨਹੀਂ। ਉਹ ਫਿਰੋਜ਼ਦੀਨ ਸ਼ਰਫ ਦੀ ਗੁਰੂ ਗੋਬਿੰਦ ਸਿੰਘ ਤੇ ਪੋਇਮ ਹੈ, ਬੜੀ ਕਮਾਲ ਦੀ, ਬਹੁਤ ਕਮਾਲ ਦੀ ਹੈ। ਪਤਾ ਨਹੀਂ, ਉਹ ਤਾਂ ਗੁਰੂ ਦਾ ਸਿੱਖ ਹੀ ਬਣ ਜਾਂਦਾ ਜਦੋਂ ਕੋਈ ਕਵਿਤਾ ਲਿਖਦਾ, ਉਹਨੂੰ ਤਾਂ ਇਹ ਨਹੀਂ ਯਾਦ ਰੱਖਦਾ ਮੁਸਲਮਾਨ। ਬਹੁਤ ਕਮਾਲ ਦੀਆਂ ਸੀ ਉਹਦੀਆਂ ਪੋਇਮ। PhD ਵੀ ਕਰਾਈ ਮੈਂ ਇੱਕ ਐਮਫਿਲ ਕਰਾਈ ਹੈ, ਬਹੁਤ ਕਮਾਲ ਦੀ ਕੀਤੀ ਸੀ ਉਹਨੇ, ਬਹੁਤ ਹੀ ਸੋਹਣੀ। ਨਾਲੇ ਬੇਟੀ ਹਿੰਦੂਆਂ ਦੀ ਸੀ, ਸ਼ਕੁੰਤਲਾ, ਬਰਨਾਲੇ ਦੀ ਸੀ। ਮੇਰਾ ਖਿਆਲ ਪ੍ਰੋਫੈਸਰ ਲੱਗੀ ਉਹ ਪੱਕੀ, ਮੇਰੀ ਉਹ ਪਹਿਲੇ ਵਿਦਿਆਰਥੀਆਂ ਚ ਸੀ। ਬੜੀ ਪਿਆਰੀ ਬੱਚੀ, ਬੜੀ ਨੋਬਲ, ਨੇਕ। ਇਧਰ ਤੇਗ ਦੀ ਕਾਂਗ ਅਨੂਪਮ, ਮਿਹਰ ਦੀ ਗੰਗ ਉਤਾਰੇ। ਇਧਰ ਜਿਹੜੀ ਲਹਿਰ ਚੜੀ ਹੋਈ ਆ ਗੁਰੂ ਦੀ ਤੇਗ ਦੀ, ਬਲੈਸਿੰਗ ਦੀ, ਜਿਹੜੀ ਬ੍ਰਹਿਮੰਡਾਂ ਚੋਂ ਸਦੀਆਂ ਚ ਇਕੱਠੀ ਹੋ ਗਈ, ਜਿਹਦੇ ਚ ਟਾਈਮ ਮਿਥਿਆ ਨਹੀਂ ਜਾ ਸਕਦਾ, ਸਪੇਸ ਦੀਆਂ ਦੂਰੀਆਂ ਨਹੀਂ ਮਿਥਿਆ ਜਾ ਸਕਦੀਆਂ, ਦਰਿਆਵਾਂ ਦੇ ਭੇਦ ਨਹੀਂ ਮਿਥੇ ਜਾ ਸਕਦੇ, ਬਖਸ਼ਿਸ਼ ਵੀ ਐਡੀ ਧਰਤੀ ਤੇ ਨਹੀਂ। ਇਹ ਤਾਂ ਬੰਦਾ ਹੀ ਨਹੀਂ ਸਾਜਿਆ ਕਦੇ, ਕਦੇ ਸਾਜੀ ਕੋਈ ਕੌਮ ਦੱਸੋ? ਐ ਤੇ ਕ੍ਰਿਸ਼ਮਾ ਹੀ ਨਹੀਂ ਹੋਇਆ ਕਦੇ। ਪਤਾ ਨਹੀਂ ਕਿਵੇਂ ਹੋ ਗਿਆ ਰੱਬ ਦੇ ਘਰੋਂ ਇਹ ਕਿੱਡੀ ਗੱਲ। ਅਸੀਂ ਕਿੱਡੇ ਭਾਗਾਂ ਵਾਲਿਆਂ, ਚਾਹੇ ਪਾਪ ਕਰ ਲਈਏ ਕਿੱਡੇ ਭਾਗ, ਇਹ ਗੱਲ ਕਿੱਡੀ ਵੱਡੀ ਹੈ। ਇਧਰ ਤੇਗ ਦੀ ਕਾਂਗ ਅਨੂਪਮ, ਮਿਹਰ ਦੀ ਕੰਗ ਉਤਾਰੇ। ਬਲੈਸਿੰਗ ਗੰਗਾ ਵੀ ਹੋਏ ਨਹੀਂ ਰਹੀ, ਉਹ ਤੇ ਬ੍ਰਹਿਮੰਡਾਂ ਦੇ ਦਰਿਆਵਾਂ ਦਾ ਇੱਕ ਦਰਿਆ ਬਣ ਕੇ ਮਿਹਰ ਦੀ ਗੰਗ ਉਤਾਰੇ। ਤੇਜ਼ ਤੂਫਾਨੀ ਜਲ ਪੈ ਸੱਦਣ, ਉਜਲ ਹੰਸ ਤਰਨ। ਜਿਹੜੇ
ਉਹ ਜਲ ਜਿਹੜੇ ਧਰਤੀ ਤੇ ਆਏ ਵੀ ਨਹੀਂ ਕਿਤੇ। ਇਹ ਤੂਫਾਨੀ ਜਲ ਪਏ ਸਦਨ, ਪਾਣੀਆਂ ਨੇ ਵੀ ਉਹ ਤੂਫਾਨ ਵਾਂਗ ਜ਼ੋਰ ਪਕੜਿਆ ਹੋਇਆ। ਉਹ ਪਾਣੀਆਂ ਨੂੰ ਸੱਦ ਰਹੇ ਨੇ ਜਿਨ੍ਹਾਂ ਚ ਉਜਲ ਹੰਸ ਰੱਬ ਦੇ ਘਰ ਦੇ ਹੰਸ ਤਰਦੇ। ਹੰਸ ਵੀ ਜਿਵੇਂ ਬਸਮਾਤ ਦੇ ਘਰ ਸਾਰੀਆਂ ਚੀਜ਼ਾਂ ਹੀ ਹੋਣ, ਜਿਵੇਂ ਪੰਜ ਪਿਆਰੇ ਕਿਹੜਾ ਪਹਿਲੇ ਸੀ, ਬਸਮਾਤ ਚ ਜਾ ਕੇ ਹਰੇਕ ਚੀਜ਼ ਹੋਰ ਹੋ ਜਾਂਦੀ ਹੈ। ਜਿਵੇਂ ਬਾਲਟ ਬਿਟਮੈਨ, ਉਹਦਾ ਮੈਂ ਸੌਂਗ ਆਫ ਦੀ ਓਪਨ ਰੋਡ ਚ ਲਿਖਿਆ, ਅੱਜ ਤੱਕ ਕਿਸੇ ਨੇ ਨਹੀਂ ਲਿਖਿਆ, ਦਿਖਾ ਦਿਓ ਜੇ ਕਿਸੇ ਨੇ ਲਿਖਿਆ। ਸਭ ਤੋਂ ਵਧੀਆ ਉਹਦੇ ਤੇ ਉਹਨੇ ਲਿਖਿਆ ਐਫੋਮੈਥੀਸ਼ਨ ਨੇ। ਮੈਂ ਉਹਦੇ ਚ ਉਦੋਂ ਮੇਰੀ ਬਹੁਤੀ ਤਿਆਰੀ ਨਹੀਂ ਸੀ, ਉਹ ਤੋਂ ਲੈ ਵੀ ਨੇ ਖਿਆਲ ਬੜੇ, ਮੈਂ ਉਹ ਤੋਂ ਲਏ ਨੇ, ਪਰ ਹੁਣ ਜਿਹੜਾ ਮੈਂ ਦੱਸਿਆ ਇਹ ਨਹੀਂ ਉਹਨੇ ਕਿਤੇ ਵੀ ਦੱਸਿਆ ਕਿ ਉਹਦਾ ਮਿਊਜ਼ਿਕ ਕਿਉਂ, ਸੌਂਗ ਕਿਉਂ ਕਹਿੰਦਾ। ਹੁਣ ਦੱਸਿਆ ਕਿ ਉਹ ਅਵਾਰਡ ਤੱਕ ਪਹੁੰਚਿਆ ਜਿਹਨੂੰ ਸੌਂਗ ਤੋਂ ਵੱਖ ਕਰਕੇ ਨਹੀਂ ਦੇਖਿਆ। ਉਹ ਅਵਾਰਡ ਹੀ ਉਹ ਤੋਂ ਸੌਂਗ ਲਿਖਾਉਂਦਾ, ਉਹ ਆਪ ਨਹੀਂ ਲਿਖਦਾ। ਤੇ ਇਹ ਚੀਜ਼ਾਂ ਨੇ ਜਿਹੜੀਆਂ ਇਸ ਤਰ੍ਹਾਂ ਐ ਫਿਰ ਤੁਹਾਨੂੰ ਸਮਝ ਆ ਜਾਂਦਾ। ਸੋ ਪਿਆਰੇ ਬੱਚਿਓ, ਬਜ਼ੁਰਗੋ, ਸਿਆਣਿਓ, ਬੇਟੀਆਂ, ਮਾਵਾਂ, ਭੈਣਾਂ, ਬਹੁਤ ਧਿਆਨ ਨਾਲ ਇਹਨਾਂ ਨੂੰ ਸੁਣ ਕੇ ਅੱਗੇ ਕੰਮ ਕਰੋ। ਇਹ ਗੱਲਾਂ ਅਸੀਂ ਇੰਨੀਆਂ ਤੁਹਾਡੇ ਨਾਲ ਕਰ ਲਈਆਂ, ਇਹ ਚੌਥਾ ਪੂਰਾ ਹੋ ਗਿਆ। 3 ਭਾਗ ਹੋਰ ਰਹਿ ਗਏ, ਇੱਕ ਦੇ 2 ਨੇ, ਇੱਕ ਇਕੱਲਾ। ਇਹ ਟੋਟਲ 20 ਬਣ ਜਾਣਗੇ, 20 ਭਾਗ। 20 ਭਾਗਾਂ ਦੇ ਵਿੱਚ ਹਰਿੰਦਰ ਸਿੰਘ ਨੇ ਜੋ ਅੰਮ੍ਰਿਤ ਬਾਰੇ ਚੌਥਾ ਉਹਨਾਂ ਦਾ ਜਿਹੜਾ ਮਹਾਂਕਾਵ ਹੈ ਲਾਹੀ ਨਜ਼ਰ ਦੇ ਪੈਂਡੇ ਗੁਰੂ ਗੋਬਿੰਦ ਸਿੰਘ ਤੇ, ਉਹਦੇ ਬਾਰੇ ਜੋ ਲਿਖਿਆ ਉਦੋਂ ਅਸੀਂ ਦੱਸਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਆ। ਤੇ ਗੁਰਦੀਪ ਸਿੰਘ ਦਾ ਬਹੁਤ ਵੱਡਾ ਇਹਦੇ ਚ ਸਹਿਯੋਗ ਆ। ਇਹ ਬਹੁਤ ਔਖੀ ਤਿਆਰ ਹੁੰਦੀ ਹੈ, YouTube ਭਰਨੀ, ਤਿਆਰ ਕਰਨੀ, ਅਣਖ ਜੋ ਕੇ ਬੈਠੇ ਰਹਿਣਾ, ਕੋਈ ਬਹੁਤ ਵੱਡੀ ਸਮਾਧੀ ਆ ਇਹ ਕੋਈ ਸਧਾਰਨ ਗੱਲ ਨਹੀਂ ਹੈਗੀ। ਮੈਡੀਟੇਸ਼ਨ ਆ ਬਹੁਤ ਵੱਡੀ, ਬਹੁਤ ਵੱਡੀ ਕੰਟੈਂਪਲੇਸ਼ਨ ਆ। ਕੋਈ ਇਹਦਾ ਬਹੁਤ ਪਿੱਛੇ ਕੋਈ ਰੱਬ ਦਾ, ਕੋਈ ਮਾਂ ਪਿਓ ਦਾ ਚੰਗਾ ਕਾਰਜ ਕੀਤਾ ਹੋਇਆ, ਜਿਹੜਾ ਇਹਨੇ ਸਬਰ ਨਾਲ ਸੁਣ ਰਹੇ ਨੇ। ਮੈਂ ਭਾਵੇਂ ਮਾੜਾ ਚੰਗਾ ਕੋਈ ਕਰਦਾ, ਪਰ ਰੱਬ ਇਹਨਾਂ ਦਾ ਫਲ ਲਾਜ਼ਮੀ ਦਊਗਾ, ਇਹਦੇ ਬਾਰੇ ਮੈਨੂੰ ਕੋਈ ਭੁਲੇਖਾ ਨਹੀਂ। ਹੁਣ ਮੈਂ ਆਪਣਾ ਇਹ ਸੰਪੂਰਨ ਕਰ ਲਿਆ ਆਪਾਂ। ਮੈਂ ਗੁਰਦੀਪ ਸਿੰਘ ਜੀ ਨੂੰ ਬੇਨਤੀ ਕਰਦਾ ਆਪਣੇ ਖਿਆਲ ਦੇਣ। ਜੇ ਠੀਕ ਹੈ ਬਾਬਾ ਜੀ, ਬਹੁਤ ਬਹੁਤ ਧੰਨਵਾਦ। ਦੇਖੋ, ਇੱਕ ਬਹੁਤ ਹੀ ਵਧੀਆ ਚੀਜ਼ ਮੈਂ ਆਪਣੇ ਜਿਹੜੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਇੱਥੇ, ਕਿ ਇੱਕ ਖਜ਼ਾਨਾ ਆਪਣੇ ਕੋਲ ਹੈ ਜਿਹਦਾ ਆਪਾਂ ਨੂੰ ਜਾਂ ਤਾਂ ਪਤਾ ਨਹੀਂ ਹੈ ਜਾਂ ਆਪਾਂ ਉਸਨੂੰ ਇਗਨੋਰ ਕੀਤਾ ਹੈ। ਮੈਂ ਇੱਕ ਹੋਰ ਬੇਨਤੀ ਕਰਾਂਗਾ ਕਿ ਸਾਰੇ ਸਰੋਤੇ ਜਿਹੜੇ ਨੇ ਉਹ ਆਰਨੋਲਡ ਦਾ ਟੱਚਸਟੋਨ ਮੈਥਡ ਜ਼ਰੂਰ ਪੜ੍ਹਨ ਕਿ ਟੱਚਸਟੋਨ ਮੈਥਡ ਕੀ ਹੈ। ਟੱਚਸਟੋਨ ਨੂੰ ਅਕਸਰ ਗਲਤੀ ਨਾਲ ਪਾਰਸ ਪੱਥਰ ਸਮਝ ਲਿਆ ਜਾਂਦਾ, ਫਿਲਾਸਫਰਸ ਸਟੋਨ। ਟੱਚਸਟੋਨ ਹੁੰਦੀ ਹੈ ਕਸੌਟੀ। ਉਹ ਟੱਚਸਟੋਨ ਮੈਥਡ ਦੇ ਵਿੱਚ ਦੱਸਿਆ ਕਿ ਜੇ ਤੁਸੀਂ ਪਿਓਰ ਚੀਜ਼ ਲੱਭਣੀ ਹੈ ਤੇ ਤੁਸੀਂ ਟੱਚਸਟੋਨ ਮੈਥਡ ਯੂਜ਼ ਕਰਕੇ ਲੱਭ ਸਕਦੇ ਹੋ। ਹੁਣ ਜੇਕਰ ਆਪਣੀ ਕੋਈ ਰੋਜ਼ ਦੀ ਗੱਲ ਹੈ ਜਾਂ ਆਪਾਂ ਕੋਈ ਆਪਣਾ ਵਿਚਾਰ ਹੈ ਤਾਂ ਵਧੀਆ ਵਿਚਾਰ ਕਿਹੜਾ ਹੈ, ਉਹ ਆਪਾਂ ਟੱਚਸਟੋਨ ਦੇ ਤੌਰ ਤੇ ਗੁਰਬਾਣੀ ਨੂੰ ਵਰਤ ਸਕਦੇ ਹਾਂ ਕਿ ਗੁਰਬਾਣੀ ਦੇ ਹਿਸਾਬ ਨਾਲ ਇਹ ਸਹੀ ਹੈ ਤੇ ਇਹ ਸਹੀ ਹੋਏਗਾ 100%। ਜਿੱਦਾਂ ਸੁਖਮਨੀ ਸਾਹਿਬ ਵਿੱਚੋਂ ਲੈ ਲਈਏ ਕਿ ਸੁਖਮਨੀ ਸਾਹਿਬ ਦੇ ਵਿੱਚ ਕੋਈ ਲਾਈਨ ਕਿਤੋਂ ਵੀ ਤੁਸੀਂ ਲੈ ਲਓ, ਜਿਵੇਂ ਤੁਸੀਂ ਲੈ ਲਓ ਆਪਣੇ ਬ੍ਰਹਮ ਗਿਆਨੀ ਦਾ ਭੋਜਨ ਗਿਆਨ, ਇਹੋ ਜਿਹੀ ਛੋਟੀ ਜਿਹੀ ਇੱਕ ਆਈਡੀਆ, ਇੱਕ ਕੋਈ ਵੀ ਆਈਡੀਆ ਲੈ ਲਓ ਆਪਦਾ, ਉਹਨੂੰ ਤੁਸੀਂ ਉਹਦੇ ਨਾਲ ਟੱਚਸਟੋਨ ਮੈਥਡ ਦੀ ਤਰ੍ਹਾਂ ਲੈ ਲਓ। ਸਾਰੇ ਧਰਮ ਗ੍ਰੰਥ ਆਪਣੇ ਆਪ ਦੇ ਵਿੱਚ ਬੜੇ ਕਮਾਲ ਨੇ। ਤੁਸੀਂ ਦੇਖੋ ਕਈ ਤਾਂ ਆਪਣੇ ਸਿਸਟਮ ਉਹਨਾਂ ਦੇ ਪਿੱਛੇ ਕਿੱਦਾਂ ਦਾ ਕੰਮ ਕਰਦਾ ਉਹ ਵੀ ਸਮਝਣ ਦੀ ਲੋੜ ਹੈ। ਜਿਵੇਂ ਬਾਬਾ ਜੀ ਹੈਬਰਿਊਜ਼ ਦੀ ਬਾਈਬਲ ਜਿਹੜੀ ਹੈ ਇਹਨਾਂ ਦੀ ਜੂਡਾਇਜ਼ਮ ਵਾਲਿਆਂ ਦੀ, ਉਹ ਕਹਿੰਦੇ ਕਿ ਨਰਕ ਹੈ ਹੀ ਨਹੀਂ ਹੈ। ਉਹਨਾਂ ਨੇ ਟੈਂਟਾ ਹੀ ਖਤਮ ਕਰ ਦਿੱਤਾ ਕਿ ਨਰਕ ਹੁੰਦਾ ਹੀ ਨਹੀਂ ਹੈ, ਇਕੱਲਾ ਸਵਰਗ ਹੀ ਹੁੰਦਾ। ਉਹ ਕਹਿੰਦੇ ਚਲੋ ਖੈਰ ਉਹ ਆਪਣੇ ਹਿਸਾਬ ਨਾਲ ਉਹਨਾਂ ਦਾ ਲਿਖਿਆ ਹੋਇਆ। ਤੋ ਇਹਨੂੰ ਟੱਚਸਟੋਨ ਮੈਥਡ ਨੂੰ ਯੂਜ਼ ਕਰਕੇ ਤੁਸੀਂ ਬੜਾ ਫਾਇਦਾ ਲੈ ਸਕਦੇ ਹੋ। ਮੈਂ ਆਪਣੇ ਕੋਲ ਇਹੋ ਜਿਹੇ ਆਈਡੀਆ ਜਿਹੜੇ ਨੇ ਤੁਹਾਨੂੰ ਤਾਂ ਦੇ ਰਿਹਾ ਕਿ ਤੁਸੀਂ ਦੇਖ ਸਕੋ ਕਿ ਕੰਮ ਦੇ ਪਿੱਛੇ ਕਿਸ ਦਾ ਕੰਮ ਹੈ। ਕਈ ਵਾਰ ਕੀ ਹੁੰਦਾ ਕਿ ਆਪਾਂ ਦੇਖਿਆ ਕਿ ਜਿਹੜੇ ਨੀਮ ਸਾਹਿਤਕਾਰ ਵੀ ਕੀ ਕਰਦੇ ਨੇ, ਉਹ ਵੱਡੇ ਸਾਹਿਤਕਾਰ ਦੀ ਜਾਂ ਜੀਨੀਅਸ ਸਾਹਿਤਕਾਰ ਦੀ, ਜਿਵੇਂ ਮੈਂ ਸਪੈਸ਼ਲ ਐਗਜ਼ਾਮਪਲ ਇੱਕ ਲੈਂਦਾ ਮਹਿਬੂਬ ਸਾਹਿਬ ਦੀ। ਮਹਿਬੂਬ ਸਾਹਿਬ ਦੀ ਜਿਹੜੇ ਇਹੀ ਆਪਾਂ ਗੱਲ ਚੱਲ ਰਹੀ ਸੀ ਹਥਲੀ ਸਹਿਜ ਰਚਿਓ ਖਾਲਸਾ, ਉਹ ਸਹਿਜ ਰਚਿਓ ਖਾਲਸਾ ਦੇ ਵਿੱਚੋਂ ਆਪਣੀਆਂ ਕਿਤਾਬਾਂ ਤਾਂ ਕੱਢੀ ਜਾਂਦੇ ਨੇ, ਉਦਾਂ ਦੇ ਵਿਚਾਰ ਵਰਤੀ ਜਾਂਦੇ ਨੇ, ਨਾ ਮਹਿਬੂਬ ਸਾਹਿਬ ਦੇ ਬਾਰੇ ਗੱਲ ਕਰਦੇ ਨੇ,
ਨਾ ਮਹਿਬੂਬ ਸਾਹਿਬ ਦੀ ਉਸ ਕਿਤਾਬ ਬਾਰੇ ਕਿਸੇ ਬਾਰੇ ਲਿਖਤ ਬਾਰੇ ਗੱਲ ਕਰਦੇ ਨੇ, ਔਰ ਜਿਹੜਾ ਕਰਦਾ ਹੈ ਉਹ ਉਹਨੂੰ ਕ੍ਰਿਟਿਸਾਈਜ਼ ਕਰੀ ਜਾਂਦੇ ਨੇ। ਇਹਦਾ ਮੈਂ ਕਾਰਨ ਦੱਸਦਾ ਕੀ ਹੈ। ਹੂੰ ਇਹ ਸਭ ਤੋਂ ਡੇਂਜਰਸ ਬੰਦੇ ਹੁੰਦੇ ਨੇ। ਹਾਂਜੀ ਸਭ ਤੋਂ ਡੇਂਜਰਸ, ਜਿਵੇਂ ਖੋਖੇ ਲਾ ਦੇਈਦੇ ਨੇ ਵੱਡੀਆਂ ਦੁਕਾਨਾਂ ਦੇ ਮੂਹਰੇ। ਹਾਂਜੀ ਮੈਂ ਅੱਗੇ ਮਿਸਾਲ ਵੀ ਦਿੱਤੀ ਸੀ, ਯੂਨੀਵਰਸਿਟੀ 'ਚ ਵੀ ਇੱਕ ਵਾਰੀ ਦਿੱਤੀ। ਹਾਂਜੀ ਕਿ ਅਸੀਂ ਜਦੋਂ ਪਾਕਿਸਤਾਨ ਚੋਂ ਆਏ, ਮੇਰੇ ਨਾਨਕੇ ਖੰਨੇ ਰਸੂਲੜੇ ਸੀ, ਨਾਲ ਹੀ ਆ। ਵਿਚਾਰੇ ਜਿਹੜੇ ਭਾਪੇ ਤੋਂ ਗਰੀਬ ਸੀਗੇ, ਖੋਖੇ ਲਾ ਕੇ GT ਰੋਡ ਬਹੁਤ ਚੌੜੀ ਆ, ਉੱਥੇ ਦੁਕਾਨਾਂ ਖੋਲ ਲਈਆਂ ਉੱਥੇ। ਉਹ ਖੋਖੇ ਇੰਨੇ ਨਾਲੋਂ ਨਾਲ ਲੱਗੇ, ਪਿੱਛੇ ਵੱਡੀਆਂ ਦੁਕਾਨਾਂ ਦਿਖਣ ਵੱਟ ਗਈਆਂ। ਹਾਂਜੀ, ਸਮਾਨ ਉਹਨਾਂ ਤੋਂ ਹੀ ਲੈਂਦੇ ਸੀਗੇ ਉਹ। ਪਰ ਇੱਥੇ ਇਹ ਮਨਮੱਤਾ, ਇਹ ਬਹੁਤ ਡੇਂਜਰਸ ਆ। ਇਹ ਤੁਹਾਨੂੰ ਕਿਸੇ ਵੱਡੀ ਚੀਜ਼ ਤੋਂ ਰੋਕ ਕੇ ਰੱਖਦੀ ਹੈ। ਇਹਨਾਂ 'ਚ ਨਿਮਰਤਾ ਨਹੀਂ ਹੁੰਦੀ। ਬੰਦੇ 'ਚ ਇਹ ਆ ਕਿ ਮੈਂ ਮੂਹਰੇ ਆ, ਉਹਦੇ 'ਚ ਮੈਂ ਆ ਜਿਹੜੀ, ਇਹ ਸਧਾਰਨ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਦੱਸਦਾ, ਮੈਂ ਉਹਦੀ ਸਾਰੀ YouTube ਤਾਂ ਨਹੀਂ ਸੁਣੀ, ਉਹਦਾ ਹੈਡਿੰਗ ਸੁਣਿਆ, ਜਿਹੜਾ ਆਪਣਾ ਅਜਮੇਰ ਸਿੰਘ ਜੀ ਕਾਮਰੇਡਾਂ ਦੇ ਖਿਲਾਫ ਬੋਲਦੇ ਨੇ, ਵੀ ਇਹ ਨਹੀਂ ਬਦਲੇ ਮੇਰਾ ਖਿਆਲ ਕਿਸਾਨ ਮੋਰਚੇ 'ਚ। ਉਹ ਕਿਸਾਨ ਜਿਹੜੇ ਕਾਮਰੇਡ ਨੇ ਜਾਂ ਮਾਰਕਸਵਾਦੀ ਬੰਦੇ ਨੇ ਜਾਂ ਕੋਈ ਹੋਰ ਨੇ, ਉਹਨਾਂ ਦਾ ਤਾਂ ਸੁਭਾਅ, ਉਹ ਕਿਹੜਾ ਦਿਖਾਵਾ ਕਰਦੇ ਨੇ। ਉਹ ਤਾਂ ਜਿਹੇ ਜਿਹੇ ਹੈਗੇ ਨੇ ਬਿਲਕੁਲ ਉਹੀ ਨੇ। ਜੇ ਪਿੱਤਲ ਨੇ ਪਿੱਤਲ ਰੱਖਦੇ ਨੇ, ਸਾਨੂੰ ਦਿਖਾਵਾ ਤਾਂ ਨਹੀਂ ਕਰਦੇ। ਪਰ ਮੈਂ ਤੈਨੂੰ ਕਹਿਣਾ, ਤੂੰ ਜਿਹੜਾ ਏਡੀ ਏਡੀਆਂ ਗੱਲਾਂ ਕਰਦਾ, ਤੂੰ ਮੇਰੀ ਕਿਤਾਬ ਦਾ ਇੰਨਾ ਵਿਰੋਧ ਕਿਉਂ ਕੀਤਾ? ਨਾ ਕਦੇ ਮੁੜ ਕੇ ਕਿਹਾ ਵੀ ਸਾਡੀ ਗਲਤੀ ਸੀ। ਤੂੰ ਅੱਡੀਆਂ YouTube'ਾਂ ਬਣਾਉਣਾ, ਸਿੱਖ ਚਿੰਤਕ ਵੀ ਆ, ਤੇ ਤੂੰ ਕਿਹੜੇ ਦਾਅਵੇ ਨਾਲ ਕਹਿਣਾ? ਫਿਰ ਮੇਰੇ ਨਾਲ ਗੱਲ ਕਰ ਲਾ ਜਾ ਤਾਂ। ਮੈਂ ਕਹਿੰਦਾ ਇਹ ਪਖੰਡ, ਇਹ ਮਨਮੱਤ, ਜਿਹੜੀ ਕਿਸੇ ਵੱਡੀ ਚੀਜ਼ ਨੂੰ, ਮੈਂ ਕਿਹੜਾ ਆਪਦੀ ਗੱਲ ਕਰਦਾ, ਮੈਂ ਤਾਂ ਹਰਿੰਦਰ ਤੇ ਕੰਮ ਕੀਤਾ। ਹਾਲਾਂਕਿ ਮੈਨੂੰ ਇੱਥੇ ਪ੍ਰੋਫੈਸਰ ਨੇ, ਬਹੁਤ ਸੀਨੀਅਰ ਯੂਨੀਵਰਸਿਟੀ ਦੇ, ਗੁਰੂ ਗ੍ਰੰਥ ਸਾਹਿਬ ਵਿਭਾਗ ਚੋਂ ਰਿਟਾਇਰ ਹੋਏ, ਉਹਨਾਂ ਨੂੰ ਸਾਰਾ ਪਤਾ। ਮੇਰੇ ਪਿੰਡ ਦੇ ਚੁਗਲਖੋਰਾਂ ਮਗਰ ਲੱਗ ਕੇ ਉਹਨੇ ਮੈਨੂੰ ਬਹੁਤ ਤੰਗ ਕੀਤਾ। ਹਰਿੰਦਰ ਆਪ ਵੀ ਹੋਇਆ, ਮੈਂ ਦੱਸਿਆ ਵੀ ਹੈ ਪਹਿਲੀ YouTube 'ਚ। ਪਰ ਅਸੀਂ ਤੇ ਉਹਦੇ ਤੇ ਕੰਮ ਕਰ ਰਹੇ ਤਾਂ ਕੰਮ ਦੁਨੀਆ 'ਚ ਜਾਣ ਵਾਲਾ। ਅਸੀਂ ਉਹਦੀਆਂ ਉਹ ਚੀਜ਼ਾਂ ਨਾਲ ਤਾਂ ਨਹੀਂ ਲੜਨਾ ਪੜਨਾ, ਜਿਹੜੀਆਂ ਚੀਜ਼ਾਂ ਉਹਦੇ ਕੰਮ ਨੂੰ ਪਿੱਛੇ ਛੱਡਦੀਆਂ। ਉਹਦੇ ਕੰਮ 'ਚ ਉਹਨੇ ਕਿਸੇ ਨਾਲ ਲਿਹਾਜ਼ ਨਹੀਂ ਕੀਤੀ। ਉਹਦੀ ਝੁੰਦਾ ਪਿੰਡ ਤੇ ਪੋਇਮ ਮੈਂ ਆਉਂਦੀ YouTube 'ਚ ਪੜ੍ਹ ਕੇ ਸੁਣਾਉਂਗਾ। ਉਹਦੇ ਮੁਤਾਬਕ ਮੈਂ ਸ਼ਹੀਦੀ ਅਰਦਾਸ ਕਿਤਾਬ ਲਿਖੀ। ਪਿੰਡ 'ਚ ਬੰਦੇ ਦਾ ਜ਼ਿਕਰ ਹੀ ਨਹੀਂ ਕਿਸੇ ਦਾ, ਕੋਈ ਬੰਦਾ ਨਹੀਂ ਹੈ। ਮੂੰਹ ਬਥੇਰਾ ਬੈਠਦਾ ਸੀ, ਸੰਗਤ ਤੇ ਜਾ ਕੇ ਝੀਲ ਪਾਉਂਦਾ ਸੀ, ਅਗਲੇ ਨੂੰ ਲੱਗਦਾ ਸੀ ਮੇਰਾ ਹੀ ਆ। ਜਿਗਦੇ ਦੇ ਘਰੇ ਚਾਹ ਪੀ ਗਿਆ, ਉਸੇ ਦਾ ਹੀ ਸੀਗਾ ਵੀ ਉਹ। ਚਲੋ, ਪਰ ਉਹਨੇ ਆਪਣੀ ਲਿਖਤ 'ਚ ਕਿਉਂ ਨਹੀਂ ਲਿਆਂਦਾ? ਪਿੰਡ ਦੇ ਲੋਕਾਂ ਨੂੰ ਨਹੀਂ। ਉਹਨੇ ਕਿਹੜਾ, ਉਹਦਾ ਤਾਂ ਵੱਡੇ ਲਾਚ ਹੁੰਦੀਆਂ ਸੀ ਚੀਜ਼ਾਂ, ਜੇ ਥਾਂ ਹੁੰਦੀ ਆ ਜਾਂਦੇ, ਨਹੀਂ ਆਇਆ ਕੋਈ। ਇਹ ਗੱਲਾਂ ਨੂੰ ਅਸੀਂ ਜਿਵੇਂ ਲੈਂਪ 'ਚ ਬੱਤੀ ਚੜਾਈ ਦੀ ਹੈ, ਜੇ ਐਵੇਂ ਤੁਰਨੀ ਜਾਈਏ ਕੀ ਬਣ ਜੂਗਾ? ਜੇ ਰਾਈਟਰ ਤੇ ਕੰਮ ਕਰਦੇ ਹੋ, ਧਿਆਨਦਾਰੀ ਨਾ ਕਰੋ। ਹਾਂ, ਆਪਣਾ ਆਪ ਭੁਲਾ ਕੇ ਕਰੋ, ਉਹਦੀ ਥਾਂ ਦਿਓ ਉਹਨੂੰ। ਇਹ ਨਿਮਰਤਾ ਹੀ ਨਹੀਂ ਹੁੰਦੀ ਸਾਡੇ 'ਚ, ਬਿਲਕੁਲ ਨਹੀਂ ਹੁੰਦੀ ਹੈ। ਨਿਮਰਤਾ ਤੋਂ ਬਿਨਾਂ ਸਾਡੀ ਗੱਲ ਨਹੀਂ ਪੁੱਗਦੀ, ਜਿੰਨਾ ਮਰਜ਼ੀ ਜ਼ੋਰ ਲਾ ਲਈ। ਰੌਲਾ ਹੁੰਦਾ, ਰੌਲੇ ਤੋਂ ਅਸੀਂ ਆਪ ਹੀ ਬੋਰ ਹੋ ਜਾਂਦੇ, ਅਸੀਂ ਖੁਦ ਬੋਰ ਹੋ ਜਾਂਦੇ। ਬਾਕੀ ਮੈਂ ਸਾਰਿਆਂ ਨੂੰ ਭੂਮਿਕਾ ਉਹ ਕਿਤਾਬ ਦੀ ਦੇ ਉੱਤੇ ਵੀ ਮੈਂ ਲਿਖਿਆ ਬਈ ਇਬਨ ਅਲ ਅਰਬੀ ਕਹਿੰਦਾ, ਜਦੋਂ ਤੁਸੀਂ ਪਾਠ ਕਰਦੇ ਹੋ, ਤੁਹਾਡੇ ਬੁੱਲ ਮੂੰਹ ਹੀ ਨਹੀਂ ਹਿੱਲਣਾ ਚਾਹੀਦਾ, ਤੁਹਾਡੀਆਂ ਹੱਡੀਆਂ ਵੀ ਪ੍ਰੇਅਰ ਕਰਦੀਆਂ। ਮੈਂ ਸ਼ਹੀਦੀ ਅਰਦਾਸ ਜਦੋਂ ਕਿਤਾਬ ਲਿਖਿਆ ਤਾਂ ਉਹਨੂੰ ਸੱਚੇ ਦਿਲੋਂ ਕਹਿਣਾ, ਮੇਰੀਆਂ ਹੱਡੀਆਂ ਵੀ ਨਾਲ ਸੀ। ਉਦੋਂ ਬਾਅਦ ਮੈਂ ਬਿਮਾਰ ਵੀ ਹੋ ਗਿਆ। ਉਹ ਕਿਤਾਬ ਤੁਸੀਂ ਸਾਰੇ ਪੜ੍ਹੋ, ਜ਼ਰੂਰ ਪੜ੍ਹੋ। ਉਹਦੇ ਨਾਲ ਤੁਹਾਨੂੰ ਇੱਕ ਬਹੁਤ ਵੱਡਾ, ਉਹ ਤਾਂ ਐਪਿਕ ਹੈ ਹਰਿੰਦਰ ਦਾ, ਉਹ ਕਿਹੜਾ ਮੈਂ ਤਾਂ ਲਿਖਿਆ ਉਹਦੇ ਤੇ, ਉਹਦਾ ਵਿਜ਼ਨ ਦੱਸਿਆ। ਉਹਦੇ ਨਾਲ ਤੁਹਾਨੂੰ ਬਹੁਤ ਕੁਝ ਸਮਝ ਆ ਜਾਊ। ਉਹਦੀ ਲਿਖਤ ਫਿਰ ਹੋਰ ਪਾਸੇ ਵੀ ਸਮਝ ਆਉਣੀ ਸ਼ੁਰੂ ਹੋ ਜਾਊਗੀ। ਤੁਹਾਨੂੰ ਬਾਕੀ ਲਿਖਤਾਂ ਵੀ ਸਮਝ ਆ ਜਾਣਗੇ, ਤੁਹਾਨੂੰ ਪਿੰਡਰਾਂ ਵਾਲਾ ਵੀ ਸਮਝ ਆ ਜਾਊ ਕਿ ਉਹਦਾ ਸ਼ਹਾਦਤ ਰੂਪ ਕੀ ਆ, ਉਹ ਬਾਕੀ ਕਿੱਥੇ ਪਿਆ, ਸਾਨੂੰ ਕਿਹੜੇ ਪਾਸੇ ਨੂੰ ਛੇੜਨਾ ਚਾਹੀਦਾ ਉਹਦੇ ਨੂੰ। ਪਿੰਡਰਾਂ ਵਾਲਾ ਸ਼ਹੀਦ ਆ, 50 ਪੈਰਿਆਂ ਚੋਂ ਕਿਤੇ ਵੀ ਆ, ਚਾਹੇ ਉਹਦਾ ਕੋਈ ਰੁਤਬਾ ਇਹਦੇ 'ਚ। 50 ਪੈਰਿਆਂ 'ਚ ਇਕੱਲੀ ਜੰਗ ਤਾਂ ਨਹੀਂ, ਸ਼ਹੀਦ ਹੋਣਾ ਹੀ ਤਾਂ ਨਹੀਂ। ਕਿੰਨੇ ਰੂਪ ਆਏ ਨੇ, ਹੁਣੇ ਹੀ ਆਏ ਨੇ।
ਇਹ ਰੂਪ ਭਿੰਡਰਾਂ ਵਾਲੇ ਦੇ ਵੀ ਨੇ, ਉਧਰ ਨੂੰ ਕੋਈ ਜਾਂਦਾ ਨਹੀਂ। ਹੂੰ ਗੁਰਬਾਣੀ ਤੇ ਨਹੀਂ ਬੋਲਦਾ ਕੋਈ ਖਾਲਿਸਤਾਨ। ਗਿਣਤੀ ਵੀ ਉਠਦੀ ਪੂਛ ਵਾਂਗੂ ਘਟੀ ਜਾਂਦੀ ਆ, ਹਰ ਵਾਰੀ ਘਟ ਰਹੀ ਆ ਖਾਲਿਸਤਾਨ। ਤੁਸੀਂ ਇੰਨਾ ਸੌਖਾ ਜਿਹਾ ਕਿਵੇਂ ਕਹਿ ਦਿੰਦੇ ਹੋ ਜਦੋਂ ਤੁਹਾਡੀ ਨਾ ਤਿਆਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਤੇ ਬੋਲਦੇ? ਤਾਂ ਸੁਣਿਆ ਕਦੇ ਕੋਈ ਗੁਰੂ ਗ੍ਰੰਥ ਸਾਹਿਬ ਤੇ ਬੋਲਦਾ ਹੋ? ਜਾਂ ਹੁਕਮ ਦੇਈ ਜਾਂਦੇ ਨੇ, ਕਦੇ ਬਾਹਰਲੇ ਕੰਟਰੀ ਨੂੰ ਹੁਕਮ ਕਰਤਾ, ਕਦੇ ਕਿਤੇ ਕਰਤਾ, ਪਤਾ ਨਹੀਂ ਇਹਨੂੰ ਡਰ ਹੀ ਨਹੀਂ ਲੱਗਦਾ ਕੋਈ ਇਹ ਜਿਹੀਆਂ ਗੱਲਾਂ। ਜਾਂ ਇੱਕ ਬਾਹਰਲਾ ਬੰਦਾ ਬੋਲ ਰਿਹਾ ਸੀ, ਉਹ ਅਕਾਲ ਹੈਗਾ ਚੈਨਲ, ਉਹਦੇ ਤੇ ਵੀ ਜੀ ਸਾਰੇ ਬੰਦਿਆਂ ਨੇ ਰਿਸਰਚ ਕੀਤੀ ਹੋਈ ਆ। ਮੈਂ ਵੀ ਬਾਹਰਲਿਆਂ ਨੂੰ ਸੁਣਦਾ ਰਹਿਣਾ, ਮੈਨੂੰ ਕਿਸੇ ਦੀ ਰਿਸਰਚ ਨਹੀਂ ਲੱਗਦੀ। ਬੀਜੀ ਨੇ ਪੂਰਨ ਸਿੰਘ ਤੇ ਹਰਿੰਦਰ ਪੜਿਆ ਹੋਵੇ, ਉਹਨਾਂ ਚੋਂ ਬੋਲ ਚਾਲ ਤੋਂ ਮੈਨੂੰ ਨਹੀਂ ਦੱਸਿਆ ਕਰ। ਬਹੁਤ ਹਲਕੀ ਬੋਲ ਚਾਲ ਹੁੰਦੀ, ਦਾਵਾ ਵੱਡਾ ਹੁੰਦਾ, ਦਾਵਾ ਬਹੁਤ ਵੱਡਾ ਹੁੰਦਾ, ਪਰ ਗੱਲ ਹਲਕੀ। ਦਾਵਾ ਤਾਂ ਏਦਾਂ ਕਰ ਦਿੰਦੇ, ਦਾਵਾ ਕਰਨ ਤੇ ਕਿਹੜਾ ਫੀਲ ਲੱਗਦੀ ਆ। ਉਹ ਕਈ ਇੰਡੀਮੀਅਨ ਨੂੰ ਵੀ ਕਈ ਹੁਣ ਬੰਦੇ ਨੇ ਪੜ੍ਹੀ ਹੁੰਦੀ ਨਹੀਂ, ਇੰਡੀਮੀਅਨ ਕਿੱਦਾਂ ਨਾਲ, ਉਹ ਕਹਿੰਦਾ ਮੈਨੂੰ ਜੱਚੀ ਨਹੀਂ, ਮੈਨੂੰ ਚੰਗੀ ਨਹੀਂ ਲੱਗੀ। ਮੈਂ ਕਿਹਾ ਉਹਦੇ 7 ਹਫ਼ਤੇ ਜਿਹੜੇ ਲਿਖੀ ਆ ਪੋਇਮ ਜੌਨ ਕੀਟਸ ਨੇ 1817 ਦੀ ਮਈ ਤੋਂ ਲੈ ਕੇ 1817 ਦੀ ਨਵੰਬਰ 1818 ਚ ਰਿਲੀਜ਼ ਹੋਈ ਸੀ, ਉਹ ਹੁਣ ਪੜ੍ਹਦੇ ਆ ਬਾਬਾ ਜੀ। ਉਹ ਦੇਖੋ ਇੰਡੀਮੀਅਨ, ਉਹਦਾ ਲਿੰਕ ਆਪਣੀ ਨਾਲ ਜਿਹੜੀ ਚੰਦ ਦੀ ਦੇਵੀ ਹੁੰਦੀ ਆ ਉਹਦੇ ਨਾਲ ਕਿੱਦਾਂ ਬਣਦਾ ਵਾ, ਕਿੱਦਾਂ ਨਾਲ ਉਹਨੂੰ ਸਲੰਬਰ ਦਾ ਜਿਹੜਾ ਸੁੱਤੇ ਰਹਿਣ ਦਾ ਉਹ ਮਿਲਦਾ ਵਾ, ਸ਼ਰਾਪ ਆਪਣੇ ਤੋਂ ਜਿਊਸ ਤੋਂ, ਉਹ ਸਾਰੀਆਂ ਚੀਜ਼ਾਂ ਉਹ ਪੜ੍ਹੀਆਂ ਹੁੰਦੀਆਂ ਨਹੀਂ ਕਿ ਦਾਵਾ ਵੱਡਾ ਕਰ ਦਿੰਦੇ ਨੇ ਕਿ ਇਦਾਂ ਨਹੀਂ ਜੀ, ਆ ਨਹੀਂ ਜੱਚਿਆ, ਇਹ ਹੈ ਹੀ ਨਹੀਂ। ਮੈਂ ਤੁਹਾਨੂੰ ਦੱਸਦਾ, ਮੈਂ ਇੱਕ ਵਾਰੀ ਹਰਿੰਦਰ ਨੂੰ ਮੈਂ ਕਿਹਾ, ਹਰਿੰਦਰ ਮੈਂ ਪਰੀ ਲੋੜ ਪੜ੍ਹੀ ਆ, ਮੈਂ ਕਿਹਾ ਪਰ ਮੈਨੂੰ ਯਾਰ ਇੰਨਾ ਉਹਦਾ ਵਿਜ਼ਨ ਨਹੀਂ ਹੋਇਆ ਜਿਵੇਂ ਹੋਣਾ ਚਾਹੀਦਾ, ਪੋਇਟ ਵੀ ਵੱਡਾ ਇਹ ਚ ਕੁਛ। ਮੈਨੂੰ ਕਹਿੰਦਾ ਕਈ ਵਾਰੀ ਇਨਸਪੀਰੇਸ਼ਨ ਨਹੀਂ ਹੁੰਦਾ ਉਹਦਾ। ਕੀ ਗੱਲ ਸੀ? ਹੁਣ ਮੈਂ ਪੜ੍ਹਿਆ ਮੈਂ ਮੈਨੂੰ ਉਹਦਾ ਬਹੁਤ ਪਿਆਰ ਹੁੰਦਾ, ਉਹ ਉਸ ਚੀਜ਼ ਨੂੰ ਇੰਨਾ ਤੜਫਦਾ ਜਿਹੜੀ ਸਾਡੇ ਕੋਲ ਜਾ ਰਹੀ ਹੈ। ਵਾਹ, ਇਹ ਕੁਦਰਤ ਕਿਉਂ ਜਾ ਰਹੀ ਆ? ਉਹਦੇ ਐਡੀ ਕਰਾਈ ਆ, ਸੇਂਟ ਬਣ ਜਾਂਦਾ। ਫਿਰ ਉਹ ਕੁਦਰਤ ਦੀਆਂ ਖੂਬਸੂਰਤੀਆਂ ਦੱਸਦਾ, ਕਦੇ ਕਿਤੇ ਚਲਿਆ ਜਾਂਦਾ, ਸਾਨੂੰ ਨਹੀਂ ਪਤਾ। ਬਹੁਤ ਕਮਾਲ ਆ ਉਹ। ਫਿਰ ਜਦੋਂ ਵਿਦ ਇਨਸਪੀਰੇਸ਼ਨ ਪੂਰਨ ਸਿੰਘ ਕਹਿੰਦਾ ਆਲ ਇਜ਼ ਟਰੂ, ਵਿਦਆਊਟ ਇਨਸਪੀਰੇਸ਼ਨ ਨਥਿੰਗ ਇਜ਼ ਟਰੂ। ਇਹ ਗੱਲਾਂ ਛੋਟੀਆਂ ਛੋਟੀਆਂ ਲੱਗਦੀਆਂ ਨੇ, ਪਰ ਕਵੀਆਂ ਦੇ ਗੱਲਾਂ ਨਹੀਂ ਛੋਟੀਆਂ ਹੁੰਦੀਆਂ। ਉੱਥੇ ਜਾਣ ਲਈ ਆਪ ਵੱਡਾ ਬਣਨਾ ਪੈਂਦਾ। ਵਾਹ, ਸਹੀ ਗੱਲ। ਬਾਕੀ ਥੋੜਾ ਜਿਹਾ ਮੈਂ ਇੱਕ ਹੋਰ, ਚਲੋ ਮੈਂ ਸਿਆਸਤ ਦੀ ਗੱਲ ਨਹੀਂ ਕਰਦੀ, ਇਹਦੇ ਨਾਲ ਕਿਸੇ ਨੂੰ ਐ ਨਾ ਲੱਗੇ ਅਸੀਂ ਕੋਈ ਕਿਸੇ ਦੇ ਹੱਕ ਚ ਜਾਂ ਕੋਈ ਪੱਖ ਪੂਰਦੇ ਆ, ਬਿਲਕੁਲ ਅਸੀਂ ਨਹੀਂ ਕਰਦੇ, ਰਹਿਣੀ ਚਾਹੀਦੀ, ਠੀਕ ਹੈ ਨਾ? ਹਾਂਜੀ, ਕਿਉਂਕਿ ਅਸੀਂ ਸਾਰਾ ਪਿਆਰ ਕਰਦੇ ਹਾਂ, ਅਸੀਂ ਇਹ ਪਰ ਜ਼ਰੂਰ ਚਾਹੁੰਦੇ ਹਾਂ ਵੀ ਰਾਜ ਵਧੀਆ, ਕਾਨੂੰਨ ਇਨਸਾਫ ਕਰੇ ਤੇ ਗੋਲਕ ਫ੍ਰੀ ਹੋਵੇ, ਗੋਲਕ ਫ੍ਰੀ ਹੋਵੇ, ਆਨਲਾਈਨ ਹੋਵੇ, ਇਹ ਅਸੀਂ ਚਾਹੁੰਦੇ। ਇਹ ਨਹੀਂ ਹੁੰਦੀ ਤਾਂ ਖਾਣਾ ਹਰਾਮ ਹੈ ਤੇ ਬੋਲਣਾ ਵੀ ਹਰਾਮ। ਇਹ ਤਾਂ ਸਿੱਧੀ ਜਿਹੀ ਗੱਲ ਆ ਨਾ ਬੜੀ, ਇਹਦੇ ਬਾਰੇ ਤਾਂ ਕੋਈ ਭੁਲੇਖਾ ਨਹੀਂ। ਤੇ ਬਾਕੀ ਚਲੋ ਅਸੀਂ ਇਹਨਾਂ ਕੁਝ ਗੱਲਾਂ ਕਰੀਆਂ ਨੇ, ਸਾਰਿਆਂ ਤੋਂ ਮਾਫੀ ਮੰਗਦੇ ਆ, ਸਾਡੀ ਤੋਂ ਕੋਈ ਵਗਿਆ ਹੋਈ ਆ ਫੇਰ ਮਾਫੀ ਮੰਗਦੇ ਹੱਥ ਬੰਨ ਕੇ ਸਾਰਿਆਂ ਤੋਂ। ਪਰ ਤੁਸੀਂ ਇਹ ਜਿਹੜੇ ਰਾਈਟਰ ਨੇ ਇਹਨਾਂ ਨੂੰ ਪੜ੍ਹੋ, ਜੋ ਕੁਝ ਅਸੀਂ ਦੱਸਿਆ ਇਹਨੂੰ ਸੁਣੋ, ਇਹਨੂੰ ਸੁਣ ਕੇ ਇਦੋਂ ਅੱਗੇ ਕੰਮ ਕਰੋ, ਇਦੋਂ ਅੱਗੇ ਸੋਚੋ, ਪਾਠ ਕਰੋ ਕਿ ਤੁਹਾਨੂੰ ਕੀ ਲੱਭਦਾ। ਬਹੁਤ ਕੁਝ ਲੱਭੂਗਾ, ਤੁਹਾਨੂੰ ਹੈਰਾਨੀ ਵੀ ਆਊਗੀ। ਤੁਸੀਂ ਇੰਨੀ, ਮੈਂ ਇੱਕ ਬੰਦਾ ਉੱਥੋਂ ਜਰਮਨ ਤੋਂ ਆ, ਉਹਦਾ ਨਾਂ ਔਲਖਾ ਪਿੱਛੇ ਰੱਖ ਲੈ, ਕੀ ਨਾਮ? ਵਿਕਰਮ ਸਿੰਘ ਔਲਖਾ। ਉਹ ਕਹਿੰਦਾ ਜੀ ਵੀ ਤੁਸੀਂ ਮੇਰਾ ਨਾਂ ਨਹੀਂ ਸੀ ਲੈਣਾ। ਉਹ ਇੰਨਾ ਕਮਾਲ ਪੜ੍ਹਦਾ, ਅਸੀਂ ਸਧਾਰਨ ਜਿਹੇ ਬੰਦੇ ਆ, ਉਹਦੀ ਤੋਂ ਹੋਰ ਹੀ ਲੱਭੀ ਜਾ ਰਿਹਾ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ। ਫਿਰ ਉਹਨੇ ਉਮੀਦ ਵੀ ਨਹੀਂ ਰੱਖੀ ਜਿਹੜੀ ਉਹ ਮੈਨੂੰ ਗੱਲਾਂ ਸੁਣਾਉਂਦਾ, ਬਹੁਤ ਵੱਡੀਆਂ, ਹੈਰਾਨ ਹੋਣਾ। ਇਹ ਬੰਦੇ ਆਉਣਗੇ ਇੱਕ ਦਿਨ ਤੇ ਸਿੱਖੀ ਲਿਆਉਣਗੇ। ਅਕੈਡਮੀ ਦੇ ਵਿੱਚ ਵੀ ਅੱਜ 594 ਬੰਦੇ ਹੋ ਗਏ ਮੇਰੇ ਨਾਲ, ਜਿਨ੍ਹਾਂ ਦੇ ਵਿੱਚ ਬਹੁਤ ਸਿੱਖ ਬੱਚੇ ਨੇ, ਦੂਜੇ ਵੀ ਬੜੇ ਨੇ, ਪਰ ਸਿੱਖ ਬੱਚੇ ਬਹੁਤ ਜ਼ਿਆਦਾ।
ਉਹ ਪੜ੍ਹਦੇ ਨੇ, ਉਹਨਾਂ ਚੋਂ ਬਹੁਤ ਵੱਡੇ ਵਿਦਿਆਰਥੀ ਪੈਦਾ ਹੋਣਗੇ, ਕਿਉਂਕਿ ਉਹ ਤਾਂ ਦੁਨੀਆ ਦੀ ਹੁਣ ਤਾਂ ਉੱਥੇ 11 ਲੱਖ ਪ੍ਰੋਫੈਸਰ ਹੋਣ ਵਾਲਾ, 10,90,000 ਤੋਂ ਉੱਪਰ ਨੇ। ਅੱਜ ਹੀ ਮੈਂ ਗਿਣਤੀ ਕੀਤੀ ਹੈ ਜਿਹੜੇ ਆਪਣਾ ਹਿਊਮੈਨਿਜ਼ਮ ਤੇ ਰਿਲੀਜਨ ਦੀ ਪ੍ਰੋਫੈਸਰ ਨੇ, ਉਹ ਬੱਚੇ ਉੱਥੇ ਆਏ ਨੇ ਜਿਹੜੇ ਉਹਨਾਂ ਨੇ ਅੱਗੇ ਹੀ ਕੰਮ ਕਰਨਾ, ਉਹ ਕਰਨਗੇ, ਲਾਜ਼ਮੀ ਕਰਨਗੇ। ਆ ਵੀ ਪੈਟਰੀਆਰਚ ਗੁਰੂ ਨਾਨਕ ਵਾਲਾ ਪੜਿਆ ਹੋਇਆ ਜੀ ਕਿਸੇ ਨੇ, ਉਹ ਜਦੋਂ ਕਰਨਗੇ ਉਹਨਾਂ ਨੇ ਆਪੇ ਅੱਗੇ ਆ ਜਾਣਾ, ਅੱਗੇ ਕੰਮ ਕਰਨਗੇ। ਤੇ ਸਾਨੂੰ ਭੁਲਾ ਕੇ ਸਾਤੋਂ ਤਾਂ ਸਾਰਾ ਕੁਝ ਹੀ ਰਿਹਾ ਹੋਇਆ, ਅੱਗੇ ਕਿੰਨੇ ਜਾਣੇ ਕਿੰਨੇ ਉੱਠ ਰਹੇ ਨੇ, ਉਹ ਸਾਰੇ ਕੰਮ ਕਰਨਗੇ, ਤੁਸੀਂ ਕਰੋਗੇ ਰਲ ਮਿਲ ਕੇ, ਫਿਰ ਤੇ ਹੁਣ ਫਿਰ ਮੈਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਦੋਸਤੋ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਫਿਰ ਤੋਂ ਇੰਨੇ ਲੰਮੇ ਸਮੇਂ ਤੱਕ ਜੁੜੇ ਰਹਿਣ ਦੇ ਲਈ। ਔਰ ਇਹ ਜਿਹੜੀਆਂ ਗੱਲਾਂ ਬਾਬਾ ਜੀ ਨੇ ਕੀਤੀਆਂ ਕਿ ਕਿੱਦਾਂ ਇੱਕ ਲਿੰਕ ਦੂਸਰੇ ਲਿੰਕ ਨਾਲ ਜੁੜ ਜਾਂਦਾ ਹੈ, ਕਿ ਸਾਨੂੰ ਆ ਜਿਹੜੇ ਕਵੀ ਨੇ ਇਹ ਕਿੱਦਾਂ ਵੱਡੀ ਗੱਲ ਸਮਝਣ ਦੇ ਵਿੱਚ, ਵੱਡੀ ਗੱਲ ਤੱਕ ਜਾਣ ਦੇ ਵਿੱਚ ਕਿੱਦਾਂ ਨਾਲ ਹੈਲਪ ਕਰ ਰਹੇ ਨੇ। ਤੇ ਤੁਸੀਂ ਆਰਨੋਲਡ ਦਾ ਟੱਚਸਟੋਨ ਮੈਥਡ ਹੈ ਜਿਹੜਾ ਟੇਕ ਅਵੇ ਅੱਜ ਦਾ ਜਿਹੜਾ ਮੇਰੇ ਵੱਲੋਂ, ਉਹ ਜ਼ਰੂਰ ਤੁਸੀਂ ਉਹਨੂੰ ਸਮਝੋ। ਪੜ੍ਹਨਾ ਅਲੱਗ ਚੀਜ਼ ਹੈ, ਤੁਸੀਂ ਉਸ ਨੂੰ ਸਮਝੋ ਔਰ ਉਹ ਕਿੱਦਾਂ ਨਾਲ ਉਹ ਹੈਲਪ ਕਰੇਗਾ ਦੂਸਰੀਆਂ ਚੀਜ਼ਾਂ ਨੂੰ ਸਮਝਣ ਦੇ ਲਈ, ਉਹ ਟੱਚਸਟੋਨ ਨੂੰ ਯੂਜ਼ ਕਰਨ ਵਾਸਤੇ। ਤੇ ਇਦਾਂ ਹੀ ਤੁਸੀਂ ਵਧੀਆ ਸੋਹਣਾ ਸਾਹਿਤ ਪੜ੍ਹਦੇ ਰਹੋ, ਸੋਹਣਾ ਸਾਹਿਤ ਸਾਂਝਾ ਕਰਦੇ ਰਹੋ ਇੱਕ ਦੂਸਰੇ ਨਾਲ। ਤੇ ਫਿਰ ਮਿਲਦੇ ਆ ਜੀ ਆਪਾਂ ਅਗਲੇ ਐਪੀਸੋਡ ਦੇ ਵਿੱਚ। ਉਦੋਂ ਤੱਕ ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ।